ਲਖਬੀਰ ਸਿੰਘ ਉਰਫ ਲੰਡਾ ਹਰੀਕੇ ਰਿੰਦੇ ਸੰਧੂ ਦੇ ਨਾਲ ਅਟੈਚਡ ਹੈ। ਰਿੰਦੇ ਸੰਧੂ ਲਈ ਉਹ ਕੰਮ ਕਰਦਾ ਹੈ। ਇਹ ਤਾਂ ਫੈਕਟ ਹੈ ਨਾ ਕਿ ਤੁਸੀਂ ਇੱਕ ਕ੍ਰਿਮੀਨਲ ਗੈਂਗ ਨੂੰ ਰਨ ਕਰ ਰਹੇ ਸੀ ਤੇ ਆਹਿਸਤਾ ਆਹਿਸਤਾ ਗੈਂਗਸਟਰਿਜ਼ਮ ਤੋਂ ਤੁਸੀਂ ਆਦੇਸ਼ ਵਿਰੋਧੀ ਸਾਬੋਟਾਜ ਗਤੀਵਿਧੀਆਂ ਦੇ ਵਿੱਚ ਹੁਣ ਇਨਵੋਲਵ ਹੋ ਰਹੇ ਹੋ। ਕਪੂਰਥਲੇ ਜੇਲ੍ਹ 'ਚ ਨਾ ਭੇਜਦੇ, ਮੇਰੇ ਤੇ ਪਰਚਾ ਨਾ ਕੱਢਦੇ, ਨਾ ਮੈਨੂੰ ਦਿਲਪ੍ਰੀਤ ਮਿਲਦਾ ਜੀ ਜੇਲ੍ਹ 'ਚ, ਨਾ ਬਾਹਰ ਆਣ ਕੇ ਰਿੰਦਾ ਮਿਲਦਾ। ਹੁਣ ਇਹਨਾਂ ਨੂੰ ਮੈਂ ਰੱਖਿਆ, ਮੋਟਰ ਤੇ ਰਹਿੰਦੇ ਹੀ ਦਿਲਪ੍ਰੀਤ ਹੋਣੀ, ਰਾਈਟ। ਇਹਨਾਂ ਨਾਲ ਮੈਂ ਟਾਈਮ ਕਟਾਇਆ ਆ, ਫਰਾਰੀ ਕਟਾਈ ਆ। ਰਿੰਦਾ ਤੇ ਦਿਲਪ੍ਰੀਤ ਦੋਵੇਂ ਮੋਟਰ ਤੇ ਸੁੱਤੇ ਹੀ। ਪਿੰਡ ਦੀ ਪੁਲਿਸ 7 ਜਾਣੇ ਮੋਟਰ ਤੇ ਰੇਡ ਕੀਤੀ ਇਹਨਾਂ ਨੇ, ਤੇ ਰਿੰਦੇ ਹੋਣੀ ਇਹਨਾਂ ਦੇ ਮੱਥੇ ਤੇ ਪਿਸਤੌਲ ਲਾ ਕੇ ਭੱਜ ਗਏ, ਰਾਈਟ। ਇਹ ਕੰਧਾ ਮੂੰਹ ਕਰਕੇ ਖੜੇ ਰਹਿ ਸਰ। ਇਹਨਾਂ ਨੇ ਜ਼ਰੂਰੀ ਥੋੜਾ ਸਾਡੇ ਵਰਗੇ ਨਜਾਇਜ਼ ਹੀ ਮਾਵਾਂ ਦੇ ਪੁੱਤ ਚੁੱਕ ਕੇ ਮਾਰੀ ਜਾਣੇ ਆ ਜੀ। ਇਹ ਪੁਲਿਸ ਉਦਣ ਇਹਨਾਂ ਨੂੰ ਫੜ ਲੈਂਦੀ ਉੱਥੇ ਮੋਟਰ ਤੇ ਸਰ, ਨਾ ਅੱਜ ਰਿੰਦਾ ਇਸ ਜਗ੍ਹਾ ਤੇ ਪਹੁੰਚਦਾ, ਨਾ ਇਹ ਮੈਨੂੰ ਏਦਾਂ ਵਿੱਚ ਕਰਦੇ, ਰਾਈਟ, ਇਨਵੋਲਵ। ਇਹਨਾਂ ਨੇ ਪਲੈਨਿੰਗ ਕੀਤੀ ਸਾਰਿਆਂ ਨੇ ਕਿ ਇਹਦਾ ਐਨਕਾਊਂਟਰ ਕਰਨਾ ਹੈ, ਇਹਨੂੰ ਚੱਕ ਕੇ, ਜਾਂ ਤਾਂ ਇਹ ਰਿੰਦੇ ਤੇ ਦਿਲਪ੍ਰੀਤ ਨੂੰ ਫੜਾਊਗਾ ਤੇ ਜਾਂ ਇਹਦਾ ਐਨਕਾਊਂਟਰ ਕਰਨਾ ਹੈ। ਕਿ ਮੇਰਾ 14 ਲੱਖ ਰੁਪਏ ਤੁਸੀਂ ਦੇ ਕੇ ਪੁਲਿਸ ਕਲੀਅਰੈਂਸ ਦੇ ਕੇ ਕੈਨੇਡਾ ਨਿਕਲੇ। ਹਾਂਜੀ, ਇਹਨਾਂ 14 ਲੱਖ ਰੁਪਈਆ ਲੈ ਕੇ ਮੇਰੇ ਤੋਂ ਪੁਲਿਸ ਕਲੀਅਰੈਂਸ ਦਿੱਤੀ ਹੈ ਕਿ ਤੂੰ ਨਿਕਲ ਜਾ, ਨਹੀਂ ਤੇ ਇਹਨਾਂ ਤੈਨੂੰ ਮਾਰ ਦੇਣਾ। ਇਸ ਤੋਂ ਬਾਅਦ ਤੁਸੀਂ ਦਿਲਪ੍ਰੀਤ ਬਾਬੇ ਦਾ ਹੁਣ ਗੈਂਗ ਕਿਉਂ ਚਲਾ ਰਹੇ ਹੋ? ਤੁਸੀਂ ਰੰਗਦਾਰੀਆਂ ਵਸੂਲ ਰਹੇ ਹੋ, ਤੁਹਾਨੂੰ ਆਨਲਾਈਨ ਟ੍ਰਾਂਸਫਰਾਂ ਹੁੰਦੀਆਂ ਨੇ, ਤੁਸੀਂ ਪੂਰਾ ਦਾ ਪੂਰਾ ਨੈਟਵਰਕ ਚਲਾ ਰਹੇ ਹੋ ਨਾ, ਕ੍ਰਿਮੀਨਲ ਨੈਕਸਸ। ਤੁਸੀਂ ਆਪਣੇ ਆਪ ਨੂੰ ਬੇਚਾਰਾ ਹੁਣ ਕਿਵੇਂ ਕਹਿ ਸਕਦੇ ਹੋ? ਸਰ ਨਾ ਮੈਂ ਗੈਂਗਸਟਰ ਹੈ ਜੀ, ਨਾ ਮੈਂ ਗੈਂਗ ਚਲਾਵਾਂ। ਮੇਰੀ ਆਈਡੀ ਦੇਖ ਲਿਓ ਜੀ, ਇਕੱਲੇ ਨਾ ਤੇ ਨਾ ਕੋਈ ਗਰੁੱਪ ਆ ਸਾਡਾ, ਠੀਕ ਹੈ ਜੀ। ਭਰਾ ਹੈਗੇ ਆ ਜਿਹੜੇ ਹੈਗੇ ਆ ਜਿਹੜੇ ਅਕਾਲੀ ਦਲ ਦੇ ਅਮਨਦੀਪ ਫੌਜੀ ਹੈ ਤੇ ਇਹ ਪ੍ਰਭਜੀਤ ਨੂੰ ਤੁਸੀਂ ਮਾਰਿਆ ਜਾਂ ਮਰਵਾਇਆ, ਤੇ ਇਹ ਤਾਂ ਵਾਰਦਾਤਾਂ ਹੈਗੀਆਂ ਨੇ ਨਾ। ਸੋ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਅਪਰਾਧ ਜਗਤ ਦੇ ਵਿੱਚ ਨਹੀਂ ਸੀ, ਤੁਸੀਂ ਗੈਂਗਸਟਰ ਨਹੀਂ ਰਹੇ ਤੇ ਨਹੀਂ ਹੋ? ਗੈਂਗਸਟਰ ਤਾਂ ਤੁਸੀਂ ਹੋ। ਗੈਂਗਸਟਰ ਨਹੀਂ ਸਰ, ਗੈਂਗਸਟਰ ਇਹਨਾਂ ਨੇ ਬਣਾਇਆ ਹੈ। ਨਿਸ਼ਾਨ ਸਿੰਘ ਜਿਸਨੇ ਰਾਕਟ ਲਾਂਚਰ ਤੇ AK-47 ਫੜਵਾਈ, ਇੱਕ ਬਲਜਿੰਦਰ ਸਿੰਘ ਰੈਂਬੋ ਹੈ। ਇਹ ਬਲਜਿੰਦਰ ਸਿੰਘ ਰੈਂਬੋ ਹੈ, ਦੱਸਿਆ ਗਿਆ ਵੀ ਲਖਬੀਰ ਲੰਡੇ ਨੇ ਇੱਕ AK-47 ਇਸ ਦੇ ਥਰੂ ਜਿਹੜੀ ਸੀ ਉਹ ਕਿਹਨੂੰ ਭਿਜਵਾਈ? ਚੜ੍ਹਤ ਸਿੰਘ ਨੂੰ। ਚੜ੍ਹਤ ਸਿੰਘ ਕੌਣ ਹੈ? ਤੁਸੀਂ ਚੜ੍ਹਤ ਸਿੰਘ ਨੂੰ ਕਿਵੇਂ ਜਾਣਦੇ ਹੋ? ਜਗਦੀਪ ਕੰਗ ਕੌਣ ਹੈ? ਕਮਰਜੀਤ ਬਾਟ ਕੌਣ ਹੈ? ਨਿਸ਼ਾਨ ਸਿੰਘ ਨਾਲ ਤੁਹਾਡਾ ਕੀ ਸੰਪਰਕ ਹੈ? ਸਾਰੇ ਬੰਦੇ ਤੁਹਾਡੇ ਇਲਾਕੇ ਤਰਨਤਾਰਨ ਪੱਟੀ ਉਸ ਇਲਾਕੇ ਦੇ ਹੈਗੇ ਨੇ। ਸੋ ਪੁਲਿਸ ਨੇ ਪ੍ਰੋਪਰ ਟ੍ਰੇਲ ਬਣਾਈ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਪੁਲਿਸ ਨੇ ਹਵਾ ਦੇ ਵਿੱਚ ਕਹਾਣੀ ਜੋੜਦੀ ਹੈ। ਨਿਸ਼ਾਨ, ਚੜ੍ਹਤ ਤੇ ਜਗਦੀਪ ਨੂੰ ਜਾਣਦਾ ਹੈ, ਕੰਗ ਨੂੰ। ਬਾਕੀ ਬੰਦਿਆਂ ਨੂੰ ਨਾ ਮੈਂ ਜਾਣਦਾ ਹੈ, ਨਾ ਮੈਂ ਮਿਲਿਆ ਹੈ, ਠੀਕ ਹੈ ਜੀ। ਇਹਨਾਂ ਨੂੰ ਕੈਮਰਿਆਂ 'ਚ ਜੱਗੀ ਦੀ ਗੱਡੀ ਦਿਖੀ, ਜੱਗੀ ਤੇ ਦੋਵੇਂ ਚੜ੍ਹਤੇ ਇੱਕ ਗੱਡੀ 'ਚ ਦਿਖੇ ਇਕੱਠੇ, ਕੈਮਰਿਆਂ ਦੇ ਵਿੱਚ ਆਏ। ਉਧਰੋਂ ਨਿਸ਼ਾਨ ਨੂੰ ਚੱਕਿਆ ਇਹਨਾਂ ਸ਼ੱਕ 'ਚ, ਨਿਸ਼ਾਨ ਦੇ ਫੋਨ 'ਚੋਂ ਚੜ੍ਹਤ ਦਾ ਨੰਬਰ ਨਿਕਲਿਆ ਹੋਊਗਾ ਕਿ ਚੜ੍ਹਤ ਨਾਲ ਗੱਲ ਕਰਦਾ ਹੋਊਗਾ, ਇੱਕੋ ਜੇਲ੍ਹ 'ਚ, ਜੇਲ੍ਹਾਂ 'ਚ ਵੀ ਇਕੱਠੇ ਰਹੇ, ਰਾਈਟ। ਬਸ ਉਹੀ ਸਰ ਇਹਨਾਂ ਨੇ ਕੜੀ ਬਣਾਤੀ। ਮੇਰਾ ਨਾਂ ਇਹਨਾਂ ਤਾਂ ਜੋੜਿਆ ਜੀ ਜਦੋਂ ਦੀ ਮੈਂ ਪੋਸਟ ਪਾਈ ਆ ਪੁਲਿਸ ਨੂੰ। ਤੁਸੀਂ ਇੱਕ ਸੋਸ਼ਲ ਮੀਡੀਆ ਸ਼ਾਇਦ ਫੇਸਬੁੱਕ ਤੇ ਪੋਸਟ ਪਾ ਕੇ ਪੁਲਿਸ ਨੂੰ ਧਮਕਾਇਆ ਸੀ। ਇੰਤਰੂ ਨਿੰਬਲੇ ਸਾਹਿਬ ਨੇ ਪਰਚਾ ਕੀ ਪਾਇਆ? ਪ੍ਰੀਤ ਪਨਾਹ ਦਾ ਪਾਤਾ ਕਿ ਪ੍ਰੀਤ ਹੋਣੀ ਕਤਲ ਕਰਕੇ ਪੱਟੀਆਂ ਹਰੀਕੇ ਗਏ ਆ ਲੰਡੇ ਘਰੇ, ਉੱਥੋਂ ਇਹਦੇ ਫਾਦਰ ਨੂੰ ਨਾਲ ਲਿਆ ਆ ਤੇ ਮੋਟਰ ਤੇ ਗਏ ਤੇ ਉੱਥੇ ਪਿਸਤੌਲ ਨੱਪ ਕੇ ਆਏ ਆ। ਸਰ ਅਸੀਂ ਖਾੜਕੂ, ਅਸੀਂ ਥੋੜਾ ਜਿਹਾ ਇਹ ਬਣਾਉਣ ਦੇ ਆ ਜੀ। ਸਾਨੂੰ ਤਾਂ ਪਤਾ ਵੀ ਨਹੀਂ ਕਿ ਇਹਦਾ ਜਿਹੜਾ ਇਹਨਾਂ ਵਧਾਵਾ ਸਿੰਘ ਦਾ ਨਾਲ ਆ ਕਿ ਉਹਨਾਂ ਨਾਲ ਵੀ ਸੰਪਰਕ ਹਨ। ਸਵਾਏ ਦਿਲਪ੍ਰੀਤ ਤੇ ਰਿੰਦੇ ਤੋਂ ਮੇਰਾ ਕਿਸੇ ਨਾਲ ਵੀ ਪੰਜਾਬ ਦੇ ਕਿਸੇ ਵੀ ਗੈਂਗਸਟਰ ਨਾਲ ਕਦੀ ਗੱਲ ਹੁੰਦੀ ਹੋਵੇ ਜਾਂ ਮੈਂ ਕਿਸੇ ਨੂੰ ਮਿਲਿਆ ਹੋਵਾਂ। ਤੁਸੀਂ ਇਹ ਵਾਰਦਾਤ ਨੂੰ ਮੰਨ ਨਹੀਂ ਰਹੇ ਹੋ ਵੀ ਇਹ ਤੁਸੀਂ ਅੰਜਾਮ ਦਵਾਈ, ਜਦ ਕਿ ਪੁਲਿਸ ਪੂਰੀ ਦੀ ਪੂਰੀ ਕੜੀ ਜੋੜ ਕੇ ਬੈਠੀ ਹੈ। ਮੈਂ ਮੋਹਾਲੀ ਵਾਲੇ ਬਲਾਸਟ 'ਚ ਜਿੱਦਣ ਤੱਕ ਨਿਊਜ਼ ਆਉਂਦੀ ਹੈ ਨਾ, ਨਿਊਜ਼ ਆਉਣ ਤੱਕ ਮੈਨੂੰ ਕੁਝ ਨਹੀਂ ਪਤਾ। ਜੇ ਮੇਰਾ 1% ਵੀ ਲਿੰਕ ਹੋਵੇ ਨਾ, ਜੋ ਮਰਜ਼ੀ ਨਾ ਮੈਨੂੰ ਪਤਾ ਸੀ। ਮੈਨੂੰ ਤਾਂ ਜਿੱਥੋਂ ਤੱਕ ਲੱਗਦਾ ਜੀ DGP ਭਵਰਾ ਸਾਹਿਬ ਨੇ ਕਰਾਇਆ ਹੀ ਆਪ ਆ। ਮੈਂ ਆਪਦੇ ਦਾਤੇ, ਬਾਕੀ ਤੇ ਏਜੰਸੀਆਂ ਸਾਰਾ ਕੁਝ ਹੋ ਸਕਦਾ ਉਹਨਾਂ ਨੇ ਕਰਾਇਆ ਹੋਵੇ, ISI ਨੇ ਜਾਂ ਬੱਬਰ ਖਾਲਸਾ ਵਾਲਿਆਂ ਨੇ, ਰਾਈਟ। ਮੈਂ ਆਪਦੇ ਥੋੜ ਦੱਸ ਰਿਹਾ ਜਿੱਦਾਂ DGP ਸਾਹਿਬ ਨੇ ਆਪਣਾ ਦੱਸਤਾ ਜੀ, ਸਾਰਾ ਮੋਡਿਊਲ ਤਿਆਰ ਕਰਕੇ ਪੇਸ਼ ਕਰਤਾ ਕਿ ਲੰਡਾ ਹਰੀਕਾ ਮਾਸਟਰਮਾਈਂਡ ਹੈ ਜੀ। ਅੱਜ ਤੱਕ ਨਹੀਂ ਕੋਈ ਵਾਰਦਾਤ ਉਹੋ ਜੀ ਕਰਾਤੀ ਸਰ ਮੇਰੇ। ਤੁਸੀਂ ਤਾਂ ਗੈਂਗਸਟਰ ਤੋਂ ਹੁਣ ਅੱਤਵਾਦੀ ਕਰਾਰ ਦਿੱਤੇ ਗਏ ਭਾਰਤ ਦੇ ਵਿੱਚ। ਅੱਤਵਾਦੀ ਨਹੀਂ, ਅੱਤਵਾਦੀ ਇਹਨਾਂ ਦੀ ਨਿਗਾਹ 'ਚ ਆਈ ਸਰ, ਪੁਲਿਸ ਦੀ ਨਿਗਾਹ 'ਚ ਅਸੀਂ ਅੱਤਵਾਦੀ, ਸਾਡੀ ਨਿਗਾਹ 'ਚ ਇਹ ਆ। ਹੁਣ ਲੋਕਾਂ ਨੂੰ ਥੋੜਾ ਪਤਾ ਆ, ਦੁਨੀਆ ਨੂੰ ਥੋੜਾ ਪਤਾ ਇਹਨਾਂ ਕੀ ਕੀਤਾ ਸਾਡੇ ਨਾਲ। ਹੁਣ ਇਹਨਾਂ ਨੇ ਮੈਨੂੰ ਗੈਂਗਸਟਰ ਬਣਾ ਲਿਆ, ਬਣਾਇਆ ਸੀ, ਫਿਰ ਮੀਟਿੰਗਾਂ ਕਰਦੇ ਫਿਰਦੇ ਹੀ ਆਪ ਹੀ। ਹੁਣ ਇਹ ਖਾੜਕੂ ਬਣਾ ਕੇ ਦੇਖ ਲੈਣ, ਫਿਰ ਕੋਈ ਗੱਲ ਨਹੀਂ ਸਰ।
ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਤੇ ਅੱਜ ਦੀ ਇਹ ਵੀਡੀਓ ਰਿਪੋਰਟ ਕਾਫੀ ਖਾਸ ਹੈ। 9 ਮਈ ਨੂੰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਵਿਖੇ ਰਾਕਟ ਲਾਂਚਰ ਦੇ ਨਾਲ ਇੱਕ ਹਮਲਾ ਹੋਇਆ। ਇਸ ਹਮਲੇ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ISI ਅਤੇ ਖਾਲਿਸਤਾਨੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਹੱਥ ਦੱਸਿਆ ਗਿਆ ਤੇ ਇਸ ਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਦੱਸੀ ਗਈ। ਪੰਜਾਬ ਪੁਲਿਸ ਦੇ DGP ਨੇ ਇਹ ਖੁਲਾਸੇ ਖੁਦ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤੇ ਤੇ ਇਹਨਾਂ ਖੁਲਾਸਿਆਂ ਦੇ ਮੁਤਾਬਕ ਹਰਵਿੰਦਰ ਰਿੰਦਾ ਜੋ ਕਿ ਦੱਸਿਆ ਜਾਂਦਾ ਕਿ ਪਾਕਿਸਤਾਨ ਵਿੱਚ ਹੈ, ਉਸਨੇ ਆਪਣੇ ਇੱਕ ਮੋਡਿਊਲ ਦੇ ਜ਼ਰੀਏ ਇਸ ਰਾਕਟ ਲਾਂਚਰ ਜਿਸ ਦੇ ਨਾਲ ਇੰਟੈਲੀਜੈਂਸ ਹੈੱਡਕੁਆਰਟਰ ਦੀ ਇੱਕ ਮੰਜ਼ਿਲ ਉੱਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਇਸ ਹਮਲੇ ਨੂੰ ਅੰਜਾਮ ਦਿੱਤਾ ਜਿਸ ਦਾ ਮਕਸਦ ਪੁਲਿਸ ਨੂੰ ਡਰਾਉਣਾ ਨਹੀਂ ਸੀ ਬਲਕਿ ਪੁਲਿਸ ਫੋਰਸ ਦੇ ਵਿੱਚ ਇੱਕ ਖੌਫ ਪੈਦਾ ਕਰਨਾ ਸੀ। ਪੁਲਿਸ ਦੇ ਇਹਨਾਂ ਖੁਲਾਸਿਆਂ ਦੇ ਵਿੱਚ ਇੱਕ ਨਾਂ ਉੱਭਰਿਆ ਲਖਬੀਰ ਸਿੰਘ ਏਲੀਆਸ ਲੰਡਾ ਹਰੀਕੇ, ਜੋ ਕਿ ਹਰੀਕੇ ਪਿੰਡ ਦਾ ਰਹਿਣ ਵਾਲਾ ਹੈ ਤੇ ਕੈਨੇਡਾ ਦੇ ਵਿੱਚ ਵਸਿਆ ਹੋਇਆ ਹੈ। ਪੰਜਾਬ ਪੁਲਿਸ ਦਾ ਇਹ ਦਾਅਵਾ ਸੀ ਕਿ ਲੰਡਾ ਹਰੀਕੇ ਨੂੰ ਵਰਤ ਕੇ ਉਸਦੇ ਮੋਡਿਊਲ ਦੀ ਵਰਤੋਂ ਕਰਕੇ ਇਸ ਪੂਰੀ ਦੀ ਪੂਰੀ ਕਾਰਵਾਈ ਤੇ ਹਮਲੇ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਹਮਲੇ ਦੇ ਵਿੱਚ 6 ਗ੍ਰਿਫਤਾਰੀਆਂ ਇਸ ਵਕਤ ਹੋ ਚੁੱਕੀਆਂ ਨੇ। ਕਈ ਅਜਿਹੇ ਲੋਕ ਜਿਨ੍ਹਾਂ ਨੇ ਕਿ ਹਮਲਾਵਰ ਜਿਸ ਦਾ ਮੇਨ ਨਾਂ ਸਾਹਮਣੇ ਆ ਰਿਹਾ ਹੈ ਚੜ੍ਹਤ ਸਿੰਘ ਨਾਂ ਦਾ, ਤੇ ਉਸ ਦੇ ਨਾਲ 2 ਹੋਰ ਅਜਿਹੇ ਲੋਕ ਜੋ ਕਿ ਅਣਪਛਾਤੇ ਨੇ, ਅਨਆਇਡੈਂਟੀਫਾਈਡ ਨੇ, ਜਿਨ੍ਹਾਂ ਨੇ ਇਹ ਰਾਕਟ ਲਾਂਚਰ ਚਲਾਇਆ। ਇਹ ਤਿੰਨੋਂ ਭਗੌੜੇ ਹੈਗੇ ਨੇ, ਲੇਕਿਨ ਇਹਨਾਂ ਨੂੰ ਪਨਾਹ ਦੇਣ ਵਾਲੇ ਕਈ ਲੋਕ ਗ੍ਰਿਫਤਾਰ ਕੀਤੇ ਗਏ ਨੇ। 4 ਲੋਕ ਅਜਿਹੇ ਨੇ ਜੋ ਕਿ ਇਹਨਾਂ ਨੂੰ ਠਹਿਰ ਜਾਂ ਇਹਨਾਂ ਦੇ ਰਹਿਣ ਦਾ ਪ੍ਰਬੰਧ ਕਰਦੇ ਸੀ। ਨਿਸ਼ਾਨ ਸਿੰਘ ਨਾਂ ਦਾ ਇੱਕ ਹੋਰ ਮੇਨ ਅਕਿਊਜ਼ ਫੜਿਆ ਗਿਆ ਹੈ ਜਿਸ ਉੱਤੇ ਇਲਜ਼ਾਮ ਹੈ ਕਿ ਨਿਸ਼ਾਨ ਸਿੰਘ ਨੇ ਰਾਕਟ ਲਾਂਚਰ ਜੋ ਕਿ ਲੰਡਾ ਹਰੀਕੇ ਵੱਲੋਂ ਪਾਕਿਸਤਾਨ ਤੋਂ ਭਿਜਵਾਇਆ ਗਿਆ, ਉਸ ਰਾਕਟ ਲਾਂਚਰ ਨੂੰ ਚੜ੍ਹਤ ਸਿੰਘ ਨੂੰ ਦਿੱਤਾ ਸੀ। ਇਸ ਦੇ ਨਾਲ ਇੱਕ AK-47 ਰਾਈਫਲ ਵਗੈਰਾ, ਹਥਿਆਰ ਵਗੈਰਾ ਸਾਰੇ ਹਮਲਾਵਰਾਂ ਨੂੰ ਦਿੱਤੇ ਸੀ। ਇਸ ਘਟਨਾ ਤੋਂ ਬਾਅਦ ਇੱਕ ਰਿਪੋਰਟ ਮੈਂ ਪਹਿਲਾਂ ਹੀ ਲੰਡਾ ਹਰੀਕੇ ਤੇ ਉਸ ਦੀ ਪਿਛੋਕੜ ਬਾਰੇ ਨਸ਼ਰ ਕਰ ਚੁੱਕਾ ਹਾਂ ਤੇ ਇਸ ਵਕਤ ਅੱਜ ਇਸ ਗੱਲਬਾਤ ਦੇ ਵਿੱਚ ਮੈਂ ਸਿੱਧਾ ਕੈਨੇਡਾ ਤੋਂ ਜੁੜਾਂਗਾ ਲੰਡਾ ਹਰੀਕੇ ਯਾਨੀ ਕਿ ਲਖਬੀਰ ਸਿੰਘ। ਇਸ ਕੇਸ ਦੇ ਵਿੱਚ ਇੱਕ ਮੋਸਟ ਵਾਂਟਡ ਕ੍ਰਿਮੀਨਲ ਜੋ ਕਿ ਇੱਕ ਗੈਂਗਸਟਰ ਅਖਵਾਉਂਦਾ ਸੀ ਜਾਂ ਉਸਨੂੰ ਗੈਂਗਸਟਰ ਕਿਹਾ ਜਾਂਦਾ ਸੀ, ਲੇਕਿਨ ਹੁਣ ਉਸਨੂੰ ਇੱਕ ਦਹਿਸ਼ਤਗਰਦ ਵੀ ਕਿਹਾ ਜਾਏਗਾ ਕਿਉਂਕਿ ਇਸ ਬਹੁਤ ਵੱਡੇ ਹਮਲੇ ਦੇ ਵਿੱਚ ਜਿਸ ਵਿੱਚ ਕਿ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਸਿੰਬੋਲਿਕਲੀ ਇਸ ਹਮਲੇ ਦਾ ਇੱਕ ਬਹੁਤ ਵੱਡਾ ਅਰਥ ਹੈ। ਸੋ ਲਖਬੀਰ ਸਿੰਘ ਲੰਡਾ ਹਰੀਕੇ ਸਾਡੇ ਨਾਲ ਇਸ ਵਕਤ ਕੈਨੇਡਾ ਤੋਂ ਜੁੜ ਰਹੇ ਹੈਗੇ ਨੇ। ਲਖਬੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਇਸ ਚੀਜ਼ ਦੀ ਕੀ ਭਰੋਸੇਯੋਗਤਾ ਹੈ ਕਿ ਜਿਸ ਸ਼ਖਸ ਦੇ ਨਾਲ ਮੈਂ ਇਸ ਵਕਤ ਗੱਲ ਕਰਦਾ ਪਿਆ ਹਾਂ ਉਹ ਖੁਦ ਲਖਬੀਰ ਸਿੰਘ ਲੰਡਾ ਹਰੀਕੇ ਉਹੀ ਲੰਡਾ ਹਰੀਕੇ ਹੈ ਜਿਸ ਨੂੰ ਪੰਜਾਬ ਪੁਲਿਸ ਲੱਭ ਰਹੀ ਹੈ ਤੇ ਜੋ ਇਸ 9 ਮਈ ਦੇ ਹਮਲੇ ਦਾ ਮਾਸਟਰਮਾਈਂਡ ਹੈ। ਸਰ ਹਾਂਜੀ, ਲੰਡਾ ਹਰੀਕੇ ਤਾਂ ਉਹੀ ਹੈ ਜਿਨ੍ਹਾਂ ਨਾਲ ਕਰ, ਪਰ ਮੈਂ 9 ਮਈ ਦੇ ਮਾਸਟਰਮਾਈਂਡ ਨਹੀਂ ਜੀ ਉਸ ਹਮਲੇ ਦਾ। ਬਾਕੀ ਜਿਹੜੀਆਂ ਗੱਲਾਂ ਤੁਹਾਨੂੰ ਮੈਂ ਦੱਸੂਗਾ ਤੁਸੀਂ ਵੈਰੀਫਾਈ ਕਰ ਸਕਦੇ ਜੋ ਮੇਰੇ ਨਾਲ ਹੋਇਆ ਆ ਕਿ ਲੰਡਾ ਹਰੀਕੇ ਹੀ ਆ ਜਾਂ ਉਹ ਨਹੀਂ, ਕਿਉਂਕਿ ਇਸ ਤੋਂ ਪਹਿਲਾਂ ਤਾਂ ਮੇਰਾ ਨਾਮ ਨਹੀਂ ਸੀ ਪਤਾ ਜੀ ਪੁਲਿਸ ਨੂੰ। ਲਾਈਕ ਮੇਰੇ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ 'ਚ ਪਤਾ ਹੋਊਗਾ, ਬਾਹਰ ਨਹੀਂ ਪਤਾ ਕਿਸੇ ਨੂੰ ਕਿ ਲੰਡਾ ਹਰੀਕੇ ਕੌਣ ਆ। ਇਹ ਸਿਰਫ ਇੱਕ ਸਾਜ਼ਿਸ਼ ਦੇ ਤੌਰ ਤੇ ਇਹਨਾਂ ਨੇ ਮੈਨੂੰ ਯੂਜ਼ ਕੀਤਾ, ਵਰਤਿਆ ਆ। ਇੱਥੇ ਲਖਬੀਰ ਮੈਂ ਤੁਹਾਡੇ ਤੋਂ ਇਹ ਜਾਣਨਾ ਜ਼ਰੂਰ ਚਾਹਾਂਗਾ, ਥੋੜੀ ਤੁਹਾਡੇ ਚਿਹਰੇ ਤੇ ਲਾਈਟ ਘੱਟ ਪੈ ਰਹੀ ਹੈ। ਹਾਂ ਹੁਣ ਠੀਕ ਹੈ ਲਖਬੀਰ, ਇਹ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਜੋ ਮੈਂ ਤੁਹਾਡੀ ਰਿਪੋਰਟ ਨਸ਼ਰ ਕੀਤੀ ਸੀ ਉਸ ਵਿੱਚ ਤੁਹਾਡੇ ਉੱਤੇ ਹਰੀਕੇ ਦੇ ਇਲਾਕੇ, ਹਰੀਕੇ ਤੁਹਾਡਾ ਪਿੰਡ ਹੈ ਸ਼ਾਇਦ ਤਾਂ ਕਰਕੇ ਤੁਹਾਡੇ ਨਾਂ ਦੇ ਪਿੱਛੇ ਹਰੀਕੇ ਲੱਗਦਾ ਹੈ, ਤੇ ਤਰਨਤਾਰਨ ਪੱਟੀ ਮਖੂ ਇਹ ਇਲਾਕਿਆਂ ਦੇ ਵਿੱਚ ਤੁਹਾਡੇ ਉੱਤੇ ਕਈ ਮਾਮਲੇ ਦਰਜ ਨੇ। ਪੰਜਾਬ ਪੁਲਿਸ ਨੇ ਵੀ ਦੱਸਿਆ ਕਿ 14 ਅਪਰਾਧਿਕ ਮੁਕੱਦਮੇ ਦਰਜ ਨੇ। ਬੀਤੇ ਸਾਲ ਜਿਹੜੇ ਅਮਨਦੀਪ ਫੌਜੀ ਅਤੇ ਪ੍ਰਭਜੀਤ 2 ਅਕਾਲੀ ਜਿਹੜੇ ਕਾਰਕੁਨ ਸਨ ਉਹਨਾਂ ਦਾ ਮਰਡਰ ਦਿਨ ਦਹਾੜੇ ਕਰਾਇਆ ਜਾਂਦਾ ਹੈ। ਇੱਕ ਸਿੰਗਰ ਨੇ ਉਹਨਾਂ ਤੋਂ ਸ਼ਾਇਦ ਰੰਗਦਾਰੀ ਮੰਗੀ ਗਈ, ਜੇ ਉਹਨਾਂ ਨੇ ਨਾ ਨੁੱਕਰ ਕੀਤੀ ਉਹਦੇ ਘਰ ਦੇ ਬਾਹਰ ਗੋਲੀਆਂ ਚਲਾਤੀਆਂ ਜਾਂਦੀਆਂ ਨੇ। ਚੋਲਾ ਸਾਹਿਬ ਦੇ ਗੈਸ ਸਟੇਸ਼ਨ ਦੇ ਮਾਲਕ ਤੋਂ 1 ਕਰੋੜ ਰੁਪਏ ਦੀ ਤੁਸੀਂ ਫਿਰੌਤੀ ਮੰਗਦੇ ਹੋ, ਰੰਗਦਾਰੀ ਮੰਗਦੇ ਹੋ। ਇਸ ਤਰੀਕੇ ਦੀਆਂ ਵਾਰਦਾਤਾਂ ਤੁਹਾਡੇ ਨਾਂ ਦੇ ਉੱਤੇ ਬੋਲਦੀਆਂ ਨੇ। ਹੁਣ ਤੁਸੀਂ ਇਹਨਾਂ ਸਾਬੋਟਾਜ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋ ਰਹੇ ਹੋ, ਇਹ ਪੰਜਾਬ ਪੁਲਿਸ ਦਾ ਕਹਿਣਾ ਹੈ, ਤੁਸੀਂ ਕੀ ਕਹੋਗੇ ਇਹਦੇ ਬਾਰੇ? ਸਰ ਇਹ ਐਕਟੀਵਿਟੀਜ਼ ਜਿਹੜੇ ਅਕਾਲੀ ਵਰਕਰ ਹੈ ਨਾ, ਜਿਹੜੇ ਕਹਿੰਦੇ ਫੌਜੀ ਹੋਣੀ, ਹਾਂਜੀ ਸਰ, ਇਹ ਮੇਰੇ ਘਰ ਤੇ ਗੋਲੀਆਂ ਚਲਾ ਕੇ ਗਏ ਸੀ। ਮੇਰੇ ਉਦੋਂ ਫਾਦਰ ਸਾਹਿਬ ਐਡਮਿਟ ਸੀ, ਮੇਰੇ ਮਦਰ ਇਕੱਲੇ ਹੀ ਘਰੇ। ਇਹਨਾਂ ਨਾਲ ਮੇਰੀ ਅੱਧਾ ਘੰਟਾ ਪਹਿਲਾਂ ਫੋਨ ਤੇ ਗੱਲ ਹੋਈ ਆ ਜੀ
ਜੇ ਇਹਨਾਂ ਨੇ ਮੇਰੇ ਘਰੇ ਹੀ ਜਾਣਾ ਸੀ ਮੈਨੂੰ ਫੋਨ ਤੇ ਦੱਸ ਦਿੰਦੇ ਕਿ ਅਸੀਂ ਤੇਰੇ ਘਰੇ ਚੱਲੇ ਆਂ, ਤਾਂ ਮੈਂ ਰੋਕ ਕੇ ਜਾਂਦੇ, ਰੋਕ ਲੈਂਦਾ, ਨਹੀਂ ਤੇ ਗੋਲੀਆਂ ਮਾਰ ਆਉਂਦੇ। ਠੀਕ ਹੈ ਜੀ। ਤਾਂ ਕਰਕੇ ਮੈਂ ਇਹਨਾਂ ਨੇ ਫੌਜੀ ਹੋਣਾ ਦਾ ਜੋ ਵੀ ਮਰਡਰ ਹੈ ਇਸ ਕਰਕੇ ਕਰਵਾਈ ਇਹਨਾਂ ਦੋਵਾਂ ਦੇ, ਕਿ ਮੇਰੇ ਘਰੇ ਮੇਰੇ ਮਾਂ ਪਿਓ ਦੇ ਗੋਲੀਆਂ ਮਾਰ ਕੇ ਗਏ। ਜਦੋਂ ਮੈਂ ਇੰਡੀਆ ਸੀ ਸਰ, ਉਦੋਂ ਇਹ ਮੇਰੇ ਘਰ ਦੇ ਬਾਹਰ ਆਣ ਕੇ ਅੱਧਾ ਅੱਧਾ ਘੰਟਾ ਖੜੇ ਰਹਿੰਦੇ। ਜਦੋਂ ਕੋਈ ਗੱਲ ਹੋਣੀ, ਜਿਹੜਾ ਭੁੱਲਾ ਬਲੇਰ ਸਿਆਸੀ ਸਲਾਹਕਾਰ ਆ ਜੀ, ਠੀਕ ਆ, ਉਹਦੀ ਸ਼ਹਿ ਤੇ ਇਹ ਸਾਰਾ ਕੁਝ ਕਰਦੇ ਰਹੇ। ਜਿਹੜੇ ਪਰਚਿਆਂ ਦੀ ਗੱਲ ਕਰਦੇ ਆ, ਇਹਨਾਂ ਨੇ 14-15 ਸ਼ਾਇਦ 1-2 ਘੱਟ ਹੀ ਦੱਸੇ ਹੋਣਗੇ, ਵੱਧ ਹੋਣੇ, ਪਰ ਸਰ ਮੇਰੇ ਸਾਰੇ ਪਰਚੇ ਬਰੀ ਹੋਏ ਆ ਜੀ। 7-8 ਪਰਚੇ ਮੇਰੇ ਬਰੀ ਹੋਏ ਆ, ਕਿਉਂਕਿ ਇਹਨਾਂ ਨੇ ਝੂਠੇ ਪਰਚੇ ਪਾਏ ਸੀ ਘਰੋਂ ਚੱਕ ਕੇ। ਮੈਂ ਹੋਸਟਲ ਪੜ੍ਹਦਾ ਹੁੰਦਾ ਸੀ, ਮੈਨੂੰ ਲੱਗਦਾ 8-9 ਚ ਮੈਂ ਪਿੰਡ ਆਇਆ ਜੀ, 10 ਚ, ਰਾਈਟ। ਉਸ ਤੋਂ ਬਾਅਦ ਚੋਂ ਪਿੰਡ ਜਦੋਂ ਆਇਆ ਆ, ਉਸ ਤੋਂ ਬਾਅਦ ਚ ਜਿਹੜੇ ਮੇਰੇ ਪਿੰਡ ਦੇ ਐਂਟੀ ਸੀ, ਉਹ ਭੁੱਲੇ ਬਲੇਰ ਦੇ, ਜਿਹੜਾ ਬੀਬਾ ਬਾਦਲ ਜੀ ਦਾ ਸਿਆਸੀ ਸਲਾਹਕਾਰ ਹੈ ਜੀ, ਉਹਦੇ ਕਰੀਬੀ ਸੀ ਸਾਰੇ। ਕਿ ਮੈਂ ਪਿੰਡ ਚੋਂ ਇਕੱਲਾ ਸੀ, ਇਹ 10-15 ਜਾਣੇ ਸੀ। ਬਸ ਇਹਨਾਂ ਨੂੰ ਇਹੀ ਕਿ ਜੇ ਇਹ ਇਕੱਲਾ ਸਾਡੇ ਅੱਗੇ ਕਾਤੋਂ ਅੜਦਾ ਆ ਹਰ ਗੱਲ 'ਚ, ਤੇ ਸਾਹਮਣੇ ਤਾਂ ਮੂੰਹ ਤੇ ਕੋਈ ਗੱਲ ਨਹੀਂ ਸੀ ਕਰਦੇ। ਤਾਂ ਕਰਕੇ ਪੁਲਿਸ ਕੋਲੋਂ ਮੈਨੂੰ ਹਮੇਸ਼ਾ ਹੀ, ਜਦੋਂ ਮੈਂ ਬਾਹਰ ਆਉਂਦਾ ਸੀ ਉਦੋਂ ਪਰਚਾ ਕੋਈ ਨਾ ਕੋਈ ਪਵਾ ਕੇ ਅੰਦਰ ਘਲਾ ਦਿੰਦੇ ਸੀ ਜੇਲ੍ਹ 'ਚ। ਬਾਹਰ ਆਉਂਦਾ ਸੀ ਪਰਚਾ ਪਵਾ ਕੇ ਅੰਦਰ ਘਲਾ ਦਿੰਦੇ। ਇਹਨਾਂ ਇਹੋ ਕੰਮ ਕਰ ਛੱਡਿਆ ਜੀ। ਇਹਨਾਂ ਦੇ ਪਰਮਜੀਤ ਪੰਮਾ ਗੰਡੀ ਵਿੰਡੀਆ ਇਹ ਸੀਏ ਸਟਾਫ 'ਚ, ਇੱਕ ਸਰਜੀਤ ਚਟਕੀ ਆ। ਇਹਨਾਂ ਨੇ ਮੈਨੂੰ ਮੋਟਰ ਤੋਂ ਚੱਕ ਕੇ 3 ਜਾਣੇ ਸੀ, ਅਸੀਂ 4 ਜਾਣੇ ਚੱਕੇ, ਭੱਜ ਹੈ 8-9 ਜਾਣੇ ਸੀ, ਪਰ ਇਹਨਾਂ ਨੇ ਟਾਰਗੇਟ ਸਾਨੂੰ ਪਿੱਛੋਂ ਹੀ ਕਿਹਾ ਹੋਇਆ ਸੀ ਕਿ ਇਹ ਬੰਦੇ ਫੜਨੇ ਆ ਤੁਸੀਂ। ਇੱਕ ਮੁੰਡਾ ਨਾਲ ਚੱਕਿਆ, ਉਹਨੂੰ ਛੱਡਤਾ ਜੀ ਇਹਨਾਂ ਨੇ। ਮੈਨੂੰ 4-5 ਦਿਨ ਪੰਮਾ ਬਿਨਾਂ ਰਿਮਾਂਡ ਤੋਂ ਕੁੱਟਦਾ ਰਿਹਾ ਜੀ। ਮੈਂ ਇਹਨੂੰ ਪੁੱਛਿਆ, ਮੈਂ ਵੀਰ ਗੱਲ ਤਾਂ ਦੱਸੋ। ਮੈਨੂੰ ਆਂਦਾ, ਜਦੋਂ ਜਾਣਦਾ ਸੀ ਤਰਨਤਾਰਨ, ਮੈਨੂੰ ਆਂਦਾ ਸਾਡੇ ਨਾਲ ਰਲ ਕੇ ਚੱਲ, ਕਿ ਤੇਰਾ ਸਰਕਲ ਹੈਗਾ ਆ ਮੁੰਡਿਆਂ ਨਾਲ, ਜੋ ਕਹੇਗਾ ਤੈਨੂੰ ਉਹ ਬਣਾ ਦਾਂਗੇ। ਮੈਂ ਪੰਮੇ ਵੀਰ ਮੈਨੂੰ ਲੋੜ ਨਹੀਂ, ਤੂੰ ਦੱਸ ਕੀ ਚੱਕਰ ਹੈ। ਉਹੀ ਬੰਦੇ ਸਰ ਜਿਹੜੇ ਮੇਰੇ ਚੋਰੀ ਮੇਰੇ ਪੱਠੇ ਵੱਢ ਕੇ ਲਿਆਉਂਦੇ ਹੁੰਦੇ ਸੀ। ਕਨਾਲ ਪੈਲੀ ਨਹੀਂ, 7 ਭਰਾਵਾਂ ਤੋਂ ਮੈਨੂੰ ਲੱਗਦਾ 3-4 ਕਿੱਲੇ ਪੈਲੀ ਆ ਜੀ। ਇਹਨਾਂ ਤੋਂ ਦਾਰੂ ਵੇਚਦੇ ਹੁੰਦੇ ਸੀ ਚੋਰੀ ਜੀ, ਲਾ ਲਓ ਤੁਸੀਂ। ਮੈਂ ਤੂੜੀ ਆਪਦੇ ਹੱਥੀਂ ਇਹਨਾਂ ਦੇ ਘਰੇ ਸੁੱਟ ਕੇ ਆਇਆ, ਬਾਪੂ ਤੋਂ ਚੋਰੀ ਬਣਵਾ ਕੇ। ਰਾਤ ਨੂੰ ਮੈਂ ਮਸ਼ੀਨ ਲਾਉਣੀ, ਲਾ ਕੇ ਆਉਣੀ, ਕਿ ਚਲੋ ਗਰੀਬ ਪਰਿਵਾਰ। ਉਹ ਬੰਦਿਆਂ ਤੋਂ ਸਰ ਅੱਜ ਫੋਰਚੂਨਰਾਂ ਸਾਰਾ ਕੁਝ ਆ ਗਿਆ, ਇੰਨੀ ਜਾਇਦਾਦ ਆ ਗਈ 8-10 ਸਾਲਾਂ 'ਚ। ਕਿੱਥੋਂ ਆ ਗਈ ਜੀ? ਸਿਰਫ ਇੱਕ ਕਿ ਮੈਂ ਨਾ ਕੀਤੀ ਸੀ ਪੰਮੇ ਨੂੰ, ਤੇ ਉਹਨੇ ਮੇਰੇ ਤੇ ਪਰਚੇ ਕੱਟਣੇ ਸ਼ੁਰੂ ਕਰਤੇ, ਤੇ ਇਹਨਾਂ ਨੇ ਉਹਦੀ ਸ਼ਹਿ ਤੇ ਕੰਮ ਕਰਨਾ ਸ਼ੁਰੂ ਕਰਤਾ ਜੀ ਸਾਰਿਆਂ ਨੇ, ਮੇਰੇ ਆਂਟੀਆਂ ਨੇ। ਇਹ ਅੱਜ ਦੀ ਡੇਟ 'ਚ ਸਮਾਨ ਵੀ ਉਹਨਾਂ ਦਾ ਵੇਚਣ ਦਾ ਹੈ ਜੀ, ਠੀਕ ਆ। ਕੋਈ ਵੀ ਗੱਲ ਹੁੰਦੀ, ਪੁਲਿਸ ਦਾ ਭਗੌੜਾ ਹੋ ਕੇ, ਪੁਲਿਸ ਦੇ ਘਰੇ ਬਹਿ ਕੇ, ਸਮਗਲਿੰਗ ਵਾਲੇ ਬੰਦਿਆਂ ਦੀ, ਸਾਰੇ ਜਿੰਨੇ ਤਰਨਤਾਰਨ ਜ਼ਿਲ੍ਹੇ ਦੇ ਸਮਾਨ ਵੇਚਦੇ ਆ ਜੀ 15 ਤੋਂ 20 ਜਾਣੇ, ਉਹ ਪੁਲਿਸ ਵਾਲੇ ਦੇ ਘਰੇ ਬਹਿ ਕੇ ਮੀਟਿੰਗ ਕਰਨ। ਹਾਲਾਂਕਿ ਉਹ ਬੰਦਾ ਪੁਲਿਸ ਦਾ ਭਗੌੜਾ ਹੈ, ਤੇ ਫਿਰ ਤੁਸੀਂ ਦੱਸੋ ਹੀ ਸਰ, ਉਹ ਕੀ ਨਹੀਂ ਕਰਾ ਸਕਦੇ। ਇੱਥੇ ਲਖਵੀਰ, ਮੈਂ ਇੱਕ ਥੋੜਾ ਜਿਹਾ ਸਵਾਲ ਚਾਹਾਂਗਾ, ਮੈਂ ਇਹਨਾਂ ਚੀਜ਼ਾਂ ਤੇ ਆਵਾਂਗਾ, ਲੇਕਿਨ ਅਸੀਂ ਜਦੋਂ ਵੀ ਕਿਸੇ ਅਜਿਹੇ ਸ਼ਖਸ ਜੋ ਕਿ ਮੁਲਜ਼ਮ ਹੁੰਦਾ, ਅਕਿਊਜ਼ਡ ਹੁੰਦਾ, ਕ੍ਰਿਮੀਨਲ ਹੁੰਦਾ, ਉਹਦੇ ਨਾਲ ਗੱਲ ਕਰਦੇ ਆ, ਉਹ ਪਹਿਲਾਂ ਆਪਣੀ ਕਹਾਣੀ ਦੱਸਣ ਲੱਗ ਜਾਂਦਾ, ਜਿਵੇਂ ਤੁਸੀਂ ਦੱਸ ਰਹੇ ਹੋ। ਲੇਕਿਨ ਇਹ ਇੱਕ ਫੈਕਟ ਹੈ ਕਿ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਰਿੰਦੇ ਸੰਧੂ ਦੇ ਨਾਲ ਅਟੈਚਡ ਹੈ। ਰਿੰਦੇ ਸੰਧੂ ਲਈ ਉਹ ਕੰਮ ਕਰਦਾ ਹੈ। ਦਿਲਪ੍ਰੀਤ ਬਾਬਾ ਜਦੋਂ ਬਠਿੰਡੇ ਜੇਲ੍ਹ ਸ਼ਿਫਟ ਹੁੰਦਾ ਹੈ, ਮੈਂ ਆਪਣੀ ਰਿਪੋਰਟ ਵਿੱਚ ਪਹਿਲਾਂ ਵੀ ਜ਼ਿਕਰ ਕੀਤਾ, ਉਹਦਾ ਗੈਂਗ ਪੂਰਾ ਦਾ ਪੂਰਾ ਤੁਹਾਡੇ ਡਿਸਪੋਜ਼ਲ ਤੇ ਹੈ। ਉਹਦੇ ਗੈਂਗ ਦੀ ਵਰਤੋਂ ਕਰਕੇ ਤੁਸੀਂ ਇੱਕ ਹੋਰ ਗੈਂਗਸਟਰ ਸੀ ਜੋ ਕਿ ਹੁਣ ਹਿਰਾਸਤ ਵਿੱਚ ਹੈ, ਪ੍ਰੀਤ ਸੇਖੋਂ, ਉਸ ਤੋਂ ਕਈ ਵਾਰਦਾਤਾਂ ਕਰਾਈਆਂ। ਇਹ ਤਾਂ ਫੈਕਟ ਹੈ ਨਾ ਕਿ ਤੁਸੀਂ ਇੱਕ ਕ੍ਰਿਮੀਨਲ ਗੈਂਗ ਨੂੰ ਰਨ ਕਰ ਰਹੇ ਸੀ, ਤੇ ਆਹਿਸਤਾ ਗੈਂਗਸਟਰਿਜ਼ਮ ਤੋਂ ਤੁਸੀਂ ਆਦੇਸ਼ ਵਿਰੋਧੀ ਸਾਬੋਟਾਜ ਗਤੀਵਿਧੀਆਂ ਦੇ ਵਿੱਚ ਹੁਣ ਇਨਵੋਲਵ ਹੋ ਰਹੇ ਹੋ। ਸਰ ਮੈਂ ਕਿਸੇ ਨੂੰ ਨਹੀਂ ਜਾਣਦਾ, ਨਾ ਇਹਨਾਂ ਦੇ ਮੈਂ ਕਿਸੇ ਨੂੰ, ਰਿੰਦੇ ਨੂੰ ਜਾਣਦਾ ਸੀ ਪਹਿਲੋਂ, ਨਾ ਮੈਂ ਜਾਣਦਾ ਸੀ ਦਿਲਪ੍ਰੀਤ ਬਾਬੇ ਨੂੰ। ਜਦੋਂ ਇਹਨਾਂ ਨੇ ਮੇਰੇ ਤੇ ਪਰਚਾ ਪਾਇਆ ਜੀ, ਤੁਹਾਨੂੰ ਦੱਸਿਆ ਮੋਟਰ ਤੋਂ ਚੱਕ ਕੇ ਸਮਾਨ ਵਾਲਾ, ਉਦੋਂ ਮੈਂ ਕਪੂਰਥਲੇ ਜੇਲ੍ਹ 'ਚ ਗਿਆ ਜੀ, ਠੀਕ ਹੈ। ਜਿਹੜੇ ਬੰਦੇ ਨੂੰ ਜਦੋਂ ਇਹਨਾਂ ਨੇ ਮੇਰੇ ਤੇ ਸਮਾਨ ਦਾ ਪਰਚਾ ਪਾਇਆ, ਮੈਂ ਕਿਹਾ ਪੰਮੇ ਮੇਰੇ ਮੂੰਹ ਤੇ ਕਰਾ ਦੇ ਵੀਰ, ਕਿਹੜਾ ਬੰਦਾ ਆ। ਜਿਹੜਾ ਬੰਦਾ ਇਹਨਾਂ ਮੇਰੇ ਮੂੰਹ ਤੇ ਕਰਾਇਆ ਜੀ, ਉਹ ਮੇਰੇ ਐਂਟੀ ਪਾਰਟੀ ਦਾ ਹੀ, ਉਹਨੂੰ ਛੱਡਤਾ ਇਹਨਾਂ ਨੇ, ਮੇਰੇ ਤੇ ਪਰਚਾ ਕੱਟਤਾ। ਸਿਰਫ ਇੱਕ ਉਹਦੇ ਕਹਿਣ ਤੇ ਆਂਦਾ ਤੇਰੇ ਮੂੰਹ ਤੇ ਕਰਾਤਾ ਆ। ਤੁਸੀਂ ਉਹਨੇ ਦੱਸੋ ਜੀ, ਜੇ ਮੈਂ ਉਹਨੂੰ ਚੀਜ਼ ਦਿੱਤੀ ਫਿਰ ਉਹ ਵੀ ਉਹਨਾਂ ਹੀ ਕਸੂਰਵਾਰੀ, ਫਿਰ ਉੱਤੇ ਪਰਚਾ ਕਿਉਂ ਨਹੀਂ ਕੱਟਿਆ ਇਹਨਾਂ ਨੇ। ਬਾਕੀ ਰਹੀ ਗੱਲ, ਜੇ ਮੈਨੂੰ ਇਹ ਕਪੂਰਥਲੇ ਜੇਲ੍ਹ 'ਚ ਨਾ ਭੇਜਦੇ, ਮੇਰੇ ਤੇ ਪਰਚਾ ਨਾ ਕੱਟਦੇ, ਨਾ ਮੈਨੂੰ ਦਿਲਪ੍ਰੀਤ ਮਿਲਦਾ ਜੀ ਜੇਲ੍ਹ 'ਚ, ਨਾ ਬਾਹਰ ਆਣ ਕੇ ਰਿੰਦਾ ਮਿਲਦਾ। ਮੇਰੇ ਤੇ ਸਮਾਨ ਦਾ ਪਤਾ, ਮੇਰੀ ਜ਼ਮਾਨਤ ਹੋ ਗਈ, ਮੈਂ ਬਾਹਰ ਆ ਗਿਆ। ਦਿਲਪ੍ਰੀਤ ਬਾਬੇ ਹੋਣੀ ਉਸ ਤੋਂ ਬਾਅਦ ਚੋਂ ਭੱਜੇ ਆ ਜੀ। ਦਿਲਪ੍ਰੀਤ
ਜੇਲ੍ਹ ਚੋਂ, ਰਾਈਟ। ਮੇਰਾ ਘਰ ਇਸ ਰੋਡ ਤੇ ਆ ਸਰ, ਅੰਮ੍ਰਿਤਸਰ ਰੋਡ ਤੇ, ਮੇਨ ਰੋਡ ਦੇ ਉੱਤੇ ਹੀ। ਇਹਨਾਂ ਨੇ ਜਦੋਂ ਵੀ ਦਿਲਪ੍ਰੀਤ ਹੋਣੀ ਭੱਜੇ ਆ, ਇਹਨਾਂ ਪਿੰਡ ਚੋਂ ਪੁੱਛਿਆ ਏਦਾਂ ਮੁੰਡਾ ਉਦੋਂ ਮਿਲਣਾ ਆ, ਜੋ ਘਰੇ ਆਏ ਮੈਂ ਘਰੇ, ਠੀਕ ਹੈ। ਇਹਨਾਂ ਦਿਲਪ੍ਰੀਤ ਹੋਣਾ ਸਾਨੂੰ ਅੰਦਰ ਸਾਂਭਿਆ ਜੀ ਜੇਲ੍ਹ ਚ, ਚਲੋ ਵਧੀਆ ਆਪਣੀ ਸੇਵਾ ਕੀਤੀ। ਹੁਣ ਸਾਡੇ ਮਾਝੇ ਚ ਆਦਤ ਆ ਸਰ, ਜੇ ਦੁਸ਼ਮਣ ਵੀ ਸਿਰ ਸੁੱਟ ਕੇ ਆ ਜਾਏ ਅਸੀਂ ਕਿ ਇਹਨੂੰ ਬਿਨਾਂ ਰੋਟੀ ਤੋਂ ਨਹੀਂ ਮੋੜਦੇ। ਹੁਣ ਇਹਨਾਂ ਨੂੰ ਮੈਂ ਰੱਖਿਆ, ਮੋਟਰ ਤੇ ਰਹਿੰਦੇ ਹੀ ਦਿਲਪ੍ਰੀਤ ਹੋਣੀ, ਰਾਈਟ। ਇਹਨਾਂ ਨਾਲ ਮੈਂ ਟਾਈਮ ਕਟਾਇਆ ਆ, ਫਰਾਰੀ ਕਟਾਈ ਆ। ਉਸ ਟਾਈਮ ਤੇ ਸਰ, ਜੇ ਮੰਨ ਲਓ ਦਿਲਪ੍ਰੀਤ ਹੋਣੀ ਮੇਰੇ ਤੋਂ ਆਉਂਦੇ ਵੀ, ਮੈਨੂੰ ਰਿੰਦਾ ਪਹਿਲਾਂ ਨਹੀਂ ਜਾਣਦਾ, ਉਦੋਂ ਪਹਿਲੀ ਵਾਰੀ ਰਿੰਦਾ ਦਿਲਪ੍ਰੀਤ ਦੇ ਨਾਲ ਮੇਰੇ ਤੋਂ ਆਇਆ ਏ। ਰਿੰਦਾ ਤੇ ਦਿਲਪ੍ਰੀਤ ਦੋਵੇਂ ਮੋਟਰ ਤੇ ਸੁੱਤੇ ਹੀ, ਪਿੰਡ ਦੀ ਪੁਲਿਸ 7 ਜਾਣੇ ਮੋਟਰ ਤੇ ਰੇਡ ਕੀਤੀ ਇਹਨਾਂ ਨੇ, ਤੇ ਰਿੰਦੇ ਹੋਣੀ ਇਹਨਾਂ ਦੇ ਮੱਥੇ ਤੇ ਪਿਸਤੌਲ ਲਾ ਕੇ ਭੱਜ ਗਏ, ਰਾਈਟ। ਇਹ ਕੰਧਾਂ ਨੂੰ ਮੂੰਹ ਕਰਕੇ ਖੜੇ ਰਹਿ ਸਰ। ਇਹਨਾਂ ਨੇ ਜ਼ਰੂਰੀ ਥੋੜਾ ਸਾਡੇ ਵਰਗੇ ਨਜਾਇਜ਼ ਹੀ ਮਾਵਾਂ ਦੇ ਪੁੱਤ ਚੁੱਕ ਕੇ ਮਾਰੀ ਜਾਣੇ ਆ ਜੀ। ਫਿਰ ਉਦੋਂ ਜੇ ਉਦੋਂ ਪੁਲਿਸ ਉਹਨਾਂ ਨੂੰ ਫੜ ਲੈਂਦੀ, ਇਹ 7 ਜਾਣੇ ਹੀ, ਇਹਨਾਂ ਤੋਂ ਸਾਲਟਾਂ ਹੀ, ਸਰਕਾਰੀ ਅਸਲਾ ਹੀ, ਜੇ ਮੰਨ ਲਓ ਗੋਲੀ ਵੀ ਚਲਾਉਂਦੇ, ਇੱਕ ਦੇ ਚਲਾ ਦਿੰਦੇ, ਦੋਵਾਂ ਦੇ ਚਲਾ ਦਿੰਦੇ। ਇਹ ਡਿਊਟੀ ਕਰਨ ਦਿਆ ਜੀ, ਇਹਨਾਂ ਦੀ ਸੇਵਾ ਆ, ਕਿਤੇ ਆਪਦੀ ਵੀ ਬਲੀ ਦੇ ਲੈਣ, ਕਿਤੇ ਜ਼ਰੂਰੀ ਤਾਂ ਨਹੀਂ ਸਾਡੇ ਵਰਗੇ ਚੁੱਕ ਕੇ ਇਹਨਾਂ ਨੇ ਮਾਰਨੇ, ਜਾਂ ਨਸ਼ੇ 'ਚ ਅੱਧੇ ਕੇ ਨਸ਼ੇ 'ਚ ਸੁੱਟ ਦਿੰਦੇ ਅੰਦਰ, ਜੇ ਕੋਈ ਨਹੀਂ ਹੁੰਦਾ ਉਹਦਾ ਐਨਕਾਊਂਟਰ ਬਣਾ ਦਿੰਦੇ ਆ ਜੀ। ਤੁਸੀਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ? ਇਹ ਚੀਜ਼ ਮੈਂ ਵੀ ਜ਼ਿਕਰ ਕੀਤੀ ਸੀ ਕਿ ਰਿੰਦਾ ਸੰਧੂ ਤੇ ਦਿਲਪ੍ਰੀਤ ਬਾਬੇ ਨੂੰ ਤੁਸੀਂ ਠਹਿਰ ਕਟਾਉਂਦੇ ਸੀ, ਉਹ ਤੁਹਾਡੇ ਕੋਲ ਆ ਕੇ ਰਹਿੰਦੇ ਸੀ, ਤੁਸੀਂ ਕਿਹਾ ਮੋਟਰ ਦੇ ਉੱਤੇ ਰਹਿੰਦੇ ਸੀ। ਤੁਹਾਨੂੰ ਦਿਲਪ੍ਰੀਤ ਬਾਬੇ ਦੇ ਨਾਲ ਇੰਟਰੋਡਿਊਸ ਕਿਸਨੇ ਕਰਾਇਆ ਸੀ? ਬੰਟੀ ਨੇ ਕਰਾਇਆ ਸੀ, ਜਿਹੜਾ ਕਿ ਮੈਂ ਜ਼ਿਕਰ ਕੀਤਾ ਸੀ ਆਪਣੀ ਰਿਪੋਰਟ ਵਿੱਚ। ਕਪੂਰਥਲੇ ਜੇਲ੍ਹ 'ਚ ਸਾਰਾ ਸਰਕਟ ਬਣਿਆ ਸਰ। ਬੰਟੀ ਨੂੰ ਜਾਣਦਾ ਜੀ ਨਾ ਮੈਂ, ਉਹਨਾਂ ਨੂੰ ਜਿਹੜੇ ਤੁਸੀਂ ਮੁੰਡੇ ਗੈਂਗਸਟਰ ਜਿਨ੍ਹਾਂ ਦਾ ਨਾਂ ਲਿਆ ਆ, ਨਾ ਅੱਜ ਤੱਕ ਇਹਦੇ ਗਰੁੱਪ ਦੇ ਕਿਸੇ ਨਾਲ ਲਿੰਕ ਹੋਇਆ ਆ। ਜਦੋਂ ਦਾ ਮੈਂ ਬਾਹਰ ਆਇਆ ਸਰ, ਉਦੋਂ ਦਾ ਮੈਨੂੰ 2017-18 ਚ ਇੱਕ ਵਾਰੀ ਰਿੰਦੇ ਦਾ ਫੋਨ ਆਇਆ ਇਸ ਤੇ ਉਹਨੂੰ ਮੈਂ ਨਹੀਂ, ਮੈਂ ਆਪਣਾ ਨਾਮ ਵੀ ਚੇਂਜ ਕੀਤਾ ਹੈ, ਮੈਂ ਆਪਣੀ ਵਧੀਆ ਹੁਣ ਜ਼ਿੰਦਗੀ ਬਿਤਾ ਰਿਹਾ ਹਾਂ, ਕਿ ਮੇਰੇ ਘਰ ਦੇ ਖੁਸ਼ ਆ। ਜੇ ਪੁਲਿਸ ਉਦਣ ਇਹਨਾਂ ਨੂੰ ਫੜ ਲੈਂਦੀ ਉੱਥੇ ਮੋਟਰ ਤੇ ਸਰ, ਨਾ ਅੱਜ ਰਿੰਦਾ ਇਸ ਜਗ੍ਹਾ ਤੇ ਪਹੁੰਚਦਾ, ਨਾ ਇਹ ਮੈਨੂੰ ਏਦਾਂ ਵਿੱਚ ਕਰਦੇ, ਰਾਈਟ, ਇਨਵੋਲਵ। ਉਦਣ ਪੁਲਿਸ ਨੇ ਹਥਿਆਰ ਤੱਕ ਆਪਦੇ ਥੱਲੇ ਰੱਖਤੇ, ਕੀ 47 ਆ, ਤੇ ਆਂਦੇ ਵੀਰ ਅਸੀਂ ਤੁਹਾਨੂੰ ਕੁਛ ਨਹੀਂ ਆਂਦੇ, ਭੱਜ ਹੋਏ। ਉਹ ਆਪਦੀ ਨਕਾਮੀ ਨਹੀਂ ਦੱਸਦੇ ਸਰ। ਉਸ ਤੋਂ ਬਾਅਦ ਚੋਂ ਮੈਂ ਬਾਹਰ ਆਇਆ ਆ, ਉਹ ਵੀ 1.5 ਮਹੀਨੇ ਬਾਅਦ। ਇੱਕ ਮਿੰਟ ਇੱਥੇ ਇਹ ਦੱਸੋ, ਇਹ ਕਦੋਂ ਦੀ ਗੱਲ ਤੁਸੀਂ ਇਹ ਜਿਹੜੀ ਘਟਨਾ ਦੀ ਗੱਲ ਕਰ ਰਹੇ ਹੋ? ਕਿਉਂਕਿ ਕਿਸੇ ਵੀ ਰਿਕਾਰਡ ਦੇ ਵਿੱਚ ਇਹ ਘਟਨਾ ਨਹੀਂ ਹੈ ਕਿ ਰਿੰਦਾ ਸੰਧੂ ਤੇ ਦਿਲਪ੍ਰੀਤ ਬਾਬਾ ਇਕੱਠੇ ਪੁਲਿਸ ਦੇ ਅੜਿੱਕੇ ਆ ਗਏ ਸੀ ਪੁਲਿਸ ਪਾਰਟੀ ਦੇ, ਤੇ ਤੁਹਾਡੀ ਮੋਟਰ ਸੀ ਜਿੱਥੇ ਉਹ ਠਹਿਰੇ ਹੋਏ ਸੀ। ਹਾਂਜੀ ਸਰ, ਮੇਰੇ ਘਰ ਦੇ ਸਾਹਮਣੇ ਹੀ ਪੁਲਿਸ ਜਿਹੜਾ ਆਪਣੇ SHO ਦੇ ਗਨਮੈਨ ਹੀ 6-7 ਜਾਣੇ, ਇਹ ਮੋਟਰ ਤੇ ਗਏ, ਗੱਡੀ ਲੱਗੀ ਵੇਖੀ ਇਹਨਾਂ ਰੋਡ ਤੋਂ। ਇਹਨਾਂ ਨੂੰ ਇਹ ਸ਼ਾਇਦ ਕੋਈ ਉਦਾਂ ਕੁੜੀ ਗੜੀ ਲੈ ਕੇ ਆਇਆ ਜਾਂ ਕੋਈ ਸਮਾਨ ਵਾਲਾ ਹੈ, ਰਾਈਟ। ਇਹ ਤਾਂ ਪੈਸੇ ਲੈਣ ਗਏ ਸੀ ਕਿ ਉੱਥੋਂ ਚੱਲ ਪੈਸੇ ਬਣਾ ਗਿਆ ਉਹਨੇ ਜਾਂ ਉਦਾਂ। ਹੁਣ ਜਦੋਂ ਇਹ ਅੰਦਰ ਵੜੇ, ਉਹਨਾਂ ਮੱਥੇ ਤੇ ਪਿਸਤੌਲ ਲਾਇਆ ਤੇ ਇਹ ਹੱਥ ਖੜੇ ਕਰਕੇ ਕੰਧ ਵੱਲ ਨੂੰ ਮੂੰਹ ਕਰਕੇ ਖੜੇ ਰਹੇ ਜੀ। ਉਦੋਂ ਇਹਨਾਂ ਨੇ ਕੋਈ ਹਰਕਤ ਨਹੀਂ ਕੀਤੀ, ਇਹ ਇਹਨਾਂ ਨੂੰ ਭਜਾਤਾ ਆ ਪੁਲਿਸ ਨੇ। ਬਾਅਦ ਚੋਂ ਇਹ ਮੇਰੇ ਪਿੱਛੇ ਪੈ ਗਏ ਜੀ। ਮੈਂ 1-2 ਮਹੀਨੇ ਪਾਸੇ ਰਿਹਾ ਆ, ਜਦੋਂ ਸਰਕਾਰ ਆਈ ਆ ਕਾਂਗਰਸ ਦੀ, ਕਿਉਂਕਿ ਅਕਾਲੀਆਂ ਦੀ ਸਰਕਾਰ 'ਚ 10 ਸਾਲ ਇਹਨਾਂ ਮੈਨੂੰ ਘਰੋਂ ਬੁਲਾ ਕੇ ਪਰਚੇ ਕੱਟੇ ਆ ਜੀ। ਜਿਹੜਾ ਪੰਮਾ ਉੱਤੇ ਨਾ ਕੋਈ ਸਟਾਰ ਹੀ, ਨਾ ਕੋਈ ਸਿਰਫ ਕਾਂਸਟੇਬਲ ਹੀ ਸਰ, ਉਹ ਘੁੱਲੇ ਬਲੇਰ ਦਾ ਸਿਆਸੀ ਸਲਾਹਕਾਰ ਆ ਬੀਬਾ ਬਾਦਲ ਜੀ ਦਾ। ਉਹਦਾ ਮੇਨ, ਜਿਵੇਂ ਇੱਕ ਕਹਿ ਦੋ ਕਿ ਜਿੱਦਾਂ ਉਹ ਕਹਿ ਦੂਗਾ ਉਦਾਂ ਹੀ ਉਹਨਾਂ ਕਰਨਾ। ਇਹਨਾਂ 3 ਸਟਾਰ ਬਣਾ ਕੇ ਉਹਨੂੰ CA ਸਟਾਫ ਲਾਇਆ ਹੈ, ਰਾਈਟ। ਇਹ ਮੇਰੇ ਤੇ ਘੁੱਲੇ ਬਲੇਰ ਨੇ ਇੰਨੀ ਗੱਲ ਆਖੀ ਹੋਈ ਹੈ ਉਹਨੂੰ ਕਿ ਜੋ ਮਰਜ਼ੀ ਹੋ ਜੇ, ਜਿੱਦਾਂ ਮਰਜ਼ੀ, ਇਹਨੂੰ ਲੱਭ ਕੇ ਇਹਨਾਂ ਐਨਕਾਊਂਟਰ ਕਰਨਾ ਆ, ਠੀਕ। ਹੁਣ ਰਿੰਦੇ ਹੋਣੀ ਤਾਂ ਇਹਨਾਂ ਨੇ ਭਜਾਤੇ ਜੀ। ਮੈਂ SHO ਹਰੀਕੇ ਕੋਲ ਪੇਸ਼ ਹੋਇਆ ਥਾਣੇ ਜਾ ਕੇ। ਮੈਂ ਸਰ ਮੈਨੂੰ ਗੱਲ ਦੱਸੋ ਕੀ ਗੱਲ ਹੈ ਜੀ? ਮੈਂ ਰੈਸਟ ਹਾਊਸ 'ਚ। ਮੈਨੂੰ ਆਂਦਾ ਮੈਂ ਤੈਨੂੰ ਲੱਭਦਾ ਫਿਰਦਾ ਸੀ, ਤੂੰ ਆਪ ਹੀ ਆ ਗਿਆ। ਮੈਂ ਸਰ ਮੇਰੇ ਮਗਰ ਪੈ, ਮੈਨੂੰ ਪੁਲਿਸ ਦਾ ਦੱਸੋ ਤੇ ਸਹੀ। ਕੀ ਇਹ ਮੈਨੂੰ ਆਂਦੇ ਬੰਦੇ ਕਿਹੜੇ ਸੀ ਜਿਹੜੇ ਮੋਟਰ ਤੋਂ ਭੱਜੇ ਆ? ਮੈਂ ਫੇਸਬੁੱਕ ਖੋਲ ਕੇ ਰਿੰਦੇ ਦੀ, ਦਿਲਪ੍ਰੀਤ ਦੀ, ਦੋਨਾਂ ਦੀਆਂ ਦਿਖਾਤੀਆਂ। ਮੈਂ ਸਰ ਆਹ ਬੰਦੇ ਜਿਹੜੇ ਭੱਜੇ ਆ ਮੋਟਰ ਤੋਂ। ਮੈਨੂੰ ਆਂਦੇ ਕਿੱਥੋਂ ਆਏ? ਮੈਂ ਮੈਨੂੰ ਹੁਣ ਦੱਸ ਕੇ ਥੋੜਾ, ਇਹ ਕੋਈ ਭਗੌੜਾ ਬੰਦਾ ਕਿ ਇਹਨੂੰ ਦੱਸਦਾ ਨਹੀਂ ਜੀ ਕਿੱਧਰੋਂ ਆਏ ਕਿੱਧਰੋਂ ਨਹੀਂ। ਨਾ ਉਹ ਨੰਬਰ ਦਿੰਦਾ ਆ, ਨਾ ਫੋਨ ਕਰਦਾ ਆ। ਰੋਡ ਤੇ ਘਰ ਆ, ਉਹਨਾਂ ਪੁੱਛਣਾ, ਜੇ ਮੈਂ ਘਰੇ ਹੋਊਂਗਾ ਉਹਨਾਂ ਖੜਨਾ, ਨਹੀਂ ਤੇ ਉਹ ਅੱਗੇ ਚੱਲ ਜਾਂਦੇ ਸੀ ਕਿਤੇ ਵੀ। ਉਸ ਤੋਂ ਬਾਅਦ ਇਹਨਾਂ ਦੀ ਪੁਲਿਸ ਦੀ ਪਲੈਨਿੰਗ ਚੱਲਣ ਲੱਗ ਪਈ, ਕਿਉਂਕਿ ਪਿੱਛੋਂ ਤੋਂ ਹੀ 4-5 ਸਾਲ ਤੋਂ ਇਹ ਪੰਮਾ ਮੇਰੇ ਤੇ ਲੱਗਦਾ ਆ। ਇਹਨਾਂ ਮੇਰੇ ਤੇ ਪਰਚੇ ਕੱਟੇ, ਜੇਲ੍ਹ 'ਚ ਘਲਾਉਣਾ। ਚਲੋ ਮੇਰੀ ਕਿਸਮਤ ਚੰਗੀ ਕਿ ਮੈਂ ਜ਼ਮਾਨਤ ਹੋ ਜਾਣੀ ਜਾਂ ਕਿਸੇ ਤਰੀਕੇ ਮੈਂ ਬਰੀ ਹੋ ਜਾਂਦਾ ਸੀ, ਮੈਂ ਬਾਹਰ ਆ ਜਾਂਦਾ ਰਿਹਾ ਕਿ ਘਰਦਿਆਂ ਨੇ ਪੈਸੇ ਵਕੀਲ ਚੰਗਾ ਕਰ ਲੈਣਾ, ਰਾਈਟ।
ਇਹਨਾਂ ਨੇ ਪਲੈਨਿੰਗ ਕੀਤੀ ਸਾਰਿਆਂ ਨੇ ਕਿ ਇਹਦਾ ਐਨਕਾਊਂਟਰ ਕਰਨਾ ਹੈ, ਇਹਨੂੰ ਚੱਕ ਕੇ ਜਾਂ ਤਾਂ ਇਹ ਰਿੰਦੇ ਤੇ ਦਿਲਪ੍ਰੀਤ ਨੂੰ ਫੜਾਊਗਾ ਤੇ ਜਾਂ ਇਹਦਾ ਐਨਕਾਊਂਟਰ ਕਰਨਾ ਹੈ। ਸਰ ਉਦੋਂ ਮੇਰਾ ਕੋਈ ਫਰੈਂਡ ਸੀ, ਉਹਨੂੰ ਮੈਂ ਆਖਿਆ ਕਿ ਮੈਂ ਆ ਚੱਕਰ ਆ ਕਿ ਪੁਲਿਸ ਜੋ ਹੁਣ ਇਹਨਾਂ ਦੇ ਸੂਤਰ ਆ ਸਰ ਸਾਨੂੰ ਵੀ ਦੱਸ ਹੀ ਦਿੰਦੇ ਆ, ਕਿਉਂਕਿ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਉਸ ਟਾਈਮ ਤੇ ਮੇਰੇ ਤੋਂ ਚਲੋ ਐਸਐਸਪੀ ਸਾਹਿਬ ਦਾ ਗਾਂ ਕੋਈ ਅੱਗੇ ਬੰਦਾ ਸੀ, ਮੈਨੂੰ ਪਤਾ ਨਹੀਂ ਗੈਪ ਹੈ ਨਹੀਂ, ਇਹਨਾਂ 14 ਲੱਖ ਰੁਪਈਆ ਲੈ ਕੇ ਮੇਰੇ ਤੋਂ ਪੁਲਿਸ ਕਲੀਅਰੈਂਸ ਦਿੱਤੀ ਹੈ ਕਿ ਤੂੰ ਨਿਕਲ ਜਾ, ਨਹੀਂ ਤੇ ਇਹਨਾਂ ਤੈਨੂੰ ਮਾਰ ਦੇਣਾ। ਕਿ ਹੁਣ ਅੰਤ ਹੋ ਗਿਆ। ਤੁਹਾਨੂੰ ਹਾਂਜੀ ਮੇਰਾ 14 ਲੱਖ ਰੁਪਏ ਤੁਸੀਂ ਦੇ ਕੇ ਪੁਲਿਸ ਕਲੀਅਰੈਂਸ ਦੇ ਕੇ ਕੈਨੇਡਾ ਨਿਕਲੇ? ਹਾਂਜੀ ਨਿਕਲਣਾ ਹੈ ਸਰ, ਉਹ ਤਾਂ ਮੇਰਾ ਐਨਕਾਊਂਟਰ ਕਰਨਾ ਹੈ, ਕਿਉਂਕਿ ਪਹਿਲੋਂ ਮੇਰੇ ਤੇ ਨਾ 5-6 ਸਾਲ ਤੁਸੀਂ ਦੇਖੋ ਸਰ ਹੋਸਟਲ 'ਚ ਪੜਦਾ ਸੀ, ਮੈਨੂੰ ਪਿੰਡ 'ਚ ਵੀ ਨਹੀਂ ਕੋਈ ਜਾਣਦਾ 2010 ਤੱਕ ਅਲਫਾ ਵਨ ਮਾਲ ਤੋਂ ਬਣ ਤੋਂ ਪਹਿਲਾਂ। ਕਿ ਮੈਂ 6 ਸਾਲਾਂ 'ਚ 5-6 ਸਾਲਾਂ 'ਚ ਇੰਨਾ ਕੀ ਕ੍ਰਾਈਮ ਕਿ ਮੈਂ ਹੀ ਇਕੱਲਾ ਕ੍ਰਾਈਮ ਕਰੀ ਜਾਂਦਾ ਜੀ। ਜਿਹੜੇ ਮੇਰੇ ਐਂਟੀ ਉਹਨਾਂ ਤੋਂ ਕਨਾਲ ਪਹਿਲੀ ਵੀ ਨਹੀਂ ਹੈਗੀ ਜੀ। ਅੱਜ ਉਹਨਾਂ ਨੇ ਆਡੀਆਂ ਰੱਖੀਆਂ ਆ, ਫੋਰਚੂਨਰਾਂ ਰੱਖੀਆਂ ਆ, ਕਿੱਥੋਂ ਆ ਗਈਆਂ ਜੀ? ਸਿਰਫ ਇੱਕ ਇਹ ਕਿ ਮੈਂ ਇਹਨੂੰ ਪੰਮੇ ਨੂੰ ਕਿਹਾ ਮੈਂ ਤੇਰੇ ਨਾਲ ਰਲ ਕੇ ਕੰਮ ਨਹੀਂ ਕਰ ਸਕਦਾ, ਤੇਰਾ ਸਮਾਨ ਨਹੀਂ ਵੇਚ ਸਕਦਾ, ਤੂੰ ਜੋ ਆਪਦਾ ਜ਼ੋਰ ਲਾਉਣਾ ਲਾ ਲਾ। ਉਹੀ ਹੈ, ਜੇ ਮੈਂ ਇਹਨਾਂ ਨਾਲ ਰਲ ਕੇ ਸਮਾਨ ਵੇਚਦਾ ਉਹਨਾਂ ਵਾਂਗੂ ਸ਼ਾਇਦ ਅੱਜ ਮੈਂ ਵੀ ਉੱਥੇ ਹੁੰਦਾ ਜੀ। ਮੇਰੇ ਤੋਂ ਵੀ ਆਡੀਆਂ ਫੋਰਚੂਨਰਾਂ ਰੱਖੀਆਂ ਹੁੰਦੀਆਂ, ਪਰ ਆਪਣਾ ਜ਼ਮੀਰ ਨਹੀਂ ਇਜਾਜ਼ਤ ਦਿੰਦਾ ਜੀ। ਲੇਕਿਨ ਇੱਥੇ ਲਖਵੀਰ ਮੇਰਾ ਇੱਕ ਪੁਆਇੰਟ ਹੈ ਵੀ ਚਲੋ ਠੀਕ ਹੈ, ਇਹ ਸਾਰੇ ਠੀਕ ਗੱਲਬਾਤ ਤੁਸੀਂ ਦੱਸ ਰਹੇ ਹੋ। ਤੁਸੀਂ ਕਹਿੰਦੇ ਹੋ ਵੀ ਕਪੂਰਥਲੇ ਜੇਲ੍ਹ ਦੇ ਵਿੱਚ ਤੁਹਾਡੀ ਮੁਲਾਕਾਤ ਦਿਲਪ੍ਰੀਤ ਬਾਬੇ ਨਾਲ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਜੇਲ੍ਹ ਤੋਂ ਛੁੱਟ ਜਾਂਦੇ ਆ, ਰਿੰਦਾ ਤੇ ਬਾਬਾ ਤੁਹਾਡੇ ਕੋਲ ਆ ਕੇ ਰਹਿੰਦੇ ਨੇ। ਪੁਲਿਸ ਕੋਲ ਮੌਕਾ ਸੀ, ਪੁਲਿਸ ਨੇ ਇਨਫੈਕਟ ਉਹਨਾਂ ਨੂੰ ਘੇਰ ਲਿਆ, ਲੇਕਿਨ ਉਸ ਤੋਂ ਬਾਅਦ ਉਹ ਬੰਦੂਕਾਂ ਲਾ ਕੇ ਨਿਕਲ ਗਏ। ਇਸ ਤੋਂ ਬਾਅਦ ਤੁਸੀਂ ਦਿਲਪ੍ਰੀਤ ਬਾਬੇ ਦਾ ਹੁਣ ਗੈਂਗ ਕਿਉਂ ਚਲਾ ਰਹੇ ਹੋ? ਤੁਸੀਂ ਰੰਗਦਾਰੀਆਂ ਵਸੂਲ ਰਹੇ ਹੋ, ਤੁਹਾਨੂੰ ਆਨਲਾਈਨ ਟ੍ਰਾਂਸਫਰਾਂ ਹੁੰਦੀਆਂ ਨੇ, ਤੁਸੀਂ ਪੂਰਾ ਦਾ ਪੂਰਾ ਨੈਟਵਰਕ ਚਲਾ ਰਹੇ ਹੋ ਨਾ, ਕ੍ਰਿਮੀਨਲ ਨੈਕਸਸ। ਤੁਸੀਂ ਆਪਣੇ ਆਪ ਨੂੰ ਬੇਚਾਰਾ ਹੁਣ ਕਿਵੇਂ ਕਹਿ ਸਕਦੇ ਹੋ? ਸਰ ਨਾ ਮੈਂ ਗੈਂਗਸਟਰ ਹੈ ਜੀ, ਨਾ ਮੈਂ ਗੈਂਗ ਚਲਾਵਾਂ। ਮੇਰੀ ਆਈਡੀ ਦੇਖ ਲਿਓ ਜੀ, ਇਕੱਲੇ ਨਾ ਤੇ ਨਾ ਕੋਈ ਗਰੁੱਪ ਆ ਸਾਡਾ, ਠੀਕ ਹੈ ਜੀ। ਭਰਾ ਹੈਗੇ ਆ ਜਿਹੜੇ ਹੈਗੇ ਆ। ਮੈਂ 3-4 ਸਾਲ ਸਰ ਇੱਥੇ ਆਣ ਕੇ ਦਿਹਾੜੀਆਂ ਲਾਈਆਂ ਆ। ਮੈਂ ਰਿੰਦੇ ਨੂੰ ਜਦੋਂ ਮੈਨੂੰ 2017 'ਚ ਫੋਨ ਆਇਆ, ਮੈਨੂੰ ਆਂਦਾ ਕੋਈ ਸੈਟਿੰਗ ਕਰਾਣਾ, ਮੈਂ ਵੀਰ ਮੇਰਾ ਵਧੀਆ ਆ, ਮੈਂ ਆਪਦਾ ਕੰਮ ਕਰਦਾ। ਕੰਪਨੀ ਖਿਲਾਈ ਹੋਈ ਸਰ ਮੈਂ 35 ਕਿੱਲੇ ਮੇਰੇ ਤੋਂ ਪਹਿਲੀ ਆ। ਮੈਨੂੰ ਕੀ ਲੋੜ ਆ ਸਰ ਕਿਸੇ ਤੋਂ ਫਰੌਤੀਆਂ ਮੰਗਣ ਦੀ? ਮੈਂ ਉੱਥੇ ਨਹੀਂ ਮੰਗ ਲੀਆਂ। ਇਹ ਬਣਾਉਂਦੇ ਆ ਸਾਮੀਆਂ ਸਰ, ਮੈਂ ਤਾਂ ਆਪਦਾ ਘਰ ਖਵਾਇਆ ਹੋਊਗਾ, ਤੁਸੀਂ ਜਾ ਕੇ ਇਨਕੁਆਇਰੀ ਕਰ ਲਿਓ। ਅੱਜ ਤੱਕ ਮੈਂ ਕਦੀ ਕਿਸੇ ਤੋਂ ਲਈ ਆ ਫਰੌਤੀ? ਉਦੋਂ ਲਈ ਸਰ ਜਦੋਂ ਇਹਨਾਂ ਦੇ ਫੌਜੀ ਹੋਣਾ ਦਾ ਮਰਡਰ ਹੋਇਆ। ਉਸ ਤੋਂ ਬਾਅਦ ਚ ਇਹਨਾਂ ਨੇ ਪੁਲਿਸ ਨੇ ਨਜਾਇਜ਼ ਮੁੰਡੇ ਚੱਕ ਕੇ ਪਾਉਣ ਲੱਗ ਪਏ ਜੀ, ਜਿਹੜੇ ਵਿਚਾਰੇ ਦਿਹਾੜੀਦਾਰ ਘਰੋਂ ਗਰੀਬ ਸੀ। ਉਹ ਫਿਰ ਉੱਥੇ ਚੋਲਾ ਸਾਹਿਬ ਦੇ ਪੈਟਰੋਲ ਸਟੇਸ਼ਨ ਦੇ ਮਾਲਕ ਤੋਂ 1 ਕਰੋੜ ਦੀ ਫਰੌਤੀ ਦੀ ਮੰਗ ਕੀਤੀ ਜਾਂਦੀ ਹੈ ਤੇ ਸ਼ਾਮੀ ਗੋਲੀਆਂ ਚਲਾਤੀਆਂ ਜਾਂਦੀਆਂ। ਤੁਹਾਡਾ ਨਾਮ ਉਸ ਕੇਸ ਦੇ ਵਿੱਚ ਸੀ? ਸਰ ਸ਼ਾਮੀ ਨਹੀਂ ਚਲਾਈਆਂ, ਇਹਨੇ ਚੋਲਾ ਸਾਹਿਬ ਵਾਲੇ ਨੇ ਪੈਸੇ ਮੰਗੇ ਆ ਜ਼ਰੂਰ ਜੀ, ਕਿਉਂਕਿ ਇਹ 2 ਨੰਬਰ ਦਾ ਪੈਸਾ ਜਿੰਨੇ ਠੇਕੇ ਰੇਤਾ ਰੂਤਾ ਦੇ 10 ਸਾਲ ਕਾਲੀਆਂ ਦੇ ਰਹੀ ਆ, ਇਹ ਸਾਰਾ ਕੁਝ ਬਣਾਉਂਦੇ ਰਹੀ। ਸੰਗਾ ਬਾਊ ਇੱਕ ਵੀਡੀਓ ਵਾਇਰਲ ਹੋਈ ਨਾ, ਉਹ ਤੇ ਸੰਗੇ ਦੀ ਰਾਈਟ, ਉਹਨੇ ਕੁੜੀ ਨੇ ਮੈਨੂੰ ਕਿਸੇ ਨੇ ਕਲਿੱਪ ਭੇਜੀ, ਉਹ ਕੁੜੀ ਨਾਲ ਗੱਲ ਕਰ ਰਿਹਾ ਸੀ ਕਿ ਮੈਂ ਤੈਨੂੰ ਗੋਂਦਵਾਲ ਸਾਹਿਬ ਦੇ ਠੇਕੇ ਲੈ ਦੇਣੇ ਆ ਰੇਤਾ ਦੇ, ਇੱਕ ਮੈਂ ਹੋਊਗਾ ਪਾਰਟਨਰ, ਇੱਕ ਤੂੰ ਤੇ ਇੱਕ ਆਪਣਾ ਭਰਾ ਆ ਜੱਗੀ ਚੋਲਾ ਸਾਹਿਬ ਤੋਂ, ਉਹਦੇ ਪੰਪ ਆ, ਇਹਦਾ ਨਾਂ ਲੈਂਦਾ ਸੀ ਜੀਤੂ ਬਰੋਦੀ, ਉਹਨੂੰ ਆਪਾਂ ਵਿੱਚ ਪਾਰਟਨਰ ਬਣਾਉਣਾ ਆ। ਇਹ ਸਰ ਜਿੱਦਣ ਇਹਦੇ ਮੈਂ ਫਾਇਰ ਕੀਤੇ, ਮੈਂ ਕਰਨੇ ਨਹੀਂ, ਹੋਰ ਵੀ ਬੜੇ ਬੰਦੇ ਜਿਨ੍ਹਾਂ ਨੇ ਨਹੀਂ ਦਿੱਤੇ, ਚਲੋ ਦਿੱਤੇ ਵੀ ਹੋਣਗੇ। ਇਹ ਮੈਨੂੰ ਜੇਲ੍ਹਾਂ ਚੋਂ ਗੈਂਗਸਟਰਾਂ ਦੇ ਫੋਨ ਕਰਾਉਂਦਾ ਸੀ। ਮੈਂ ਇਹਨੂੰ ਕਿਹਾ ਸੀ, ਮੈਂ ਕਿਹਾ ਏਦਾਂ ਨਾ ਕਰ ਕਿ ਮੇਰਾ ਵਿਗਾੜ ਜਿੰਨਿਆਂ ਨਾਲ ਪਊਗਾ ਤੂੰ ਔਖਾ। ਇਹਨੇ ਫਿਰ ਵੀ ਸਰ ਮੈਨੂੰ ਗੈਂਗਸਟਰਾਂ ਦੇ ਫੋਨ ਕਰਾਉਣੋਂ ਨਹੀਂ ਹਟਿਆ। ਫਿਰ ਇਹਨੂੰ ਲੱਗਾ ਕਿ ਸ਼ਾਇਦ ਬਸ ਮੈਂ ਕਰਾਤਿਆ ਤੇ ਡਰ ਗਿਆ। ਮੈਂ ਤਾਂ ਫਿਰ ਇਹਦੇ ਕੀਤੇ ਹੀ ਤੇ ਇਹਨੂੰ ਮੈਸੇਜ ਕੀਤਾ ਸੀ ਕਿ ਇਹ ਨਾ ਸੋਚੀ ਕਿ ਤੂੰ ਗੈਂਗਸਟਰਾਂ ਦੇ ਫੋਨ ਕਰਾਉਣਾ ਜੇ ਤੂੰ ਬਚ ਜਾਏਗਾ। ਇਹ ਤੋਂ ਪੁੱਛੋ ਸਰ ਇਹਦੇ ਲਿੰਕ ਕਿੱਦਾਂ ਹੋ ਗਏ ਗੈਂਗਸਟਰਾਂ ਨਾਲ ਜੇਲ੍ਹਾਂ 'ਚ? ਜੇ ਸਹੀ ਬਿਲਕੁਲ ਆਪਾਂ ਉਸ ਪੈਟਰੋਲ ਸਟੇਸ਼ਨ ਦੇ ਮਾਲਕ ਦੀ ਗੱਲ ਕਰ ਰਹੇ ਹਾਂ ਜੀ। ਜਿਹੜੇ ਗੈਂਗਸਟਰਾਂ ਦਾ ਇਹਨੇ ਮੈਨੂੰ ਫੋਨ ਕਰਾਇਆ, ਮੇਰੀ ਪਹਿਲੀ ਵਾਰੀ ਗੱਲ ਹੋਈ ਉਹਨਾਂ ਨਾਲ। ਨਹੀਂ ਆਪਾਂ ਦੁਬਾਰਾ ਦੱਸ ਦਿਓ, ਲੋਕਾਂ ਨੂੰ ਕਲੀਅਰ ਕਰ ਦਿਓ ਕਿਹਦੀ ਆਪਾਂ ਗੱਲ ਕਰ ਰਹੇ ਹਾਂ, ਉਸ ਬੰਦੇ ਦਾ ਨਾਂ ਕੀ ਹੈ ਜਿਹਦੀ ਗੱਲ ਕਰ ਰਹੇ ਹੋ? ਜੱਗੀ ਪੈਟਰੋਲ ਪੰਪ ਵਾਲਾ ਨਾ, ਜਿਹੜਾ ਮੁੰਡਾ ਜਿਹਦੇ ਕਰਕੇ ਸਾਰਾ ਰੌਲਾ ਪਿਆ। ਜੀ ਜੀ ਜੀ। ਇਹ ਮੈਨੂੰ ਗੈਂਗਸਟਰਾਂ ਦੇ ਫੋਨ ਕਰਾਉਂਦਾ ਸੀ ਤੇ ਉਹ ਗੈਂਗਸਟਰਾਂ ਨਾਲ ਮੇਰੀ ਜ਼ਿੰਦਗੀ 'ਚ ਪਹਿਲੀ ਵਾਰੀ ਗੱਲ ਹੋਈ। ਤੇ ਪਹਿਲੀ ਵਾਰੀ ਮੈਂ ਗੱਲ ਕੀਤੀ ਲਾਈਵ। ਚਲੋ ਮੈਂ ਭਾਵੇਂ ਉਹਨਾਂ ਨੂੰ ਜਵਾਬ ਦਿੱਤਾ ਜੋ ਮਰਜ਼ੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ। ਇਹ ਤੋਂ ਕਲੀਅਰ ਕਰ ਲੈ ਪੁਲਿਸ ਹੀ ਕਿ ਉਹ ਤੈਨੂੰ ਗੈਂਗਸਟਰ ਕਿੱਦਾਂ ਜਾਣਦੇ। ਫਿਰ ਸਰ ਉਹ ਏਦਾਂ ਦਬਾ ਕੇ ਨਹੀਂ, ਕੋਈ ਭਰਾ ਦੇ ਕਹਿਣ ਤੇ ਕਿਸੇ ਤੇ ਤਾਂ ਆਪਾਂ ਛੱਡ ਸਕਦੇ ਆ। ਅੱਛਾ ਇੱਥੇ ਮੈਨੂੰ ਇਹ ਦੱਸੋ,
ਲੇਕਿਨ ਇਹ ਤਾਂ ਚੀਜ਼ ਕਲੀਅਰ ਹੋ ਰਹੀ ਨਾ ਵੀ ਤੁਸੀਂ ਕੈਨੇਡਾ ਦੇ ਵਿੱਚ ਬੈਠ ਕੇ ਜਿਹੜੀ ਚਾਹੋ ਗਤੀਵਿਧੀ ਕਰ ਪਾ ਰਹੇ ਸੀ। ਤੁਸੀਂ ਕਿਸੇ ਪੈਟਰੋਲ ਸਟੇਸ਼ਨ ਤੇ, ਠੀਕ ਹੈ, ਉਹਨੇ ਤੁਹਾਨੂੰ ਧਮਕੀਆਂ ਗੈਂਗਸਟਰਾਂ ਤੋਂ ਦਵਾਈਆਂ, ਤੁਸੀਂ ਉਹਦੇ ਪੈਟਰੋਲ ਪੰਪ ਦੇ ਬਾਹਰ ਗੋਲੀਆਂ ਚਲਾਤੀਆਂ ਮੋਟਰਸਾਈਕਲ ਤੇ ਬੰਦੇ ਭੇਜ ਕੇ। ਆ ਜਿਹੜੇ ਅਕਾਲੀ ਦਲ ਦੇ ਅਮਨਦੀਪ ਫੌਜੀ ਹੈ ਤੇ ਇਹ ਪ੍ਰਭਜੀਤ ਨੂੰ ਤੁਸੀਂ ਮਾਰਿਆ ਜਾਂ ਮਰਵਾਇਆ, ਤੇ ਇਹ ਤਾਂ ਵਾਰਦਾਤਾਂ ਹੈਗੀਆਂ ਨੇ ਨਾ। ਸੋ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਅਪਰਾਧ ਜਗਤ ਦੇ ਵਿੱਚ ਨਹੀਂ ਸੀ, ਤੁਸੀਂ ਗੈਂਗਸਟਰ ਨਹੀਂ ਰਹੇ ਤੇ ਨਹੀਂ ਹੋ? ਗੈਂਗਸਟਰ ਤਾਂ ਤੁਸੀਂ ਹੋ। ਗੈਂਗਸਟਰ ਨਹੀਂ ਸਰ, ਗੈਂਗਸਟਰ ਇਹਨਾਂ ਨੇ ਬਣਾਇਆ ਹੈ। ਮੈਂ ਵੀ ਅਕਾਲੀ ਦਲ ਹੀ ਸਰ, ਇਹਨਾਂ ਦਾ ਅਕਾਲੀਆਂ ਦਾ, ਇਹ ਵੀ ਸਾਰੇ ਅਕਾਲੀ ਹੀ। ਅਮਨਦੀਪ ਫੌਜੀ ਵੀ ਅਕਾਲੀ ਹੀ, ਮੇਰੇ ਐਂਟੀ ਵੀ ਅਕਾਲੀ ਹੀ। ਜਿਹੜੇ ਮੇਰੇ ਪਿੰਡ ਦੇ ਆ ਉਹ 15-20 ਜਾਣੇ ਆ ਜੀ। ਇਹ ਸਾਰੇ ਭੁੱਲੇ ਬਲੇਰ ਦੇ ਅੰਡਰ ਚੱਲਦੇ ਸੀ ਕਿ ਸਿਆਸੀ ਸਲਾਹਕਾਰ ਦੇ। ਤੇ ਭੁੱਲਾ ਬਲੇਰ ਹੀ ਏਰੀਏ 'ਚ ਜੋ ਕਹਿੰਦਾ ਸੀ SSP ਬੁਲਾਉਣਾ ਆ, ਕੁਝ ਵੀ ਕਰਨਾ ਆ, ਭੁੱਲੇ ਦੇ ਛੇ ਤੋਂ ਬਗੈਰ ਨਹੀਂ ਹੁੰਦਾ। ਕਿਉਂਕਿ ਬੀਬਾ ਬਾਦਲ ਜੀ ਆਂਦੀ ਕਿ ਮੈਂ ਮੁੱਖ ਮੰਤਰੀ ਆ, ਮੇਰੇ ਏਰੀਏ 'ਚ ਮੇਰੀ ਚੱਲੂਗੀ। ਹੁਣ ਜਦੋਂ ਮੇਰੇ ਐਂਟੀਆਂ ਦੀ ਇਹਨਾਂ ਦਾ ਸਲਾਹਕਾਰ ਸਪੋਰਟ ਕਰ ਰਿਹਾ, ਉੱਥੇ ਮੇਰੀ ਵਾਹ ਇਸ ਤਾਂ ਚੱਲ ਨਹੀਂ ਸਕਦੀ ਜੀ। ਬੰਬੇ ਉਹਨਾਂ ਨੇ ਮੈਨੂੰ ਬੀਬਾ ਬਾਦਲ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਇਹ ਕੈਰੋਂ ਪਰਿਵਾਰ ਦੀ ਗੱਲ ਕਰ ਰਹੇ ਨਾ ਆਪਾਂ? ਹਾਂਜੀ, ਕੈਰੋਂ ਪਰਿਵਾਰ ਦੀ। ਇਹਨਾਂ ਦਾ ਸਲਾਹਕਾਰ ਹੈ ਭੁੱਲਾ ਬਲੇਰ। ਇਹਨਾਂ ਨੇ ਮੇਰੇ ਤੇ ਪਰਚੇ ਕਰਾਉਂਦੇ ਰਹੇ ਜਦੋਂ ਜੇਲ੍ਹ 'ਚ ਆਉਂਦਾ ਹੈ। ਮੈਂ ਸਰ ਸਾਰਿਆਂ 'ਚ ਜ਼ਮਾਨਤਾਂ ਕਰਾ ਲਈਆਂ। ਮੈਂ ਬਲਕਾਰ ਸੋ SHO ਦੇ 6 ਮਹੀਨੇ ਤਰਲੇ ਕੱਢਦੇ ਰਹਿ ਗਏ ਸਰ, ਮੇਰੀ ਚਲਾਨ ਪੇਸ਼ ਕਰ ਦੋ ਕਿ ਮੇਰੇ ਇਹ ਕੇਸ 'ਚੋਂ ਵੀ ਜ਼ਮਾਨਤ ਹੋ ਜੂਗੀ। ਚਲਾਨ ਨਹੀਂ ਪੇਸ਼ ਕੀਤਾ ਸਰ। ਜਿੱਦਣ ਮੈਂ ਬਾਹਰ ਆਇਆ, ਮੈਨੂੰ ਘਰੋਂ ਬੁਲਾ ਕੇ ਨਾ ਉਹਦੇ ਥਾਣੇ ਆਉਣਾ, ਮੈਂ ਨਾਲ ਆਪਦੇ ਚਾਚੇ ਦੇ ਮੁੰਡੇ ਨੂੰ ਲੈ ਗਿਆ ਘਰੋਂ ਉਠਾ ਕੇ, ਕਿ SHO ਸਾਹਿਬ ਨੇ ਬੁਲਾਇਆ, ਚਲਾਨ ਪੇਸ਼ ਹੋਣਾ, ਆਪਾਂ ਸਾਈਨ ਕਰਨੇ ਬਸ। ਤੇ ਸਰ ਉਹਨੂੰ ਵੀ ਨਾਲ ਹੀ ਪਾ ਕੇ ਉਸੇ ਕੇਸ 'ਚ, ਕਿ ਉਹ ਤੋਂ ਇਹ ਪਿਸਤੌਲ ਬਰਾਮਦ ਕੀਤਾ ਹੈ ਅਸੀਂ, ਤੇ ਲੰਡੇਰੀ ਕੇ ਨੇ ਉਹਨੂੰ ਦਿੱਤਾ ਸੀ। ਇੱਕ ਵੀ ਕੇਸ ਨਹੀਂ ਉੱਤੇ ਸਰ, ਉਹਦੀ ਵੀ ਜ਼ਿੰਦਗੀ ਇਹਨਾਂ ਨਾਲ ਹੀ ਖਰਾਬ ਕਰਤੀ। ਤੇ ਪੱਟੀ ਕਚਹਿਰੀਆਂ ਜਾ ਕੇ ਹੱਥ ਕੜੀਆਂ ਲਾ ਕੇ ਤੇ ਪਰਚਾ ਪਾ ਕੇ ਨਾ ਅੰਮ੍ਰਿਤਸਰ ਜੇਲ੍ਹ ਕਲਾਤ। ਇਹ ਧੱਕਾ ਨਹੀਂ ਸਰ, ਤੁਸੀਂ ਦੱਸੋ ਫਿਰ। ਮੈਂ ਸਰ ਹਾਂਜੀ, ਆਪਾਂ ਵਾਪਸ ਇਸ ਘਟਨਾ ਤੇ ਆਈਏ, ਕਿਉਂਕਿ ਇਹ ਠੀਕ ਹੈ ਤੁਹਾਡੇ ਨਾਲ ਜੋ ਪਿਛੋਕੜ ਦੇ ਵਿੱਚ ਹੋਇਆ, ਤੁਸੀਂ ਇਸ ਪੂਰੇ ਅਪਰਾਧ ਜਗਤ ਵਿੱਚ ਆ ਗਏ। ਤੁਸੀਂ ਇੱਕ ਚੀਜ਼ ਨਹੀਂ ਮੰਨੋਗੇ, ਲੇਕਿਨ ਮੈਂ ਮੰਨਦਾ ਕਿ ਤੁਸੀਂ ਇਹ ਸਾਰਾ ਗੈਂਗ ਆਪਰੇਟ ਕਰ ਰਹੇ ਹੋ। ਠੀਕ ਹੈ, ਤੁਸੀਂ ਤੋਂ ਡਿਸਐਗਰੀ ਕਰ ਲਓ। ਇਹ ਦੱਸੋ ਵੀ ਆ ਜਿਹੜੀ ਮੇਰੀ ਗੱਲ ਨਹੀਂ ਹੋਈ ਜੀ 2017 ਤੋਂ ਬਾਅਦ 'ਚ, ਨਾ ਮੇਰੀ ਕਦੀ ਦਿਲਪ੍ਰੀਤ ਨਾਲ ਹੋਈ ਆ। ਹਾਂ ਰਿੰਦੇ ਨਾਲ ਜ਼ਰੂਰ ਹੁੰਦੀ, ਉਹ ਵੀ ਮੇਰੀ 3 ਸਾਲ ਬਾਅਦ ਹੁਣ ਹੋਈ ਆ ਜੀ ਉਹਨਾਂ। ਮੈਂ ਉਦੋਂ ਦਾ ਕੰਟੈਕਟ ਛੁੱਟੇ ਹੁੰਦੀ ਆ, ਉਦਾਂ ਹੀ ਹੁੰਦੀ ਸੀ ਜਿੱਦਾਂ ਉੱਥੇ ਆਉਂਦੇ ਸੀ ਸਰ। ਕਤਲ ਕਰਾਉਣੇ ਹੁੰਦੇ ਜਦੋਂ ਮੇਰੇ ਤੋਂ ਰਿੰਦੇ ਹੋਣੀ ਰਹਿੰਦੇ ਸੀ, ਮੇਰੀ ਐਂਟੀ ਪਾਰਟੀ ਨੇ ਮੈਨੂੰ, ਦਿਲਪ੍ਰੀਤ ਨੇ ਮੂੰਹੋਂ ਇਹ ਗੱਲ ਆਖੀ, ਲੰਡੇ ਤੇਰੇ ਐਂਟੀ ਆ ਤੇ ਇਹਨਾਂ ਦਾ ਕੰਮ ਅਸੀਂ ਕਰ ਦਿੰਦੇ ਆ, ਚੱਲ ਜਾਣ। ਉਹਨਾਂ ਦੇ ਸਰ ਪਹਿਲੋਂ 7-7 8-8 ਕਤਲ ਹੀ, ਉਹਨਾਂ ਨੂੰ ਕੋਈ ਫਰਕ ਨਹੀਂ। ਪਰ ਮੈਂ ਇੱਕੋ ਗੱਲ ਆਖੀ, ਮੈਂ ਮੇਰਾ ਇਹਨਾਂ ਦਾ ਕੋਈ ਜ਼ਮੀਨ ਦਾ ਰੌਲਾ ਨਹੀਂ। ਜੋ ਇਹਨਾਂ ਨੇ ਮੇਰੇ ਨਾਲ ਕੀਤਾ, ਮੈਂ ਉਹਦਾ ਜਵਾਬ ਦਿੱਤਾ ਇਹਨਾਂ ਨੂੰ ਕਿ ਤੁਸੀਂ ਜੇ ਇੱਥੇ ਕਤਲ ਕਰੋਗੇ ਤੁਸੀਂ ਕਹਾਂ ਕਿੱਥੇ ਜਾ ਕੇ ਰਹੋਗੇ, ਜਾਂ ਆਪਣਾ ਟਾਈਮ ਕੱਟਣਾ ਹੈ ਤੁਸੀਂ ਕੱਟੋ, ਰਾਈਟ। ਮੈਂ ਕਟਾਇਆ ਉਹ, ਮੈਂ ਚਲੋ ਮੇਰੀ ਇਹ ਥੋੜਾ ਕਿ ਚਲ ਮੇਰੇ ਕੋਲ ਉਹ ਕਿਤੇ ਚਲ ਗਏ ਤੇ ਉਹਨਾਂ ਜਾ ਕੇ ਕਤਲ ਕਰਤਾ ਆਨੰਦਪੁਰ ਸਾਹਿਬ, ਮੰਨ ਲਓ ਕੋਈ ਸਰਪੰਚ ਦਾ ਕਰਤਾ, ਫੇਰ ਕਿਤੇ ਮਹੀਨੇ ਬਾਅਦ ਆ ਗਏ, ਤੇ ਉਹ ਮੈਂ ਥੋੜਾ ਕੀਤਾ ਜੀ। ਮੇਰਾ ਕਸੂਰ ਇੰਨਾ ਆ ਕਿ ਮੈਂ ਉਹਨਾਂ ਨੂੰ ਪਨਾਹ ਦਿੱਤੀ ਆ, ਮੈਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਕੋਰਟ 'ਚ ਕਿ ਪਨਾਹ ਦਿੱਤੀ ਆ, ਰਾਈਟ। ਇਹ ਸਰ ਕੰਮ ਬੰਦਾ ਇੱਕ ਕਰਦਾ ਸੀ, ਕੇਸ 3-3 ਪਾਉਂਦੇ ਸੀ। ਹੁਣ ਮੇਰੇ ਤੋਂ ਮੋਟਰ ਤੋਂ ਕੋਈ ਚੀਜ਼, ਜਦੋਂ ਇਹਨਾਂ ਮੇਰੇ ਤੇ 260 ਗ੍ਰਾਮ ਹੀਰੋਇਨ ਪਾਈ ਆ ਜੀ, 3 ਬੰਦਿਆਂ ਨੂੰ ਮੋਟਰ ਤੋਂ ਚੱਕਿਆ, 3 ਬੰਦਿਆਂ ਦੇ ਅਲੱਗ-ਅਲੱਗ ਪਰਚੇ ਬਣਾ ਦੇ, ਕਿਸੇ ਤੋਂ ਨਸ਼ੀਲਾ ਪਾਊਡਰ, ਉਹ ਨਾਕੇ ਤੋਂ, ਉਹ ਨਾਕੇ ਤੋਂ, ਮੇਰੇ ਤੇ ਹੀਰੋਇਨ ਪਾਤੀ ਜੀ। ਇਹਨਾਂ ਹੈਵੀ ਰਿਕਵਰੀ ਕੇ ਬਾਹਰ ਨਾ ਆਵੇ ਤੇ ਚੁੱਕਿਆ ਮੋਟਰ ਤੋਂ। ਸਾਰੇ ਪਿੰਡ ਨੂੰ ਪਤਾ, ਸਾਰਾ ਪਿੰਡ ਗਵਾਹੀ ਦਿੰਦਾ ਸੀ ਸਰ। ਪਰਮਜੀਤ ਪੰਮਾ ਗੰਡੀ ਪਿੰਡ ਦਾ ਤੇ ਸਰਜੀਤ ਚੜਕੀ ਸਭਰਾਵਾਂ ਦਾ, ਇਹਨਾਂ ਦੀ ਜਾਇਦਾਦ ਚੈੱਕ ਕਰਾ ਲਿਓ ਸਰ। 3-3 ਕਰੋੜ ਰੁਪਈਆ ਇਹਨਾਂ ਕੋਠੀਆਂ ਤੇ ਲਾਇਆ ਆ। ਕਿੱਥੋਂ ਆ ਗਿਆ ਜੀ, ਕਿੱਥੋਂ ਆਉਂਦਾ? ਇਹਨਾਂ ਆਪਦਾ ਸਮਾਨ ਦਿੰਦੇ ਆ, ਉਹਨਾਂ ਨੂੰ ਉਹ ਵੇਚਦੇ ਆ ਤੇ ਭਗੌੜੇ ਬੰਦਿਆਂ ਨੂੰ ਚੱਕੀ ਆਪਦੇ ਘਰੇ ਬਾ ਕੇ ਮੀਟਿੰਗਾਂ ਕਰਾਉਂਦਾ ਜੀ। ਇਹਦੇ ਕੈਮਰੇ ਚੈੱਕ ਕਰਾ ਦਿਓ। ਇਹ ਦੱਸੋ ਵੀ ਤੁਸੀਂ ਜ਼ਿਕਰ ਕੀਤਾ ਕਿ ਜਿਹੜਾ ਰਿੰਦਾ ਸੰਧੂ ਹੈ ਉਹਦੇ ਨਾਲ ਤੁਹਾਡਾ ਕੰਟੈਕਟ ਹੈ, ਅਜੇ ਵੀ ਹੈ। ਪੁਲਿਸ ਨੂੰ ਜੋ ਕਹਿ ਰਹੀ ਹੈ, ਪੁਲਿਸ ਦੀ ਆਪਾਂ ਗੱਲ ਸਮਝੀਏ ਕਿ ਰਿੰਦੇ ਸੰਧੂ ਨੇ ਇਹ ਪੂਰੀ ਦੀ ਪੂਰੇ ਕਾਰੇ ਨੂੰ ਅੰਜਾਮ ਦਵਾਇਆ। ਤੁਸੀਂ ਆ ਜਿਹੜੇ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਹੈ, ਉਹਦੇ ਵਿੱਚ ਅੱਛਾ ਤੁਸੀਂ ਨਾਂ ਲਿਆ ਵੀ ਜਗਦੀਪ ਕੰਗ, ਕਮਰਜੀਤ ਬਾਠ ਜਿਹੜਾ ਠਹਿਰ ਦੇਣ ਵਾਲੇ ਲੋਕਾਂ ਦੇ ਵਿੱਚੋਂ, ਨਿਸ਼ਾਨ ਸਿੰਘ ਜਿਸਨੇ ਰਾਕਟ ਲਾਂਚਰ ਤੇ AK-47 ਫੜਵਾਈ, ਇੱਕ ਬਲਜਿੰਦਰ ਸਿੰਘ ਰੈਂਬੋ ਹੈ। ਇਹ ਬਲਜਿੰਦਰ ਸਿੰਘ ਰੈਂਬੋ ਹੈ, ਦੱਸਿਆ ਗਿਆ ਵੀ ਲਖਬੀਰ ਲੰਡੇ ਨੇ ਇੱਕ AK-47 ਇਸ ਦੇ ਥਰੂ ਜਿਹੜੀ ਸੀ ਉਹ ਕਿਹਨੂੰ ਭਿਜਵਾਈ? ਚੜ੍ਹਤ ਸਿੰਘ ਨੂੰ। ਬਲਜੀਤ ਕੌਰ ਇੱਕ ਹੋਰ ਲੇਡੀ ਹੈ ਜਿਹਨੇ ਕਿ ਪਨਾਹ ਦੇਣ ਸਾਰੇ ਜਿਹੜੇ ਹਮਲਾਵਰ ਸੀ, ਚੜ੍ਹਤ ਸਿੰਘ ਐਂਡ ਟੀਮ, ਤੇ ਅਨੰਤਦੀਪ ਸਿੰਘ
ਇੱਕ ਹੋਰ ਸ਼ਖਸ ਹੈ। ਚੜ੍ਹਤ ਸਿੰਘ ਕੌਣ ਹੈ? ਤੁਸੀਂ ਚੜ੍ਹਤ ਸਿੰਘ ਨੂੰ ਕਿਵੇਂ ਜਾਣਦੇ ਹੋ? ਜਗਦੀਪ ਕੰਗ ਕੌਣ ਹੈ? ਕਮਰਜੀਤ ਬਾਟ ਕੌਣ ਹੈ? ਨਿਸ਼ਾਨ ਸਿੰਘ ਨਾਲ ਤੁਹਾਡਾ ਕੀ ਸੰਪਰਕ ਹੈ? ਸਾਰੇ ਬੰਦੇ ਤੁਹਾਡੇ ਇਲਾਕੇ ਤਰਨਤਾਰਨ ਪੱਟੀ ਉਸ ਇਲਾਕੇ ਦੇ ਹੈਗੇ ਨੇ। ਸੋ ਪੁਲਿਸ ਨੇ ਇੱਕ ਪ੍ਰੋਪਰ ਟ੍ਰੇਲ ਬਣਾਈ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਪੁਲਿਸ ਨੇ ਹਵਾ ਦੇ ਵਿੱਚ ਕਹਾਣੀ ਜੋੜਤੀ ਹੈ। ਸਰ ਟ੍ਰੇਲ ਤਾਂ ਮੈਂ ਨਾ ਜੋ ਕੱਲਾ ਸਰ ਨਿਸ਼ਾਨ ਚੜ੍ਹਤ ਤੇ ਜਗਦੀਪ ਨੂੰ ਜਾਣਦਾ ਹੈ, ਕੰਗ ਨੂੰ। ਬਾਕੀ ਬੰਦਿਆਂ ਨੂੰ ਨਾ ਮੈਂ ਜਾਣਦਾ ਨਾ ਮੈਂ ਮਿਲਿਆ ਹੈ, ਠੀਕ ਹੈ ਜੀ। ਨਿਸ਼ਾਨ ਤੇ ਚੜ੍ਹਤ ਨੂੰ ਮੈਂ ਇਦਾਂ ਜਾਣਦਾ ਜੀ, ਅੱਜ ਤੋਂ 10 ਸਾਲ ਪਹਿਲੋਂ ਦੇ ਅਸੀਂ ਇੱਕੋ ਤਰਨਤਾਰਨ ਜ਼ਿਲ੍ਹੇ ਦੇ ਹਾਂ। ਪੱਟੀ ਦਾ ਨਿਸ਼ਾਨ ਹੈ ਜੀ, ਮੈਂ ਹਰੀਕੇ ਪੱਤਣ ਅਗਲੇ ਪਾਸੇ ਭਿੱਖੀ ਵਿੰਡ ਦਾ ਚੜ੍ਹਤ ਹੈ, ਰਾਈਟ। ਸਾਨੂੰ ਉਦੋਂ ਦੇ ਜਾਣਦੇ ਸੀ, 8 ਸਾਲ ਦੇ ਜਾਣਦੇ ਆ। ਨਿਸ਼ਾਨ ਸਿੰਘ ਜਿਹੜਾ ਆ, ਇਹਨੂੰ 2017 ਚ 18 ਦੇ ਵਿੱਚ ਇਹਨੂੰ ਬਾਬੇ ਹੋਣਾ ਦੇ, ਦਿਲਪ੍ਰੀਤ ਹੋਣਾ ਦੇ ਕੇਸ 'ਚ ਪਹਿਲੋਂ ਪੁਲਿਸ ਨੇ ਚੱਕ ਕੇ ਅੰਦਰ ਪਾਇਆ ਤੇ 4 ਸਾਲ ਲਾ ਕੇ ਆਇਆ ਜੀ ਜੇਲ੍ਹ 'ਚ। ਇਹਨਾਂ ਦਾ ਕਨੈਕਸ਼ਨ ਜੁੜਦਾ ਹੈ। ਚੜ੍ਹਤ ਕਤਲ ਦੇ ਵਿੱਚ ਅੰਦਰ ਸੀ, ਇਹਨੇ 7 ਸਾਲ ਕੱਟੀ ਆ, 8 ਸਾਲ 7 ਸਾਲ ਹੋ ਗਏ ਮੈਨੂੰ ਲੱਗਦਾ ਜੀ, ਠੀਕ ਹੈ। ਸਿੰਗਲ ਕਤਲ 'ਚ ਹੀ 4 ਸਾਲ 'ਚ ਜ਼ਮਾਨਤ ਹੋ ਜਾਂਦੀ ਆ, 7 ਸਾਲ ਲਾ ਕੇ ਆਇਆ। ਚੜ੍ਹਤ ਸਿੰਘ ਦਾ ਇਹ ਰੋਲ ਸੀ ਕਿ ਜਿੱਦਣੇ ਬਾਹਰ ਆਇਆ ਸਰ ਮੈਨੂੰ ਜਾਣਦਾ ਸੀ, ਘਰੋਂ ਗਰੀਬ ਆ, ਇਹਦੇ ਮਾਂ-ਪਿਓ ਦੀ ਡੈਥ ਹੋ ਗਈ, ਇਹਦਾ ਭਰਾ ਵੀ ਉਹਨਾਂ ਪਰਚੇ 'ਚ ਪਵਾਤਾ, ਨਾਲ ਜੇਲ੍ਹ 'ਚ ਉਦੋਂ ਦਾ ਹੀ ਅੰਦਰ ਆ ਜੇਲ੍ਹ 'ਚ। ਭੈਣ ਇਹਦੀ ਮੈਂਟਲੀ ਸਹੀ ਅਪਸੈਟ ਆ, ਰਾਈਟ। ਘਰੋਂ ਗਰੀਬ 'ਚ ਜਿੱਦਣੇ ਬਾਹਰ ਆਇਆ, ਮੈਂ ਨਾ ਮੇਰੀ ਗੱਲ ਹੋਈ, ਮੈਨੂੰ ਆਂਦਾ ਆ ਗੱਲ ਹੈ, ਮੈਂ ਚੜ੍ਹਤ ਦੇਖ ਤੇਰੀ 4 ਸਾਲਾਂ 'ਚ ਜ਼ਮਾਨਤ ਹੋ ਜਾਣੀ ਸੀ, ਸਿਰਫ ਉਹ ਬੰਦੇ ਤੋਂ ਪੈਸੇ ਦਾ ਕਰਕੇ ਨਹੀਂ ਸਰ ਜ਼ਮਾਨਤ ਕਰਾਈ ਗਈ। ਤੇ ਜਗਦੀਪ ਕੰਗ ਮੇਰਾ ਫਰੈਂਡ ਹੀ, ਉਹ ਵੀ ਮੈਨੂੰ ਚੰਡੀਗੜ੍ਹ ਜਦੋਂ ਅਸੀਂ ਰਹਿੰਦੇ ਹੁੰਦੇ ਸੀ 8, 9, 10, 11 ਚ, ਉਦੋਂ ਅੱਗੇ ਦੀ ਅੱਗੇ ਫਰੈਂਡਸ ਨਾਲ ਮਿਲਿਆ ਸੀ, ਰਾਈਟ। ਜਗਦੀਪ ਕੰਗ ਨਾ, ਇਹਨੇ ਚੜ੍ਹਤ ਨੂੰ ਮੈਂ ਇਹ ਗੱਲ ਆਖੀ ਜਗਦੀਪ ਨੂੰ, ਮੈਂ ਜੱਗੀ ਪੈਸਿਆਂ ਦਾ ਕੋਈ ਨਹੀਂ, ਕਿ ਪਹਿਲੇ ਇੱਕ ਇਹਦੀ ਅੱਖ ਦਾ ਆਪਰੇਸ਼ਨ ਹੋਣਾ ਸੀ, ਰਾਈਟ। ਇਹ ਜਗਦੀਪ ਕੰਗ ਤੋਂ ਗਿਆ ਸੀ 7 ਜਾਂ 8 ਤਰੀਕ ਨੂੰ ਮੇਬੀ ਬਾਏ ਬੱਸ, ਰਾਈਟ। ਉੱਥੋਂ ਜੱਗੀ ਨੇ ਇਹਨੂੰ ਪਿਕ ਕੀਤਾ, ਮੈਂ ਉਹਨੂੰ ਆਖਿਆ ਇਹਦੀ ਜ਼ਮਾਨਤ ਲਵਾ ਦੇ, ਕੋਈ ਚੰਗਾ ਵਕੀਲ ਕਰਾ ਦੇ ਕਿ ਜਿਹੜੀ ਇਹਦੀ ਜ਼ਮਾਨਤ ਹੋ ਜੇ। ਜਿੱਦਣੇ ਵਕੀਲ ਸਾਹਿਬ ਨੂੰ ਮਿਲੇ ਆ ਨਾ, ਵਕੀਲ ਸਾਹਿਬ ਨੇ ਇਹਨੂੰ ਵੀ ਇਹੋ ਆਖਿਆ ਕਿ ਤੇਰੀ ਮੈਂ ਐਪਲੀਕੇਸ਼ਨ ਲਾ ਕੇ ਜਿਹੜਾ ਅੱਖ ਦਾ ਆਪਰੇਸ਼ਨ ਹੋਣਾ ਉਹਦੀ ਛੁੱਟੀ ਵਧਾ ਦੇਣਾ, ਠੀਕ ਹੈ। ਇਹਦੀ 4 ਦਿਨਾਂ ਦੀ ਛੁੱਟੀ ਵਧਾਤੀ ਜੀ। ਫਿਰ ਉਹਨਾਂ ਨੇ ਇਹ ਵੀ ਆਖਿਆ ਕਿ ਜੇ ਤੈਨੂੰ ਹੋ ਸਕਦਾ ਤੈਨੂੰ ਹਫਤਾ ਖੰਡ ਤੈਨੂੰ ਅੰਦਰ ਜਾਣਾ ਪਵੇ ਜੇਲ੍ਹ 'ਚ, ਕਿ ਤੇਰੀ ਹਫਤੇ ਤੋਂ 10 ਦਿਨਾਂ ਦੇ ਵਿੱਚ ਬੇਲ ਕਰਾ ਦੂੰਗਾ, ਕਿਉਂਕਿ ਤੂੰ ਪਹਿਲਾਂ ਹੀ 7 ਸਾਲ ਕੱਟੀ ਫਿਰਦਾ ਹੈ ਜੇਲ੍ਹ 'ਚ। ਇਹਦੇ ਸਰ ਐਂਟੀਪਾਰਟ ਜਿਨ੍ਹਾਂ ਦਾ ਇਹਨੇ ਮੁੰਡਾ ਮਾਰਿਆ ਉਹ ਬਹੁਤ ਤਗੜੇ ਆ ਪੈਸੇ ਵਾਲੇ, ਤੇ ਜਿਨ੍ਹਾਂ ਨੇ ਇਹਨੂੰ ਸ਼ਹਿਰ ਦੇ ਕੇ ਮਰਵਾਇਆ ਸੀ ਉਹ ਆਪ ਉਹਨਾਂ ਨਾਲ ਰਾਜੀਨਾਮਾ ਕਰਕੇ ਬਾਹਰ ਆ ਗਏ। ਇਹਨਾਂ ਦੋਵਾਂ ਨੂੰ ਅਜੇ ਤੱਕ ਛੁੱਟੀ ਕੱਟੀ ਜਾਂਦੇ ਨੇ। ਇਹਨਾਂ ਨੇ ਕੀ ਕੀਤਾ ਕਿ ਨਿਸ਼ਾਨ ਨੂੰ ਸ਼ੱਕ 'ਚ ਚੱਕਿਆ ਆ ਸਰ, ਰਾਈਟ। ਨਿਸ਼ਾਨ ਨੂੰ ਚੱਕ ਕੇ ਇਹਨਾਂ ਨੇ ਲੈ ਗਏ ਫਰੀਦਕੋਟ। ਉੱਤੋਂ ਇਹਨਾਂ ਨੇ ਚੈੱਕ ਕੀਤੇ ਕੈਮਰੇ ਚੰਡੀਗੜ੍ਹ ਵਾਲੇ, 2 ਦਿਨ ਪਿਛਲੇ ਦੇ ਕੀਤੇ ਹੋਣਗੇ, 3 ਦਿਨ ਦੇ। ਇਹਨਾਂ ਨੂੰ ਕੈਮਰਿਆਂ 'ਚ ਜੱਗੀ ਦੀ ਗੱਡੀ ਦਿਖੀ, ਜੱਗੀ ਤੇ ਦੋਵੇਂ ਚੜ੍ਹਤੇ ਇੱਕ ਗੱਡੀ 'ਚ ਦਿਖੇ ਇਕੱਠੇ, ਕੈਮਰਿਆਂ ਦੇ ਵਿੱਚ ਆਏ ਹੋਣਗੇ। ਉੱਧਰ ਦੀ ਨੰਗੇ ਵਕੀਲ ਤੋਂ ਗਏ ਹੋਣਗੇ ਜਾਂ ਕਿਤੇ ਕੋਰਟ 'ਚ ਗਏ ਹੋਣਗੇ, ਰਾਈਟ। ਇਹਨਾਂ ਕੈਮਰੇ ਵੇਖੇ, ਉਧਰੋਂ ਨਿਸ਼ਾਨ ਨੂੰ ਚੱਕਿਆ ਇਹਨਾਂ ਸ਼ੱਕ 'ਚ। ਨਿਸ਼ਾਨ ਦੇ ਫੋਨ 'ਚੋਂ ਚੜ੍ਹਤ ਦਾ ਨੰਬਰ ਨਿਕਲਿਆ ਹੋਊਗਾ ਕਿ ਚੜ੍ਹਤ ਨਾਲ ਗੱਲ ਕਰਦਾ ਹੋਊਗਾ, ਇੱਕੋ ਜੇਲ੍ਹ 'ਚ, ਜੇਲ੍ਹਾਂ 'ਚ ਵੀ ਇਕੱਠੇ ਰਹੇ, ਰਾਈਟ। ਬਸ ਉਹੀ ਸਰ ਇਹਨਾਂ ਨੇ ਕੜੀ ਬਣਾਤੀ ਕਿ ਨਿਸ਼ਾਨ ਸਿੰਘ ਵੀ ਮੈਨੂੰ ਜਾਣਦਾ ਤੇ ਮੇਰਾ ਨਾਂ ਇਹਨਾਂ ਤਾਂ ਜੋੜਿਆ ਜੀ ਜਦੋਂ ਦੀ ਮੈਂ ਪੋਸਟ ਪਾਈ ਆ ਪੁਲਿਸ ਨੂੰ। ਇਹ ਉਦੋਂ ਤੇ ਘੱਟੋ ਘੱਟ 7 ਵਾਰੀ ਮੀਟਿੰਗਾਂ ਕਰ ਰਹੇ ਆ ਜੀ 6 ਮਹੀਨਿਆਂ ਦੇ ਵਿੱਚ, ਹਰ ਮਹੀਨੇ, ਕਿ ਇਹਦੇ ਬੰਦੇ ਲੱਭੋ, ਇਹਦਾ ਕਰੂ ਲੱਭੋ। ਸਰ ਹੁਣ ਜੇ ਮੇਰੇ ਇਹ ਜਿਹੜੀ ਤੁਸੀਂ ਪੋਸਟ ਵਾਲੀ ਗੱਲ ਕੀਤੀ, ਇਹ ਮੈਂ ਵੀ ਆਪਣੀ ਰਿਪੋਰਟ ਜ਼ਿਕਰ ਕੀਤਾ ਸੀ। ਤੁਸੀਂ ਇੱਕ ਸੋਸ਼ਲ ਮੀਡੀਆ ਸ਼ਾਇਦ ਫੇਸਬੁੱਕ ਤੇ ਪੋਸਟ ਪਾ ਕੇ ਪੁਲਿਸ ਨੂੰ ਧਮਕਾਇਆ ਸੀ। ਤੁਸੀਂ ਇੱਥੇ ਤੱਕ ਧਮਕੀ ਦਿੱਤੀ ਸੀ ਕਿ ਤੁਹਾਡੇ ਰਿਸ਼ਤੇਦਾਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਅਸੀਂ ਵੀ ਜਾਣਦੇ ਹਾਂ ਵੀ ਕਿਹੜੇ ਪੁਲਿਸ ਅਫਸਰਾਂ ਦੇ ਰਿਸ਼ਤੇਦਾਰ ਕੈਨੇਡਾ 'ਚ ਹੈਗੇ ਨੇ, ਇਸ ਤਰੀਕੇ ਦੀ ਧਮਕੀ ਦਿੱਤੀ। ਸੋ ਤੁਹਾਡੇ ਕੋਲ ਕਾਰਨ ਹੈਗੇ ਨੇ ਵੀ ਤੁਸੀਂ ਪੁਲਿਸ, ਮੈਂ ਇਹ ਕਹਿ ਰਿਹਾ ਵੀ ਤੁਹਾਡੇ ਕੋਲ ਇੱਕ ਮੋਟਿਵ ਹੈ ਕਿ ਤੁਸੀਂ ਪੁਲਿਸ ਹੈੱਡਕੁਆਟਰ ਉੱਤੇ ਹਮਲਾ ਕਰ ਸਕਦੇ ਹੋ। ਇਹ ਚੀਜ਼ ਤੁਹਾਡੀ ਇਹ ਪੋਸਟ ਸਪਸ਼ਟ ਕਰਦੀ ਹੈ। ਸਰ ਉਹੀ ਤਾਂ ਇਹਨਾਂ ਨੇ ਬਣਾਇਆ ਹੈ ਕਿ ਕੱਲ ਨੂੰ ਕੋਈ ਗੱਲ ਹੋਊਗੀ ਤੇ ਇਹਨਾਂ ਨੂੰ ਉਹ ਪੁਆਇੰਟ ਆਫ ਵਿਊ ਚੱਕਿਆ ਹੈ ਇੱਕ ਜੀ, ਕਿ ਇਹਨੇ ਧਮਕੀ ਦਿੱਤੀ, ਇਹ ਗੱਲ ਕਰਦਾ ਜੀ ਸਾਰਾ ਕੋ ਇਹਨਾਂ ਨੇ ਏਦਾਂ ਹੀ। ਹੁਣ ਮੈਂ ਪੋਸਟ ਕਾਹਤੋਂ ਪਾਈ ਸੀ ਸਰ, ਕਿਉਂਕਿ ਮੇਰੇ ਘਰਦਿਆਂ ਦਾ ਕੋਈ ਕਸੂਰ ਨਹੀਂ ਜੀ, ਕਿਸੇ ਦੇ ਘਰ ਦੇ ਨਹੀਂ। ਮੈਂ B ਫਾਰਮੇਸੀ ਕਰਦਾ ਹੈ। ਜਦੋਂ ਇਹਨਾਂ ਮੇਰੇ ਤੇ ਪਰਚੇ ਪਾਉਣੇ ਸ਼ੁਰੂ ਕੀਤੇ, ਇਹ ਮੇਰੇ ਐਂਟੀ ਮੇਰੇ ਗਲ ਵੀ ਪਏ ਆ, ਮੈਂ ਜਵਾਬ ਵੀ ਦਿੱਤਾ ਸਾਰਾ ਕੁਝ। ਜਦੋਂ ਇਹਨਾਂ ਦੀ ਵਾਹ ਪੇਸ਼ ਨਹੀਂ ਨਾ ਚੱਲੀ ਸਰ, ਇਹ ਮੇਰੇ ਤੇ ਪਰਚੇ ਕਰਾਉਣੇ ਸ਼ੁਰੂ ਕਰਤੇ ਇਹਨਾਂ ਨੇ, ਰਾਈਟ। ਇਹਨਾਂ ਕੀ ਕੀਤਾ ਕਿ ਸਰਜੀਤ ਚੜਕੀ ਜਿਹੜਾ ਮਖੂ, ਕੋਈ ਗੱਲ ਹੋਈ ਘਰੇ ਆਏ, 2 ਵਾਰੀ ਐਡੀਸ਼ਨਲ SHO ਪ੍ਰਭਜੀਤ ਸਿੰਘ ਨੂੰ ਕਹਿ ਕੇ ਮੇਰੇ ਘਰ ਦੇ ਕੈਮਰੇ ਤੜਵਾ ਤੇ, ਗੋਲੀਆਂ ਚੱਲਣ ਤੋਂ ਬਾਅਦ ਦੀ ਗੱਲ ਆਈ।
ਕਿ ਤੁਸੀਂ ਕੈਮਰੇ ਨਹੀਂ ਲਵਾ ਸਕਦੇ ਘਰੇ, ਕਿਉਂਕਿ ਪਹਿਲਾਂ ਮੈਨੂੰ ਕੈਮਰਿਆਂ ਚੋਂ ਹੀ ਪਤਾ ਲੱਗਾ ਸੀ ਕਿ ਇਹ ਮੇਰੇ ਗੋਲੀਆਂ ਮਾਰ ਕੇ ਗਏ ਆ, ਕਿ ਇਹ ਬੰਦੇ ਆ। ਠੀਕ ਹੈ, ਇਹਨੇ ਕੈਮਰੇ ਤੜਵਾਏ। ਬਾਅਦ ਚ ਸਰ ਜਿਹੜੇ ਧਰੂ ਨਿੰਬਲੇ ਆ, ਮੈਂ ਉਦੋਂ ਵੀ ਨਹੀਂ ਕੋਈ ਗੱਲ ਕੀਤੀ ਜੀ, ਮੈਂ ਚਲੋ ਕੋਈ ਨਹੀਂ, ਪੁੱਲ ਤੋਂ ਗੁੱਸਾ ਹੁੰਦਾ ਆ, ਕੋਈ ਗੱਲ ਨਹੀਂ। ਫਿਰ ਐਸਐਸਪੀ ਧਰੂ ਨਿੰਬਲੇ ਉਹਨਾਂ ਨੇ ਕਿ ਘਰਦਿਆਂ ਨੂੰ ਸੱਦ ਕੇ ਫਾਦਰ ਸਾਹਿਬ ਨੂੰ ਆਂਦੇ ਕਿ ਏਦਾਂ ਲੰਡੇ ਨੂੰ ਕਹੋ ਪੋਸਟ ਪਾ ਦੇ ਕਿ ਸਾਡਾ ਇਹਨਾਂ ਨਾਲ ਪ੍ਰੀਤ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ, ਤੇ ਅਸੀਂ ਤੁਹਾਡਾ ਨਹੀਂ ਵਿੱਚ ਕੋਈ ਇਨਵੋਲਵ ਕਰਦੇ ਜਾਂ ਕੋ। ਤੇ ਮੈਨੂੰ ਮੈਂ ਕਿਉਂ ਪਾਵਾਂ ਜੀ ਸਰ, ਜਦੋਂ ਮੇਰੇ ਕਰਕੇ ਅਗਲਾ ਗਿਆ ਰਾਈਟ। ਇਹਨਾਂ ਨੇ ਕੀ ਕੀਤਾ, ਫਾਦਰ ਸਾਹਿਬ ਨੂੰ ਪਰਚੇ 'ਚ ਪਾਤਾ। ਉਹ ਬਜ਼ੁਰਗ ਆ 65 ਸਾਲ ਦੇ ਸਰ, 5 ਅਟੈਕ ਹੋਏ ਆ, ਉਹ ਵੀ ਸਿਰਫ ਇਹਨਾਂ ਬੰਦਿਆਂ ਦਾ ਕਰਕੇ, ਕਿ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸੀ। ਜਦੋਂ ਮੈਂ ਜੇਲ੍ਹ ਚੋਂ ਬਾਹਰ ਆਉਂਦਾ ਸੀ, ਇਹ ਮੇਰੇ ਤੇ ਪਰਚਾ ਕੱਢ ਦਿੰਦੇ ਸੀ ਕਿ ਕਿਸ ਤਰੀਕੇ ਅੰਦਰ ਰਵੇ, ਕਿ ਮੈਨੂੰ ਮੇਰਾ ਅਕਾਲ ਪੁਰਖ ਲਿਆਉਣ ਵਾਲਾ। ਧਰੂ ਨਿੰਬਲੇ ਸਾਹਿਬ ਨੇ ਪਰਚਾ ਕੀ ਪਾਇਆ ਕਿ ਪ੍ਰੀਤ ਪਨਾਹ ਦਾ ਪਾਤਾ ਕਿ ਪ੍ਰੀਤ ਹੋਣੀ ਕਤਲ ਕਰਕੇ ਪੱਟੀਆਂ ਹਰੀਕੇ ਗਏ ਆ ਲੰਡੇ ਘਰੇ, ਉੱਥੋਂ ਇਹਦੇ ਫਾਦਰ ਨੂੰ ਨਾਲ ਲਿਆ ਆ ਤੇ ਮੋਟਰ ਤੇ ਗਏ ਤੇ ਉੱਥੇ ਪਿਸਤੌਲ ਨੱਪ ਕੇ ਆਏ ਆ, ਫਿਰ ਲੰਘੇ। ਦੱਸੋ ਸਰ, ਕੋਈ ਗੱਲ ਬਣਦੀ ਹੈ ਜੀ? ਉਹਨਾਂ ਦੇ 5 ਅਟੈਕ ਹੋਏ ਆ, ਉਹ ਤਾਂ ਇਕੱਲੇ ਉੱਠ ਕੇ ਊਂ ਨਹੀਂ ਬਾਹਰ ਜਾ ਸਕਦੇ। ਮੈਂ ਉਦੋਂ ਵੀ ਨਹੀਂ ਸਰ ਕੋਈ ਗੱਲ ਕੀਤੀ, ਮੈਂ ਚਲੋ ਕੋਈ ਗੱਲ ਨਹੀਂ। ਧੱਕਾ ਮੇਰੇ ਨਾਲ ਇੰਡੀਆ ਪਹਿਲਾਂ ਵੀ ਕਰਦੇ ਰਹੇ, ਜਦੋਂ ਮੈਂ ਉੱਥੇ ਸੀ ਮੈਨੂੰ ਚੱਕ ਚੱਕ ਕੇ ਪਰਚੇ ਪਾਉਂਦੇ ਰਹੇ, ਕਿਉਂਕਿ ਇਹਨਾਂ ਦੀ ਹੋਰ ਕੋਈ ਵਾਹ ਪੇਜ ਨਹੀਂ ਚੱਲਦੀ ਜੀ, ਮੇਰੇ ਸਾਹਮਣੇ ਆਣ ਕੇ ਨਹੀਂ ਖੜਦੇ। ਤੇ ਇਹਨਾਂ ਨੇ ਮੈਂ ਉਦੋਂ ਵੀ ਨਹੀਂ ਕੋਈ ਗੱਲ। ਫਿਰ ਜਦੋਂ ਸਰ ਇਹਨੇ ਸਰਜੀਤ ਚੜਕੀ ਨੇ ਮਖੂ ਚਕਾਇਆ ਮੇਰੇ ਮਦਰ ਨੂੰ, ਇਹਨੇ ਉਹ ਲੈਂਗੁਏਜ ਯੂਜ਼ ਕੀਤੀ ਆ ਭੱਦੀ ਕਿ ਇਹ ਬੰਦੇ ਨੇ ਕਿ ਆਂਦਾ ਤੁਸੀਂ ਤਾਂ ਏਦਾਂ ਹੀ ਡਰਦੇ ਜੇ ਖਾੜਕੂਵਾਦ ਵੇਲੇ, ਤੇ ਆਂਦਾ ਇਹ ਜਨਾਨੀਆਂ ਵੱਡੇ ਖਾੜਕੂਆਂ ਦੀਆਂ ਜਨਾਨੀਆਂ ਚੱਕ ਕੇ ਲੈ ਆਉਂਦੇ ਸੀ, ਤੇ ਬਾਅਦ ਚੋਂ ਆਂਦਾ ਆਪੇ ਪੈਰੀਂ ਹੱਥ ਲਾਉਂਦੇ ਕਿ ਨਹੀਂ ਸਰ ਅਸੀਂ ਖਾੜਕੂ, ਅਸੀਂ ਥੋੜਾ ਜਿਹਾ ਇਹ ਬਣਾਉਣ ਦੇ ਆ ਜੀ। ਸਾਨੂੰ ਤਾਂ ਪਤਾ ਵੀ ਨਹੀਂ ਕਿ ਇਹਦਾ ਜਿਹੜਾ ਇਹਨਾਂ ਵਧਾਵਾ ਸਿੰਘ ਦਾ ਨਾਂ ਲਿਆ ਕਿ ਉਹਨਾਂ ਨਾਲ ਵੀ ਸੰਪਰਕ ਹਨ, ਸਵਾਏ ਦਿਲਪ੍ਰੀਤ ਤੇ ਰਹਿੰਦੇ ਤੋਂ ਮੇਰਾ ਕਿਸੇ ਨਾਲ ਵੀ ਪੰਜਾਬ ਦੇ ਕਿਸੇ ਵੀ ਗੈਂਗਸਟਰ ਨਾਲ ਕਦੀ ਗੱਲ ਹੁੰਦੀ ਹੋਵੇ ਜਾਂ ਮੈਂ ਕਿਸੇ ਨੂੰ ਮਿਲਿਆ ਵਾਂ, ਉਹ ਵੀ ਇਹਨਾਂ ਨੂੰ ਤਾਂ ਮਿਲਿਆ ਕਿ ਮੈਂ ਕਪੂਰਥਲੇ ਜੇਲ੍ਹ 'ਚ, ਇਹ ਮੇਰੇ ਤੇ ਨਾ ਪਰਚਾ ਪਾਉਂਦੇ ਮੋਟਰ ਤੋਂ ਚੱਕ ਕੇ, ਨਾ ਮੈਂ ਕਪੂਰਥਲੇ ਜਾਂਦਾ, ਨਾ ਇੱਥੋਂ ਤੱਕ ਗੱਲ ਆਉਂਦੀ। ਫਿਰ ਵੀ ਜੇ ਪੁਲਿਸ ਸਾਹਿਬ ਦੀ ਬਹਾਦਰੀ ਦਿਖਾਉਂਦੀ, ਉਹਨਾਂ ਨੂੰ ਮੋਟਰ ਤੇ ਫੜ ਲੈਂਦੀ, ਠੀਕ ਆ, ਕ੍ਰਾਸ ਫਾਇਰਿੰਗ ਹੀ ਹੋ ਜਾਂਦੀ ਵੱਡੀ ਗੱਲ, ਤੇ ਫਿਰ ਵੀ ਇੱਥੋਂ ਤੱਕ ਗੱਲ ਨਹੀਂ ਹੋਣੀ ਸਰ। ਮੈਂ ਤਾਂ ਵੀ ਨਹੀਂ ਇਹਨਾਂ ਨੂੰ ਕੋਈ ਗੱਲ। ਲੇਕਿਨ ਦੇਖੋ ਲਖਵੀਰ, ਇਹ ਤਾਂ ਮੰਨੋ ਨਾ ਵੀ ਤੁਸੀਂ ਗੈਂਗਸਟਰਾਂ ਨੂੰ ਠਹਿਰ ਦਿੱਤੀ। ਇਹ ਜਿਸ ਟਾਈਮ ਦੀ ਤੁਸੀਂ ਗੱਲ ਕਰ ਰਹੇ ਹੋ, ਸ਼ਾਇਦ ਲੋਕਾਂ ਨੂੰ ਰਿੰਦੇ ਸੰਧੂ ਬਾਰੇ ਉਹਨਾਂ ਨਹੀਂ ਪਤਾ ਸੀ, ਦਿਲਪ੍ਰੀਤ ਬਾਬੇ ਬਾਰੇ ਵੀ ਉਹਨਾਂ ਨਹੀਂ ਪਤਾ ਸੀ। ਇਹ ਸ਼ੁਰੂਆਤੀ ਸਟੇਜ ਦੀ ਗੱਲ ਹੈ, ਤਾਂ ਹੀ ਕਰਕੇ ਪੁਲਿਸ ਪਛਾਣ ਨਹੀਂ ਨਾ ਪਾਈ। ਲੇਕਿਨ ਤੁਸੀਂ ਠਹਿਰ ਦਿੰਦੇ ਹੋ, ਪਨਾਹ ਦਿੰਦੇ ਹੋ, ਤਾਂ ਫਿਰ ਪਰਚਾ ਤਾਂ ਤੁਹਾਡੇ ਤੇ ਪਏਗਾ ਨਾ। ਤੁਸੀਂ ਕਿਵੇਂ ਕਹਿ ਸਕਦੇ ਵੀ ਤੁਸੀਂ ਠਹਿਰ ਵੀ ਦਿਓ ਕ੍ਰਿਮੀਨਲਸ ਨੂੰ ਤੇ ਤੁਹਾਡਾ ਤਾਂ ਕੋਈ ਐਕਸ਼ਨ ਵੀ ਨਾ ਆਵੇ? ਸਰ ਜਿਹੜਾ ਮੈਂ ਕਸੂਰ ਕੀਤਾ, ਮੈਨੂੰ ਤਾਂ 10 ਸਾਲ ਇਹਨਾਂ ਧੱਕਾ ਕੀਤਾ ਜੀ। ਜਦੋਂ ਕਾਂਗਰਸ ਦੀ ਸਰਕਾਰ ਆਈ ਆ, ਮੈਂ ਗਿੱਲ ਸਾਹਿਬ ਨੂੰ ਜਾ ਕੇ ਮਿਲਿਆ ਆ, ਮੈਂ ਉਹਨਾਂ ਨੂੰ ਇੱਕੋ ਗੱਲ ਆਖੀ, ਮੈਂ ਗਿੱਲ ਸਾਹਿਬ ਮੈਂ ਜਿੰਨੀਆਂ ਵੀ ਵੋਟਾਂ ਹੋ ਸਕੀਆਂ ਵੱਧ ਤੋਂ ਵੱਧ ਪਾਉਂ, ਪਰ ਜਿੱਥੇ ਮੇਰਾ ਕਸੂਰ ਹੋਇਆ ਮੇਰੇ ਤੇ ਪਰਚਾ ਘਟਾ ਦਿਓ, ਮੇਰੇ ਮਗਰ ਫੋਨ ਨਾ ਕਰਿਓ, ਪਰ ਇਹ ਨਹੀਂ ਕਿ ਮੈਨੂੰ ਘਰੋਂ ਸੱਦ ਕੇ ਥਾਣੇ ਤੇ ਪਰਚਾ ਕੱਢ ਦੇਣ ਤੇ ਤੁਸੀਂ ਮੇਰੀ ਕੋਈ ਸੁਣਵਾਈ ਨਾ ਕਰੋ, ਕਿਉਂਕਿ ਇਹ ਨਹੀਂ ਕਰਦੇ ਸਰ। ਕਿਸੇ ਤੋਂ ਵੀ ਜਿੱਥੇ ਮਰਜ਼ੀ ਚਲ ਜਾਓ, ਭਾਵੇਂ ਬਾਹਰੋਂ ਕਿਸੇ ਕਾਲੀ ਦਾ, ਭਾਵੇਂ ਸੁਖਬੀਰ ਬਾਦਲ ਦਾ ਫੋਨ ਕਰਾ ਲਓ ਜੀ, ਬੀਬਾ ਬਾਦਲ ਉਹ ਸਿੱਧਾ ਐਸਐਸਪੀ ਕਹਿੰਦਾ ਹੁੰਦਾ ਹੈ ਕਿ ਬੀਬਾ ਜੀ ਦਾ ਫੋਨ ਕਰਾਓ। ਭਾਜੀ ਬੀਬਾ ਜੀ ਨੇ ਆਖਿਆ ਕਿ ਮੇਰੇ ਤੋਂ ਬਗੈਰ ਕਿਸੇ ਦੀ ਸੁਣਨੀ ਨਹੀਂ, ਤੇ ਕਿੱਥੇ ਜਾਂਦੇ ਫਿਰ? ਕਾਂਗਰਸ 'ਚ ਹੀ ਹੋਣਾ। ਮੈਂ ਇੱਕ ਗੱਲ ਹਰਮਿੰਦਰ ਗਿੱਲ ਜੀ ਨੂੰ ਇਹ ਗੱਲ ਆਖੀ, ਮੈਂ ਸਰ ਮੇਰੇ ਨਾਲ ਨਜਾਇਜ਼ ਨਾ ਹੋਵੇ, ਜੋ ਮੈਂ ਕਰੂੰਗਾ ਉਹ ਮੇਰੇ ਤੇ ਪਰਚਾ ਕੱਢ ਦਿਓ ਜੀ, ਕੋਈ ਗੱਲ ਨਹੀਂ ਸਰ। ਹੁਣ ਇਹ ਆਂਦੇ ਲੋਕੀ ਸਮਾਨ ਵੇਚਦੇ, ਕੀ ਕਰਨਾ ਮੁੰਡੇ, ਇਹ ਚੁੱਕਦੇ ਆ, ਕੁੱਟਦੇ ਆ, ਮਾਰਦੇ ਆ, ਠੀਕ ਆ, ਤੇ ਉਹਨਾਂ ਦੇ ਸਮਾਨ ਦਾ ਪਰਚਾ ਪਾ ਦਿੰਦੇ ਜੀ, ਜਿਨ੍ਹਾਂ ਨਾਲ ਲਾਗ ਡਾਟ ਹੁੰਦੀ। ਹੁਣ ਅਗਲੇ ਨੂੰ ਪਤਾ ਆ ਜਦੋਂ ਮੈਂ ਬਾਹਰ ਆਇਆ ਨਾ ਫੇਰ ਪਾਉਣਾ, ਉਸ ਤੋਂ ਚੰਗਾ ਵੇਚ ਕੇ ਚਲ ਜਾਓ, ਕਿ ਅੰਦਰ ਜੇਲ੍ਹ 'ਚ ਤਾਂ ਖਾਣ ਜੋਗੇ ਕੋ ਪੈਸੇ ਹੋਣਗੇ। ਇਹ ਆਪ ਸਾਰਾ ਕੁਝ ਕਰਾਉਂਦੇ ਆ ਜੀ। ਮੈਂ ਹੁਣ ਉਹਨਾਂ ਨੂੰ ਰੱਖਿਆ ਜੀ, ਮੈਨੂੰ ਵੀ ਨਹੀਂ ਪਤਾ ਸਰ ਇਹਨਾਂ, ਕਿਉਂਕਿ ਮੈਂ ਉਹਨਾਂ ਨੂੰ ਸਿਰਫ 3 ਮਹੀਨੇ 4 ਮਹੀਨੇ ਜੇਲ੍ਹ 'ਚ ਹੀ ਰਿਹਾ ਕਪੂਰਥਲੇ, ਉਹਨਾਂ ਨਾਲ ਇੱਕੋ ਚੱਕੀ 'ਚ। ਉਹ ਬਾਹਰ ਆਏ, ਆਪਾਂ ਰੱਖਿਆ ਜੀ, ਆਪਾਂ ਨਾ ਨਹੀਂ ਕਰ ਸਕਦੇ। ਹੁਣ ਮੇਰਾ ਉਹ ਕਸੂਰ, ਇਹ ਬਾਅਦ ਚੋਂ ਹੁਣ ਪੁਲਿਸ ਵਾਲਿਆਂ ਕੋਲੋਂ ਭੱਜੇ ਦਿਲਪ੍ਰੀਤ ਬਾਬੇ ਹੋਣੀ ਆ, ਪਿਸਤੌਲ ਗੁੱਸਾ ਮੇਰੇ ਤੇ ਕੱਢਣ ਨੂੰ ਫਿਰਦੇ ਸੀ ਕਿ ਇਹਨੂੰ ਫੜ ਕੇ ਐਨਕਾਊਂਟਰ ਕਰੀਏ, ਕਿਉਂਕਿ ਪਹਿਲੋਂ ਇਹਨਾਂ ਨੇ ਮੈਨੂੰ ਜੇਲ੍ਹਾਂ 'ਚ ਪਾ ਪੂ ਕੇ ਵੇਖ ਲਿਆ। ਚਲੋ ਮੇਰਾ ਅਕਾਲ ਪੁਰਖ ਮੈਨੂੰ ਲੈ ਆਉਂਦਾ ਰਿਹਾ ਬਾਹਰ, ਜੇਲ੍ਹਾਂ ਜ਼ਮਾਨਤ ਹੋ ਜਾਂਦੀ ਰਹੀ। ਅੱਛਾ, ਇੱਕ ਹੋਰ ਚੀਜ਼ ਦੱਸੋ, ਮੈਨੂੰ ਸਮਝਾਓ ਥੋੜੀ ਜਿਹੀ, ਜਿਹੜੀ ਕਿ ਮੈਂ ਜਾਣਨਾ ਚਾਹ ਰਿਹਾ ਵੀ ਇਸ ਤਰੀਕੇ ਨਾਲ ਜਦੋਂ ਇਹ ਲੋਕ ਆਪਰੇਟ ਕਰਦੇ ਨੇ, ਏਜੰਸੀਆਂ ਜਦੋਂ ਆਪਰੇਟ ਕਰਦੇ ਨੇ, ਮੈਂ ISI ਦੀ ਗੱਲ ਕਰ ਰਿਹਾ, ਬੱਬਰ ਖਾਲਸਾ ਦੀ ਗੱਲ ਕਰ ਰਿਹਾ। ਦੇਖੋ ਹੁਣ ਟਾਰਗੇਟਡ ਕਿਲਿੰਗਸ 16 ਹੋਈਆਂ ਪੰਜਾਬ 'ਚ ਇੰਨੀਆਂ ਜ਼ਿਆਦਾ,
ਮਾਰਨ ਵਾਲਾ ਜਿਹੜਾ ਹੈਗਾ ਛੋਟਾ ਮੋਟਾ ਕ੍ਰਿਮੀਨਲ ਹੈ, ਸ਼ੂਟਰ ਹਾਇਰ ਕਰ ਲਏ, ਥੋੜੇ ਜਿਹੇ ਪੈਸੇ ਦਿੱਤੇ, ਮੁੰਡਿਆਂ ਤੋਂ ਵਾਰਦਾਤਾਂ ਕਰਾਤੀਆਂ, ਹਿਟਸ ਕਰਾਤੀਆਂ। ਸੋ ਇਹ ਪੋਸੀਬਲ ਹੈ ਵੀ ਕਿਉਂਕਿ ਤੁਸੀਂ ਅਪਰਾਧੀਆਂ ਦੇ ਨਾਲ ਇਨਵੋਲਵ ਰਹੇ ਹੋ, ਪਹਿਲਾਂ ਨਹੀਂ ਸੀਗੇ। ਚਲੋ ਤੁਸੀਂ ਕਹਿੰਦੇ ਪਹਿਲਾਂ ਤੁਹਾਨੂੰ ਧੱਕੇ ਨਾਲ ਪੁਲਿਸ ਨੇ ਇਸ ਪੂਰੇ ਦੇ ਕੰਮ 'ਚ ਪਾਤਾ, ਲੇਕਿਨ ਕੈਨੇਡਾ ਤੋਂ ਬੈਠ ਕੇ ਤੁਹਾਡੇ ਕੋਲ ਇਹ ਸਮਰੱਥਾ ਹੈ ਕਿ ਤੁਸੀਂ ਕਦੇ ਵੀ ਕਿਸੇ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿਓ, ਕਿਸੇ ਪੈਟਰੋਲ ਸਟੇਸ਼ਨ ਦੇ ਮਾਲਕ ਨੂੰ ਫੜਕਾ ਦਿਓ, ਧਮਕਾ ਦਿਓ, ਮਰਡਰ ਜਿਹੜੇ ਅਮਨਦੀਪ ਫੌਜੀ ਤੇ ਪ੍ਰਭਜੀਤ ਦੇ ਹੁੰਦੇ ਨੇ, ਚਾਹੇ ਕੋਈ ਵੀ ਰੰਜਿਸ਼ ਸੀ, ਉਹ ਕਰਾ ਦਿਓ। ਜਦੋਂ ਤੁਸੀਂ ਇਹਨਾਂ ਗਤੀਵਿਧੀਆਂ 'ਚ ਇਨਵੋਲਵ ਹੋ ਤਾਂ ਇਹ ਤਾਂ ਸੰਭਵ ਹੈ ਕਿ ਬੱਬਰ ਖਾਲਸਾ ਜਾਂ ਫਿਰ ISI ਨੇ ਵਰਤ ਕੇ ਤੁਹਾਡੇ ਮੋਡਿਊਲ ਨੂੰ ਵਰਤਿਆ। ਜਿੰਨੇ ਵੀ ਬੰਦੇ ਪੁਲਿਸ ਦੇ ਨਾਲ ਲਏ ਨੇ, ਇਹ ਸਾਰੇ ਤੁਹਾਨੂੰ ਜਾਣਦੇ ਨੇ, ਸੋ ਤੁਹਾਡੀ ਵਰਤੋਂ ਵੀ ਤਾਂ ਕੀਤੀ ਗਈ ਹੋ ਸਕਦੀ ਹੈ ਨਾ, ਤੁਸੀਂ ਵਰਤੇ ਗਏ। ਜਾਣਦੇ ਤਾਂ ਮੈਨੂੰ ਸਾਰੇ ਪੰਜਾਬ 'ਚ ਹੀ ਹੁਣ, ਇਹ ਥੋੜਾ ਕਿ ਕੋਈ ਜਾਣਦਾ ਆ ਤੇ ਮੈਂ ਉਹਨਾਂ ਨਾਲ ਰਲ ਕੇ ਵਾਰਦਾਤਾਂ ਕਰਨ ਦਿਆ ਜੀ। ਸਾਰੀਆਂ ਜੇਲ੍ਹਾਂ ਇਹਨਾਂ ਘਟਾਈਆਂ ਸਰ ਮੇਰੇ ਤੋਂ, ਚੰਡੀਗੜ੍ਹ, ਫਰੀਦਕੋਟ, ਮੋਗਾ, ਕਪੂਰਥਲਾ, ਰਾਈਟ, ਪੱਟੀ, ਅੰਮ੍ਰਿਤਸਰ। ਤੇ ਹੁਣ ਤੁਸੀਂ ਜੇਲ੍ਹ 'ਚ ਜਾਓਗੇ ਸਰ, ਤੁਹਾਨੂੰ ਉੱਥੇ ਹਰ ਜਾਤ ਦਾ, ਹਰ ਭਾਂਤ ਦਾ ਬੰਦਾ ਮਿਲਣਾ ਆ, ਤੁਹਾਡੇ ਟੱਚ 'ਚ ਆਉਣਾ ਆ। ਏਦਾਂ ਸਰ ਉਹ ਫਿਰ ਮੈਂ ਕਤਲ ਕਰਾਉਂ ਬਾਹਰ ਵੀ ਕਰਾ ਸਕਦਾ ਜੀ ਸਾਰਾ ਕੁਝ। ਹੁਣ ਇਹਨਾਂ ਨੂੰ ਤਾਂ ਲੱਗਦਾ ਇਹ ਗੋਲੀਆਂ ਇਸੇ ਭਲੇਖੇ 'ਚ ਮਾਰ ਕੇ ਆਏ ਕਿ ਮੈਂ ਇਹ ਫੌਜੀ ਹੋਣੀ ਮੇਰੇ ਨਾਲ ਰਹਿੰਦੇ ਸੀ, ਠੀਕ ਹੈ। ਇਹ 3 ਸਾਲ ਮੇਰੇ ਨਾਲ ਰਹੇ ਆ ਜੀ। ਜਿੱਦਣ ਇਹਨਾਂ ਨੂੰ ਲੰਮੇ ਪੱਟੀ ਨੇ ਇਹਨਾਂ ਤੋਂ ਰਫਲਾ ਰੁਫਲਾ ਖੋਈਆਂ ਨਾ, ਉਹ ਤੋਂ ਬਾਅਦ ਚੋਂ ਮੋਟਰ ਤੇ ਆਪ ਆਏ ਸੀ ਜਿੱਦਣ ਪ੍ਰਧਾਨਗੀ ਦਾ ਕੋਈ, ਉਹ ਤੋਂ ਬਾਅਦ ਚੋਂ ਮੇਰੇ ਨਾਲ ਰਹਿਣ ਲੱਗ ਪਏ। ਮੇਰੇ ਐਂਟੀਆਂ ਨੂੰ ਮਿਲਦੇ ਨਹੀਂ ਹੁੰਦੇ। ਜਿੱਦਣ ਮੈਂ ਬਾਹਰ ਆਇਆ, ਇਹ ਸਾਰੇ ਤਰਨਤਾਰਨ ਵਾਲੇ, ਸ਼ੇਰੋਂ ਵਾਲੇ, ਜਿੰਨੇ ਵੀ ਮੁੰਡੇ ਹੁਣ ਗੋਲੀਆਂ ਚਲਾ ਕੇ ਆਏ, ਮੇਰੇ ਐਂਟੀਆਂ ਨਾਲ ਇਕੱਠੇ ਹੋ ਗਏ ਕਿ ਇਹਨਾਂ ਨੂੰ ਇਹ ਬਾਹਰ ਚਲ ਗਿਆ, ਕੋਈ ਗੱਲ ਨਹੀਂ। ਮੈਂ ਇਹਨੂੰ ਫੌਜੀ ਨੂੰ ਇਹ ਗੱਲ ਆਖੀ, ਮੈਂ ਫੌਜੀ ਮੇਰੇ ਐਂਟੀ ਰਹਿਣੇ ਆ ਕਿ ਮੇਰੀ ਮਾੜੀ ਨਾ ਕਰੀ, ਉਦਾਂ ਜੋ ਮਰਜ਼ੀ ਕਰ ਲਈ। ਤੇ ਇਹਨਾਂ ਸਰ ਮੇਰੇ ਘਰ ਤੇ ਗੋਲੀਆਂ ਚਲਾਈਆਂ। ਜੇ ਉਹ ਮੇਰਾ ਭਰਾ, ਜਿਵੇਂ ਮੇਰੀ ਮਾਤਾ ਕੱਲੀ ਹੀ ਸਰ ਉਦਣ ਘਰੇ, ਮੇਰਾ ਬਾਪੂ ਡੈਡੀ ਮੇਰੇ ਦਾਖਲ ਹੀ ਆ ਅੰਮ੍ਰਿਤਸਰ ਹਸਪੀਟਲ। ਜੇ ਮੇਰੀ ਮਾਤਾ ਦੇ ਗੋਲੀ ਵੱਜ ਜਾਂਦੀ, ਸ਼ੋਕੇਸ ਤੱਕ ਗੋਲੀਆਂ ਲੱਗੀਆਂ ਅੰਦਰ, ਤੇ ਮੈਂ ਤਾਂ ਫਿਰ ਉਹਦਾ ਜਿਉਂਦੇ ਜੀ ਮਰ ਗਿਆ ਸੀ। ਮੈਂ ਤਾਂ ਉਹਨਾਂ ਨੂੰ ਮੋਢਾ ਦੇਣ ਜੋਗਾ ਵੀ ਨਹੀਂ। ਇਹਨਾਂ ਨੂੰ ਤਾਂ ਫਿਰ ਉੱਥੇ 100 ਬੰਦਾ ਸੀ ਮੋਢਾ ਦੇਣ ਵਾਲਾ, ਰੋਣ ਵਾਲਾ। ਫਿਰ ਜੇ ਅੱਜ ਮੈਂ ਇਹਨਾਂ ਦਾ ਅੱਜ ਨਾ ਰੋਕਦਾ ਸਰ, ਘਰ ਦੇ ਬਾਹਰ ਨਾ ਰੋਕਦਾ, ਕੱਲ ਨੂੰ ਇਹਨਾਂ ਘਰਾਂ ਦੇ ਅੰਦਰ ਵੜਨਾ ਸੀ। ਫਿਰ ਸਾਡੀਆਂ ਜਨਾਨੀਆਂ ਆ। ਹੁਣ ਸਰਜੀਤ ਚੜਕੀ ਨੇ ਇਹ ਗੱਲ ਆਖੀ ਸੀ ਮਖੂ ਕਿ ਇਹਦੇ ਆਂਦਾ ਮਦਰ ਦੇ ਆਂਦਾ ਵਾਲ ਪੁੱਟੋ ਤੇ ਇਹਨੂੰ ਵੀਡੀਓ ਬਣਾ ਕੇ ਭੇਜੋ, ਇਹਨੂੰ ਫਿਰ ਲੱਗੂਗਾ ਪਤਾ। ਹੁਣ ਸਰ ਤੁਹਾਨੂੰ ਕੀ ਲੱਗਦਾ ਆ ਕਿ ਸਾਨੂੰ ਇਹ ਗੱਲਾਂ ਦਾ ਪਤਾ ਨਹੀਂ ਜਾਂ ਮੈਨੂੰ ਪਤਾ ਨਹੀਂ? ਹੁਣ ਜਿਹੜਾ ਮੇਰੇ ਮਾਪਿਓ ਨੂੰ ਹੱਥ ਪਾਉਣ ਦਿਆ ਤੇ ਸਰ ਉਹਦੇ ਵਾਸਤੇ ਤੇ ਫਿਰ ਭਾਵੇਂ ਮੈਨੂੰ ਜਿਹੜੀ ਮਰਜ਼ੀ ਹੱਦ ਤੱਕ ਜਾਣਾ ਪਵੇ। ਇਹਨੇ ਸਰਜੀਤ ਚੜਕੀ ਨੇ ਆਪਦੀ ਕੁੜੀ ਮਾਰੀ ਹੈ ਜੀ ਯੂਪੀ ਚੱਕ ਕੇ, ਪੁਲਿਸ ਜਾਏ। ਇਹਦੀ ਕੁੜੀ ਭੱਜ ਗਈ ਸੀ ਲਵ ਮੈਰਿਜ ਕਰਾ ਕੇ, ਇਹਨੇ ਯੂਪੀ ਜਾ ਕੇ ਉਹਨੂੰ ਕੁੜੀ ਨੂੰ ਫੜ ਕੇ ਉਹਦਾ ਮਰਡਰ ਕੀਤਾ ਆ ਕੁੜੀ ਦਾ। ਕੀ ਗੱਲ ਇਹਨਾਂ ਤੇ ਕੇਸ ਨਹੀਂ ਪੈਂਦਾ? ਪੰਮਾ ਸੀਏ ਸਟਾਫ ਵਾਲਾ ਜਿਹੜਾ, ਉਹ ਬੰਦੇ ਨੂੰ ਸੁਖਬੀਰ ਬਾਦਲ ਮੈਡਲ ਪਾ ਕੇ ਗਿਆ। ਤੇ ਮੈਡਲ ਪਤਾ ਕਿਹੜੇ ਬੰਦੇ ਨੂੰ ਪਾ ਕੇ ਗਿਆ ਜੀ? ਜਿਨੇ ਅੱਜ ਤੱਕ ਪਤਾ ਨਹੀਂ ਕਿੰਨੇ ਕੁ ਮੁੰਡੇ ਮਾਰੇ ਆ ਜੀ, ਕਿੰਨੇ ਕੁ ਮੁੰਡੇ। ਮਾਹੀ ਰਿਜ਼ੋਰਟ ਪੱਟੀ ਐਨਕਾਊਂਟਰ ਹੋਇਆ ਸੀ, ਮੁੰਡਿਆਂ ਨਾਲ ਗੋਲੀ ਚੱਲੀ ਸੀ, ਮੁੰਡਿਆਂ ਤੋਂ ਗੋਲੀਆਂ ਮੁੱਕ ਗਈਆਂ, 2 ਮੁੰਡੇ ਬਾਹਰ ਹੀ ਹੱਥ ਖੜੇ ਕਰਕੇ ਆ ਗਏ ਇਹਨਾਂ ਕੋਲ। ਤੇ ਇਹ ਉਦੋਂ ਪੱਟੀ ਸੀਏ ਸਟਾਫ ਹੀ ਪੰਮਾ, ਰਾਈਟ। ਇਹਨੇ ਉਹ ਮੁੰਡਿਆਂ ਨੂੰ ਫੜ ਕੇ ਲੱਤਾਂ ਬਾਹਾਂ ਦੋਵਾਂ ਜਾਣਿਆਂ ਦੀਆਂ, ਜਿਹੜੇ ਬਾਹਰ 3 ਅੰਦਰ ਸੀ, ਜਿਹੜੇ ਬਾਹਰ ਹੀ, ਉਹਨਾਂ ਦੀਆਂ ਲੱਤਾਂ ਬਾਹਾਂ ਫੜ ਕੇ ਇਹਨੇ ਉਹਦੇ ਨਲਾਂ 'ਚ ਬ੍ਰੈਸਟ ਮਾਰਿਆ SLR ਦੇ। ਤੇ ਇੱਕ ਮੁੰਡਾ ਮਰ ਗਿਆ ਸੀ, ਇੱਕ ਹਜੇ ਵੀ ਜਿੰਦਾ ਜਾਗਦਾ ਸਬੂਤ ਆ ਗੋਂਦਵਾਲ ਜੇਲ੍ਹ 'ਚ। ਉਹਦੇ ਢਿੱਡ 'ਚ ਗੋਲੀ ਲੱਗੀ, ਇੱਕ ਵੱਖੀ ਤੇ ਕਢਾਉਣ ਨਹੀਂ ਦਿੰਦੇ, ਨਾ ਐਪਲੀਕੇਸ਼ਨ ਲਾਉਣ ਦਿੰਦੇ ਆ। ਇੱਕ ਮੁੰਡਾ, ਇੱਕ ਪਹਿਲੋਂ ਹੀ ਜੇਲ੍ਹ 'ਚ ਫਾਹ ਲੈ ਕੇ ਮਰ ਗਿਆ ਜੀ ਗੋਲੀ ਦੁੱਖੋਂ ਹੀ। ਸਿਰਫ ਇਹ ਕਿਹਦਾ ਕਿ ਇਹਨੇ ਕਿਹਾ ਕਿ ਨਹੀਂ ਇਹਨਾਂ ਨੂੰ ਆਂਦਾ ਰੱਖੋ, ਇਹ ਇਹਨਾਂ ਨੂੰ ਕਿੱਦਾਂ ਪਤਾ ਲੱਗੇ ਕਿ ਪੁਲਿਸ ਤੇ ਗੋਲੀ ਚਲਾਈ ਦੀ ਆ। ਆ ਮਹਿਣੇ ਥਾਣੇ ਆ ਸਰ ਇਸ ਵੇਲੇ ਤੇ ਪਰਸੋਂ ਚੌਥ ਵੀ ਚੁੱਕ ਕੇ ਇੱਕ ਬੰਦਾ ਇਹਨਾਂ ਨੇ ਮਾਰਿਆ ਆ ਮਹਿਣੇ ਥਾਣੇ, ਪੰਮੇ ਸੀਏ ਸਟਾਫ ਵਾਲੇ ਨੇ। ਇਹਦੇ ਤੇ ਪਰਚਾ ਹੋਇਆ ਸੀ, ਪੱਟੀ ਜੇਲ੍ਹ 'ਚ ਰਹਿ ਗਿਆ ਆ, ਬਹਾਲ ਹੋ ਕੇ ਦੁਬਾਰਾ ਲੱਗਾ ਆ ਜੀ ਉੱਥੇ ਸੀਏ ਸਟਾਫ 'ਚ। ਤੇ ਤੁਸੀਂ ਦੱਸੋ, ਭਾਵੇਂ ਸਰਕਾਰ 5 ਸਾਲ ਲੰਘ ਗਈ, ਹੁਣ ਆ ਗਈ ਆਮ ਆਦਮੀ ਦੀ ਸਰਕਾਰ, ਰਾਈਟ। 10 ਸਾਲ ਪਹਿਲੋਂ ਅਕਾਲੀਆਂ ਦੀ ਸੀ। ਤੇ ਜਿਹੜੇ ਬੰਦੇ ਨੂੰ ਸੁਖਬੀਰ ਬਾਦਲ ਮੈਡਲ ਪਾ ਕੇ ਗਿਆ ਹੋਵੇ ਬੈਸਟ ਆਫੀਸਰ ਦਾ, ਤੇ ਉਹ ਤੁਸੀਂ ਦੱਸੋ, ਭਾਵੇਂ ਕਾਂਗਰਸ ਦੀ ਸਰਕਾਰ ਹੋਵੇ, ਜਿਹਦੀ ਮਰਜ਼ੀ ਸਰਕਾਰ ਹੋਵੇ, ਉਹ ਹੋਰ ਕਿਸੇ ਬੰਦੇ ਦੀ ਸੁਣੂਗਾ ਜਿਹ ਤੋਂ ਉਹਨੇ 10 ਸਾਲ ਪੈਸਾ ਬਣਾਇਆ ਹੋਵੇ? ਅੱਜ ਵੀ ਚਲੋ ਇਹ ਗੱਲਾਂ ਤਾਂ ਚਲੋ ਪੋਲੀਟੀਕਲ ਹੈਗੀਆਂ ਨਾ, ਠੀਕ ਹੋ ਸਕਦਾ ਤੁਹਾਡੀ ਗੱਲ, ਮੈਂ ਨਹੀਂ ਕਹਿੰਦਾ। ਐਟ ਦ ਸੇਮ ਟਾਈਮ ਮੈਂ ਵੀ ਕਹਿਦਾ ਨਾ ਵੀ ਜਿਹੜੀਆਂ ਗੱਲਾਂ ਤੁਸੀਂ ਵਿਅਕਤੀ ਵਿਸ਼ੇਸ਼, ਜਿਵੇਂ ਤੁਸੀਂ ਪੁਲਿਸ ਅਫਸਰ ਦੀ ਗੱਲ ਕਰ ਰਹੇ ਹੋ, ਮਤਲਬ ਆ ਚੈਨਲ ਜਾਂ ਮੈਂ ਨਹੀਂ ਸਬਸਕ੍ਰਾਈਬ ਕਰਦਾ, ਕਿਉਂਕਿ ਮੈਂ ਤੁਹਾਡੀ ਗੱਲਾਂ ਦੀ ਆਥੈਂਟਿਸਿਟੀ ਨੂੰ ਹਮੇਸ਼ਾ ਕੁਐਸਚਨ ਮਾਰ ਕੇ ਸਵਾਲਾਂ ਦੇ ਦਾਇਰੇ 'ਚ ਰੱਖਾਂਗਾ। ਲੇਕਿਨ ਮੈਨੂੰ ਇਹ ਹੁਣ ਸਮਝਾਓ, ਜਿਵੇਂ ਮੈਂ ਪਹਿਲਾਂ ਸਵਾਲ ਕੀਤਾ ਕਿ ਇਹ ਤਾਂ ਸੰਭਵ ਹੈ ਕਿ ਤੁਹਾਡੇ ਲੋਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ,
ਤੁਹਾਡੇ ਨਾਲ ਜੋ ਹੋਇਆ, ਤੁਹਾਡੇ ਮਨ ਦੇ ਵਿੱਚ ਜਿਹੜਾ ਗੁੱਸਾ ਹੈ, ਇੱਕ ਬਦਲਾ ਲੈਣ ਦੀ ਭਾਵਨਾ ਹੈ, ਪੋਸਟਾਂ ਤੁਸੀਂ ਪੁਲਿਸ ਦੇ ਖਿਲਾਫ ਪਾ ਰਹੇ ਹੋ, ਹਰ ਚੀਜ਼ ਉਹ ਵੇਰੀਏਬਲ ਹੈ, ਲੇਕਿਨ ਇਸ ਦੇ ਬਾਅਦ ਤੁਸੀਂ ਇਹ ਵਾਰਦਾਤ ਨੂੰ ਮੰਨ ਨਹੀਂ ਰਹੇ ਹੋ ਵੀ ਇਹ ਤੁਸੀਂ ਅੰਜਾਮ ਦਵਾਈ, ਜਦ ਕਿ ਪੁਲਿਸ ਪੂਰੀ ਦੀ ਪੂਰੀ ਕੜੀ ਜੋੜ ਕੇ ਬੈਠੀ ਹੈ। ਮੈਂ ਮੋਹਾਲੀ ਵਾਲੇ ਬਲਾਸਟ 'ਚ ਜਿੱਦਣ ਤੱਕ ਨਿਊਜ਼ ਆਉਂਦੀ ਹੈ ਨਾ, ਨਿਊਜ਼ ਆਉਣ ਤੱਕ ਮੈਨੂੰ ਕੁਝ ਨਹੀਂ ਪਤਾ। ਜੇ ਮੇਰਾ 1% ਵੀ ਲਿੰਕ ਹੋਵੇ ਨਾ, ਜੋ ਮਰਜ਼ੀ, ਨਾ ਮੈਨੂੰ ਪਤਾ ਸੀ, ਠੀਕ ਆ। ਮੈਨੂੰ ਜਿੱਦਣ ਨਿਊਜ਼ ਆਈ ਆ, ਮੇਰਾ ਨਾਂ ਜੁੜਿਆ, ਮੈਨੂੰ ਉਦੋਂ ਪਤਾ ਲੱਗਾ ਕਿ ਫਿਰ ਮੈਨੂੰ ਪਤਾ ਹੁਣ ਜਗਦੀਪ ਕੰਗ ਹੀ ਸਰ, ਉਹਨੂੰ ਉਹ 2 ਮਹੀਨੇ ਹੋ ਗਏ ਉਹ ਤੇ ਨਿਗਾਹ ਰੱਖੀ ਫਿਰਦੇ ਸੀ, ਕਿਉਂਕਿ ਇਹਨਾਂ ਨੂੰ ਪਤਾ ਸੀ ਇਹ ਕੋਈ ਕੁਝ ਬੰਦੇ ਹੀ ਪੈਸੇ ਪੂਹੇ ਮੰਗਦੇ ਸੀ ਇਹਨਾਂ ਤੋਂ, ਗਾਣੇ ਦੇ ਦੋ, ਜੇ ਦੇ ਦੋ, ਕਿ ਮੈਂ ਲੈਣ ਨਹੀਂ ਦਿੱਤੇ ਜੀ ਭਰਾ ਸਰ। ਉਹਦੇ ਉਦਾਂ ਹੀ ਭਾਈ ਫੇਰ ਕਰਕੇ ਗਾਂ ਉਹਦੇ ਰਿਸ਼ਤੇਦਾਰਾਂ ਦਾ ਨਾਂ ਲਿਖ ਕੇ ਕਿ ਸਾਨੂੰ ਉਹਨਾਂ ਦੇ ਵੀ ਘਰ ਪਤਾ ਹੈ, ਭੈਣਾਂ। ਜੇ ਤੁਹਾਡੀ ਕੋਈ ਦੁਸ਼ਮਣੀ ਹੈ ਤੁਸੀਂ ਸਿੱਧਾ ਉਹਦੇ ਨਾਲ ਨਿਬੇੜ ਲਓ, ਗਾਂ ਰਿਸ਼ਤੇਦਾਰਾਂ ਦਾ ਕੀ ਕਸੂਰ ਆ ਜੀ, ਠੀਕ ਹੈ ਜੀ। ਜੇ ਮੈਂ ਕ੍ਰਾਈਮ ਕਰਦਾ ਹੀ ਮੈਂ ਉੱਥੇ ਕ੍ਰਾਈਮ ਕਰਦਾ ਹੀ, ਮੇਰੇ ਨਾਲ ਕਰਦੇ ਸਰ, ਮੇਰੇ ਘਰਦਿਆਂ ਦਾ ਕੀ ਕਸੂਰ ਆ। ਇਹ ਬੰਦਿਆਂ ਨੇ ਕਹਿ ਕੇ ਫੌਜੀ ਹੋਣਾ ਤੋਂ ਮੇਰੇ ਗੋਲੀਆਂ ਮਰਾਈਆਂ ਹੀ ਘਰੇ, ਪੰਮੇ ਨੇ ਤੇ ਕੁੱਲੇ ਬਲੇਰ ਨੇ ਤੇ ਸਰਜੀਤ ਚਟਕੀ ਹੋਣਾ ਨੇ, ਤੇ ਬਕਾਇਦਾ ਇਹ ਭਗੌੜਾ ਸੀ, ਇਹਨੂੰ ਆਂਦੇ ਰਿਹਾ, ਇਹਨੂੰ ਘਰੇ ਬਾਹ ਕੇ ਮੀਟਿੰਗਾਂ ਕਰਾਉਂਦਾ ਰਿਹਾ, ਇਹਨੂੰ ਤਿਆਰ, ਤੇ ਇਹਨਾਂ ਬੰਦਿਆਂ ਨੇ ਹੀ ਬਾਹਰੋਂ ਬਾਹਰ ਇਹਦੀਆਂ ਇਨਕੁਆਇਰੀਆਂ ਲਵਾ ਕੇ ਤੇ ਉਹਨੂੰ ਪਰਚਿਆਂ ਚੋਂ ਵੀ ਕਲੀਅਰ ਕਰਾਤਾ ਆ। ਤੇ ਜਿਹੜੇ ਬੰਦੇ ਸਾਡੇ ਅੱਜ ਚੋਰੀ ਪੱਠੇ ਵੱਢਦੇ ਹੁੰਦੇ ਸੀ, ਅੱਜ ਉਹ ਫੋਰਚੂਨਰ ਅੱਜ ਘੁੰਮਣ ਦੇ ਕਿੱਦਾਂ ਆ ਗਏ ਜੀ। ਹੜ ਤੋਂ ਤਾਂ 35 ਕਿੱਲੇ ਕਦੀ ਰੰਗ ਨਹੀਂ ਹੋਇਆ ਸਾਲ ਬਾਅਦ ਕੋਠੀ ਨੂੰ, ਕਿਉਂਕਿ ਅਸੀਂ ਜਾਂ ਪੁਲਿਸ ਨੂੰ ਦੇ ਲੈਂਦੇ ਜਾਂ ਕੇਸਾਂ ਦੇ, ਜਾਂ ਫਿਰ ਇਹਨਾਂ ਦਾ ਸਮਾਨ ਵੇਚ ਲੈਂਦੇ, ਫਿਰ ਪੈਸੇ ਬਣਾ ਸਕਦੇ ਇਹਨਾਂ ਨਾਲ ਰਲ ਕੇ। ਹੁਣ ਵੀ ਇਹਨਾਂ ਨੇ ਇੱਕ ਮੁੰਡਾ, ਉਹ ਪਿੰਟਾ ਕੇਸ ਸਰ ਤੁਹਾਨੂੰ ਪਤਾ ਹੋਣਾ, ਮੋਗੇ ਵਾਲਾ, ਉਹਦੇ ਕੇਸ 'ਚ ਚਲੋ ਸਾਨੂੰ ਵੀ ਸੂਤਰਾਂ ਤੋਂ ਪਤਾ ਲੱਗ ਜਾਂਦਾ ਸੀ, ਅਸੀਂ ਇਹਨਾਂ ਦੇ ਖਬਰ ਤਾਂ ਰੱਖੀ ਸੀ। ਇਹਨੇ ਉਹਦੇ ਕੇਸ 'ਚ ਕੋਈ ਉਹਦੇ ਤਾਏ ਚਾਚੇ ਦਾ ਮੁੰਡਾ ਚੱਕ ਲਿਆ, ਉਹ ਵਿਚਾਰਾ ਘਰੋਂ ਮਜਬੀ ਸਿੱਖ ਹੀ, ਮਾਤੜੀ ਗਰੀਬ ਹੀ ਹੈ ਨਾ। ਮੈਨੇ ਥਾਣੇ ਚੱਕਿਆ, ਪਰਮਜੀਤ ਪੰਮੇ ਨੇ, ਜਿਹੜਾ ਸੀ ਸਟਾਫ ਵਾਲਾ ਧੰਦਾ, ਉਹ ਕੁੱਟਦਾ ਗਿਆ, ਉਹ ਮੈਨੇ ਥਾਣੇ ਮਰ ਗਿਆ ਕਿਤੇ 3-4 ਦਿਨ ਘਰਦਿਆਂ ਨੂੰ ਨਹੀਂ ਦੱਸਿਆ। 14 ਤਰੀਕ ਨੂੰ ਉੱਥੇ ਛੱਡਿਆ, ਇਹ ਉਹਦੇ ਕੋਲ ਛੱਡਿਆ ਬਸ ਕਿੱਕਰ ਸਿੰਘ ਤੋਂ ਮੋਗੇ ਥਾਣੇ, ਰਾਈਟ। ਉੱਥੇ ਤਾਂ ਛੱਡਿਆ, ਇਹਨਾਂ ਉੱਤੇ ਪਾਤਾ ਜੀ ਉਹਦਾ ਕਿ ਏਦਾਂ ਪੰਪ ਲੁੱਟਿਆ ਸੀ, ਉਹਦੇ ਚ ਲਿਆਏ ਹਾਂ, ਤੇ ਇਹ ਫਾਹ ਲੈ ਕੇ ਮਰ ਗਿਆ ਬਣਿਆ ਹਵਾਲਾਟ। ਸਰ ਜੇ ਤਾਂ ਕੋਈ ਗੈਂਗਸਟਰ ਹੋਊਗਾ, ਕੋਈ ਚੰਗਾ ਬੰਦਾ ਹੋਊਗਾ, ਉਹ ਫਾਹ ਲੈ ਕੇ ਨਹੀਂ ਮਰੂਗਾ, ਨਾਲ ਲੈ ਕੇ ਮਰੂਗਾ ਕਿਸੇ ਨਾ ਕੋਈ। ਕਿ ਜੇ ਅਸਲੀ ਗੈਂਗਸਟਰ ਹੋਊਗਾ ਜਾਂ ਉਹ ਗੁੰਡਾ ਜਾਂ ਬਦਮਾਸ਼ ਹੋਊਗਾ, ਉੱਤੇ ਇਹਨਾਂ ਐਕਸਕਿਊਜ਼ ਦਿੱਤਾ ਕਿ ਉਹ ਸਮਾਨ ਦੀ ਤੋੜ ਲੱਗੀ, ਤੇ ਸਮਾਨ ਤਾਂ ਸਾਰੇ ਲੈ ਕੇ ਪੈਂਦੇ, ਪੰਮਾ ਬਣਾਉਂਦਾ ਹੈ, ਇਹਦਾ ਡੋਪ ਟੈਸਟ ਕਰਾਓ, ਇਹਦੀਆਂ ਜਰਾਬਾਂ ਚ ਹੁੰਦਾ 24 ਘੰਟੇ ਸਮਾਨ ਤਾਂ ਲੈ ਕੇ ਬੈਠੇ ਹੁੰਦੇ ਆ। ਕੋਈ ਲਾਉਣ ਵਾਲਾ ਆਵੇ ਉਹਨੂੰ ਲਵਾਉਂਦੇ ਆ, ਸਮਾਨ ਵਾਲਾ ਬੰਦਾ ਤੇ ਸਰ ਵੈਸੇ ਕਹਿੰਦਾ ਮੈਨੂੰ ਸਮਾਨ ਦੇ ਲਵਾ ਦੋ, ਤੇ ਕੋਈ ਨਹੀਂ ਲਿਆਓ, ਮੈਂ ਦੱਸ ਦੇਣਾ ਜੋ ਮਰਜੀ। ਥੋੜੀ ਆਵਾਜ਼ ਥੋੜੀ ਜਿਹੀ ਮਫਲ ਹੋ ਰਹੀ ਹੈ, ਸ਼ਾਇਦ ਮੈਨੂੰ ਸੁਣਾਈ ਦੀ ਠੀਕ ਦੇ ਰਹੀ। ਹਾਂ ਜੀ ਹਾਂਜੀ ਜੀ ਸਰ, ਜਿਹੜਾ ਸਮਾਨ ਲਾਉਂਦਾ ਹੈ ਨਾ ਬੰਦਾ, ਉਹਨੂੰ ਤਾਂ ਤੁਸੀਂ ਵੈਸੇ ਕਹਿ ਦੋ ਨਾ ਉੱਥੇ ਹਵਾਲਾਟ ਚ ਕਿ ਤੈਨੂੰ ਸਮਾਨ ਦੇ ਦਿੰਦੇ ਆ 5 ਗ੍ਰਾਮ, ਉਹਨੇ ਸਮਾਨ ਲਾ ਲੈਣਾ, ਤੈਨੂੰ ਸਾਰਾ ਕੁਝ ਦੱਸ ਦੇਣਾ, ਉਹਨੇ ਕਿਹੜਾ ਕਾਪੀ ਉਹਦੇ ਆਪਦੇ ਮਾਂ ਪਿਓ ਦਾ ਨਹੀਂ ਹੁੰਦਾ ਜੀ, ਰਾਈਟ। ਤੇ ਇਹ ਆਂਦੇ ਕਿ ਸਮਾਨ ਦੀ ਤੋੜ ਦਾ ਕਰਕੇ ਤੇ ਫਾਹ ਲੈ ਕੇ ਬਣਾਉਣ ਦੇ ਨਾਲ ਹਵਾਲਾਟ ਚ ਮੈਂ ਕਿੱਦਾਂ ਮਰ ਜੂਗਾ ਸਰ। ਇਹ ਤਾਂ ਕਾੜੀ ਇਹਨਾਂ ਕੁੱਟ ਕੇ ਮਾਰਦਾ ਆ। ਅੱਛਾ, ਇਹ ਹੁਣ ਕੋਈ ਕਾਨੂੰਨ ਨਹੀਂ ਆ ਜੀ, ਇਹ ਜਿੰਨੇ ਮਰਜ਼ੀ ਐਨਕਾਊਂਟਰ ਕਰ ਲੈਣਾ, ਜਿਹਨੂੰ ਮਰਜ਼ੀ ਚੁੱਕ ਕੇ ਜੇਲ੍ਹਾਂ 'ਚ ਸੁੱਟ ਦੇਣਾ, ਜੋ ਮਰਜ਼ੀ ਆਪਸ ਜਿੱਦੋਂ ਜੀ ਕਰਦਾ ਸਮਾਨ ਵਕਾਈ ਜਾਂਦੇ ਆ, ਜਿੱਦੋਂ ਜਿਹੜਾ ਇਹਨਾਂ ਦੇ ਟੱਚ 'ਚ ਇਹਨਾਂ ਦਾ ਸਮਾਨ ਵਿੱਚ ਇਹਨਾਂ ਦੇ ਨਾਲ ਉਹ ਰਹਿ ਸਕਦਾ ਜੀ ਬੰਦਾ ਪੰਜਾਬ 'ਚ। ਸਾਡੇ ਵਰਗੇ ਜੇ ਆਂਦੇ ਨਹੀਂ ਕਰਨਾ ਤੇ ਫੇਰ ਇਹ ਜਾਨ ਨੂੰ ਲੱਭ ਕੇ ਐਨਕਾਊਂਟਰ ਕਰਨਗੇ ਤੇ ਜਾਂ ਜੇਲ੍ਹਾਂ 'ਚ ਸੁੱਟਣਗੇ। ਅੱਛਾ, ਹੁਣ ਮੈਨੂੰ ਇਹ ਫਾਈਨਲੀ ਦੱਸੋ ਵੀ ਜਿਹੜਾ ਚੜਤ ਤੇ 2 ਲੋਕ ਹਜੇ ਜਿਹੜੇ ਭਗੌੜੇ ਨੇ ਜਾਂ ਫੜੇ ਨਹੀਂ ਗਏ, ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਤੁਹਾਡਾ ਇਸ ਵਾਰਦਾਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੇ ਤੁਹਾਡਾ ਵਾਰਦਾਤ ਦੇ ਨਾਲ ਲੈਣਾ ਦੇਣਾ ਨਹੀਂ ਹੈ ਤਾਂ ਫਿਰ ਇਹ ਵਾਰਦਾਤ ਹੋਈ ਕਿਵੇਂ? ਲੈਣਾ ਦੇਣਾ ਹੈ ਕੋਈ ਇਹ 'ਚ ਸਰ। ਚੜਤ ਦਾ 2 ਦਿਨ ਪਹਿਲਾਂ ਸਰ 25,000 ਰੁਪਇਆ ਉਹਨੇ 30,000 ਰੁਪਇਆ ਦੇ ਕੇ ਛੁੱਟੀ ਵਧਾਈ ਹੈ ਜੀ, ਕਿ ਅੱਖ ਦਾ ਆਪਰੇਸ਼ਨ ਕਰਾਉਣਾ ਸੀ ਚੜਤ ਨੇ, ਰਾਈਟ। ਫਿਰ ਉਹਨੇ ਜ਼ਮਾਨਤ ਦੇ ਵਕੀਲ ਨਾਲ ਪੈਸਿਆਂ ਦੀ ਗੱਲ ਕਰਕੇ ਆਇਆ ਸਾਰਾ ਕੁਝ। ਜੇ ਉਹਨੇ ਇਹੋ ਕੰਮ ਕਰਨਾ ਹੁੰਦਾ ਸਰ, ਆਪਦੇ ਭਰਾ ਨੂੰ ਘਰੇ ਕਾਹਤੋਂ ਪਾਉਂਦਾ, ਉਹਦਾ ਭਰਾ ਵੀ ਛੁੱਟੀ ਆਇਆ ਹੈ। ਨਾਲੇ ਉਹ ਜਿਸ ਦਿਨ ਇਹ ਆਂਦੇ ਉਹ ਵਾਰਦਾਤ ਹੋਈ ਆ ਸਾਰੋਂ ਪਿੰਡ ਦੇ ਵਿੱਚ ਹੀ, ਉਹ ਪੱਟੀ ਵੀ ਗਿਆ, ਉਹਦੀਆਂ ਵੀਡੀਓ ਰਿਕਾਰਡਿੰਗਾਂ ਹੋਈਆਂ, ਰਾਈਟ। ਇੱਕ ਮੁੰਡੇ ਦੇ ਘਰੇ ਗਿਆ ਆ,
ਉਹਦੇ ਪਿੱਛੇ ਗੁਰਦੁਆਰਾ ਸਾਹਿਬ ਤੇ ਕੈਮਰੇ ਲੱਗੇ ਆ, ਉਹ ਵੀ ਹੈ। ਬਾਅਦ ਚੋਂ ਇੱਕ ਕੁੜੀ ਦਾ ਕਿਸੇ ਵਿਆਹ ਦਾ ਰੌਲਾ ਸੀ ਕਿਸੇ ਨਾਲ, ਉਹ ਕੁੜੀ ਦਾ ਮੁੰਡਾ ਉਹਨੂੰ ਧੱਕੇ ਨਾਲ ਘਰੋਂ ਕੱਢਦੇ ਸੀ ਤੇ ਇਹ ਉਹਦੇ ਘਰੇ ਜਾ ਕੇ ਉਹਨਾਂ ਨੂੰ ਕਹਿ ਕੇ ਆਇਆ ਸੀ ਕਿ ਇਹਨੂੰ ਘਰੇ ਰੱਖੋ, ਏਦਾਂ ਚੰਗਾ ਨਹੀਂ। ਤੇ ਉਹਨਾਂ ਇਹਦੇ ਤੇ FIR ਵੀ ਕਰਾਈ ਸੀ ਕਿ ਚੜ੍ਹ ਸਿੰਘ ਏਦਾਂ ਘਰੇ ਆਣ ਕੇ ਗਲਤ ਬੋਲ ਕੇ ਗਿਆ। ਸਰ ਇਹ ਉੱਥੇ ਕੀ ਕਰਨ ਜਾ, ਫਿਰ ਇਹ ਜਗਦੀਪ ਕੰਗ ਦਾ ਆਂਦੇ ਆ ਜੀ ਰੈਕੀ ਕੀਤੀ ਹੈ। ਰੈਕੀ ਉੱਥੇ ਕਾਹਦੀ ਕਰਨੀ ਸੀ ਸਰ? ਉਹ ਬਿਲਡਿੰਗ ਆ, ਕੋਈ ਬੰਦਾ ਤਾਂ ਹੈ ਨਹੀਂ ਕਿ ਜਿਹਨੇ ਭੱਜ ਜਾਣਾ ਸੀ ਕਿ ਸਾਨੂੰ ਪਤਾ ਨਹੀਂ ਲੱਗਣਾ ਜਾਂ ਕਿਸੇ ਨੂੰ ਪਤਾ ਨਹੀਂ ਲੱਗਣਾ। ਨਾਲ ਜਿੰਨੇ ਰੈਕੀ ਕਰਨੀ ਸਰ ਉਹ ਆਪਦੀ ਪਰਸਨਲ ਗੱਡੀ ਲੈ ਕੇ ਜਾਊਗਾ ਜੀ, ਜਾਂ ਖੁੱਲ੍ਹੇਆਮ ਉੱਥੇ ਕੈਮਰਿਆਂ 'ਚ। ਹੁਣ ਸਾਨੂੰ ਨਹੀਂ ਪਤਾ ਜੀ ਸਰ, ਅਸੀਂ ਕੋਈ ਵੀ ਕੰਮ ਕਰਨਾ ਹੈ ਕੋਈ ਵੀ, ਸਾਨੂੰ ਪਹਿਲਾਂ ਪਤਾ ਹੁੰਦਾ ਸੀ ਇੱਥੇ ਕੈਮਰੇ ਆ ਜੋ ਆ ਸਰ। ਇਹ ਤਾਂ ਸਰ ਸਿਰਫ ਇੱਕ ਇਹਨਾਂ ਨੇ ਕਿ ਜੱਗੀ ਤੇ ਵੀ ਲੱਗਦੇ ਸੀ, ਜਦੋਂ ਪੈਸਿਆਂ ਦੀ ਗੱਲ ਹੋਈ ਆ ਕਰਨ ਵਾਲੇ ਨੇ ਮੈਂ ਲੈਣ ਨਹੀਂ ਦਿੱਤੇ ਤੇ ਉਹ ਸਭ ਪੁਲਿਸ ਦੇ ਟੋਟੀ ਮਰਾਉਂਦੇ ਆ ਜੀ। ਉਹਨਾਂ ਦੀ ਵਾਹ ਪੇਸ਼ ਨਹੀਂ ਚੱਲੀ, ਉਹ ਪੁਲਿਸ ਨਾਲ ਰਲ ਕੇ ਬਸ ਉਹਨਾਂ ਕਿਹਾ ਹੀ ਗਿਆ ਜੱਗੀ ਲੰਡੇ ਨਾਲ ਗੱਲ ਕਰਦਾ ਆ, ਇਹਨੂੰ ਰਡਾਰ ਤੇ ਰੱਖੋ। ਉਹ ਇੱਕ ਮੌਕਾ ਮਿਲ ਗਿਆ ਪੁਲਿਸ ਨੂੰ, ਦੋਵੇਂ ਗੜੀਆਂ ਜੋੜ ਕੇ ਕਿ ਜੱਗੀ ਵੀ ਆ ਗਿਆ, ਉਧਰੋਂ ਨਿਸ਼ਾਨ ਹੋਣੀ ਵੀ ਆ ਗਏ। ਨਿਸ਼ਾਨ ਦੀ ਉਹਨਾਂ ਗੱਲ ਹੁੰਦੀ ਤੇ ਉਹ ਗੜੀ ਜੋੜ ਕੇ ਇਹਨਾਂ ਨੇ ਬਣਾਤੀ ਆ। ਹਾਂ ਕਿਸੇ ਨੇ ਠਾਰ ਕਰਾਈ ਹੋਊਗੀ, ਜੇ ਕਰਾਈ ਹੋਊਗੀ ਆਪਾਂ ਆਪਣਾ ਕੋਈ ਲਿੰਕ ਨਹੀਂ, ਜੇ ਕਿਸੇ ਨੇ ਕਰਾਈ ਹੋਊ ਉਹਨੂੰ ਉਨੀ ਸਜ਼ਾ ਦਿਓ। ਹੁਣ ਕੁੱਟੀ ਜਾਂਦੇ ਆ ਸਰ, ਉਹਨਾਂ ਨੂੰ ਕਹਿ ਦਿੰਦੇ ਕਿ ਲਖਬੀਰ ਲੰਡੇ ਨੇ ਆ ਦਿੱਤਾ। ਕੁੱਟਦਾ ਤਾਂ ਮੈਨੂੰ ਪੰਮਾ ਵੀ ਹੀ ਸੀ ਸਟਾਫ ਵਾਲਾ, ਇਹਨੂੰ ਮੈਂ 2 ਵਾਰੀ ਮੈਨੂੰ ਕੁੱਟ ਰਿਹਾ ਤੇ ਮੈਨੂੰ ਆਂਦਾ ਦੱਸ ਕਿਹਨੂੰ ਦਿੰਦਾ। ਮੈਂ ਇਹਨੂੰ ਝੂਠ ਮਾਰਦਾ, ਮੈਂ ਬਾਗਾ ਮਹਿੰਦੀ ਬੋਰ ਵਾਲਾ ਵੀ ਰੋ ਦਿੰਦਾ ਸੀ ਮੈਨੂੰ ਚੀਜ਼। ਉੱਥੇ ਜਾ ਕੇ ਇਹਨੇ ਮੇਰੀ ਗੱਲ ਕਰਾਈ ਬਾਗੇ ਨਾਲ ਤੇ ਹੈਡ ਫ੍ਰੀ ਕਰਕੇ ਮੈਨੂੰ ਆਂਦਾ ਕਰ ਲੈਣੇ ਗੱਲ, ਦੱਸ ਮੈਂ ਨਹੀਂ ਵੀਰੇ ਨਹੀਂ ਦਿੰਦਾ। ਤੇ ਮੈਨੂੰ ਆਂਦਾ ਤੂੰ ਪਾਗਲ ਬਣਾਉਣਾ ਸਾਨੂੰ, ਤੇ ਮੈਂ ਫਿਰ ਕੀ ਕਰਾਂ, ਫਿਰ ਕੁੱਟ ਖਾਈ ਜਾਵਾਂ ਤੇਰੇ ਤੋਂ। ਮੈਂ ਮੈਨੂੰ ਤੇ ਇਹੋ ਹੀ ਕਿ 2 ਘੰਟੇ ਤਾਂ ਲੰਘਣਗੇ ਜਿੱਥੇ ਜਾਏਗਾ। ਬਾਗਾ ਮਹਿੰਦੀ ਬੋਰ ਵਾਲੇ ਦੀ ਡੈਥ ਹੋ ਗਈ ਆ, ਦੂਜਾ ਬੰਦਾ ਸੀ ਪੱਟੀ ਦਾ ਪਟਵਾਰੀ ਮੁੰਡਾ ਸੀ ਤੇ ਉਹਦੇ ਫਾਦਰ ਸਾਹਿਬ ਪਟਵਾਰੀ ਆ। ਫਿਰ ਮੈਨੂੰ ਆਣ ਕੇ ਨਹੀਂ ਕੁੱਟਣੋਂ ਹਟਿਆ ਸਰ, ਸਾਰੀ ਰਾਤ ਦਿਨੇ ਤੜਕੇ ਮੈਂ ਇਹਨੂੰ ਕਹਿਤਾ ਮੈਂ ਮੈਨੂੰ ਪਟਵਾਰੀ ਦਿੰਦਾ। ਫਿਰ ਇਹ ਪਟਵਾਰੀ ਦੇ ਫਾਦਰ ਸਾਹਿਬ ਤੋਂ ਜਾ ਕੇ ਗੱਲ ਕਰਾਈ, ਮੈਂ ਉਦੋਂ ਵੀ ਇਹਨੂੰ ਕਹਿਤਾ ਮੈਂ ਨਹੀਂ, ਮੈਂ ਅੰਕਲ ਜੀ ਮੈਂ ਉਦਾਂ ਝੂਠ ਮਾਰਦਾ, ਇਹ ਕੁੱਟ ਤੋਂ ਬਚਣ ਦਾ ਮਾਰਾ। ਉਹ ਜੇ ਮੈਂ ਉੱਥੇ ਕਹਿ ਦਿੰਦਾ ਕਿ ਆਹੋ ਤੁਸੀਂ ਦਿੰਦੇ ਸੀ, ਫਿਰ ਸਰ ਇਹਨੇ ਛੱਡਣੇ ਥੋੜਾ ਹੈ, ਭਾਵੇਂ ਮੈਂ ਝੂਠ ਹੀ ਮਾਰਦਾ। ਇਹਨੇ ਜਾਂ ਪੈਸੇ ਲੈਣੇ ਸੀ ਉਹਨਾਂ ਤੋਂ ਤੇ ਜਾਂ ਕੁੱਟ ਕੇ ਦੂਰੀ ਕਰਦੇ ਨੇ। ਜਾਂਦਾ ਤਾਂ ਪੈਸਿਆਂ ਨੂੰ ਸਰ, ਟਾਰਗੇਟ ਤਾਂ ਮੈਂ ਹੀ ਬਸ ਇਹਨੂੰ ਇਹ ਹੀ ਕਿ ਕੋਈ ਨਾ ਕੋਈ ਬੰਦੇ ਚਕਾਵੇ ਤੇ ਮੈਂ ਹੋਰ ਪੈਸੇ ਬਣਾਵਾਂ। ਜਦੋਂ ਮੇਰਾ ਕਿਸੇ ਨਾਲ ਲੈਣ ਦੇਣੀ ਤੇ ਮੈਂ ਨਜਾਇਜ਼ ਕਿੱਥਾਂ ਚੁਕਾਵਾਂ ਸਰ। ਠੀਕ ਹੈ, ਇਹ ਹੋਰ ਥੋੜਾ ਮੈਨੂੰ ਸਮਝਾਓ ਕਿ ਤੁਸੀਂ ਹੁਣ ਉੱਥੇ ਕੈਨੇਡਾ ਦੇ ਵਿੱਚ ਪ੍ਰੋਪਰ ਰਹਿੰਦੇ ਹੋ। ਮੈਨੂੰ ਪਤਾ ਲੱਗਾ ਤੁਹਾਡਾ ਸਪਾਊਸ ਕੇਸ ਸੀ, ਤੁਹਾਡੇ ਮਿਸਿਸ ਸ਼ਾਇਦ ਪਹਿਲਾਂ ਗਏ ਹੋਏ ਸੀ, ਹੁਣ ਤੁਸੀਂ ਉੱਥੇ ਪ੍ਰੋਪਰ ਸੈਟਲਡ ਹੋ, ਪੱਕੇ ਹੋ ਕੈਨੇਡਾ ਦੇ ਵਿੱਚ। ਕੰਮ ਕੀ ਕਰਦੇ ਹੋ? ਹਾਂਜੀ ਸਰ ਪੱਕੇ ਆ, ਮੈਂ ਸਰ ਕੰਪਨੀ ਖੋਲੀ ਹੈ ਵੁੱਡਵਰਕਸ ਦੀ। ਅੱਛਾ, ਤੇ ਇਹ ਜਿਹੜੀਆਂ ਵਾਰਦਾਤਾਂ ਵਗੈਰਾ ਹੁੰਦੀਆਂ ਨੇ, ਜਾਂ ਦਿਲਪ੍ਰੀਤ ਬਾਬਾ ਜਾਂ ਫਿਰ ਰਿੰਦਾ ਸੰਧੂ ਤਾਂ ਬਾਹਰ ਹੈ, ਦਿਲਪ੍ਰੀਤ ਚਲੋ ਖੈਰ ਨਹੀਂ ਗੱਲ ਕਰਦਾ, ਤੁਹਾਨੂੰ ਕੋਈ ਕੰਮ ਕਹਿਣਗੇ ਜਾਂ ਦੇਣਗੇ ਵੀ ਇਹ ਫਲਾਂ ਇੱਥੇ ਕੋਈ ਵਾਰਦਾਤ ਕਰ ਦੋ ਜਾਂ ਕਰਵਾ ਦੋ, ਤੁਸੀਂ ਮਨਾ ਕਰ ਦੋਗੇ ਜਾਂ ਤੁਸੀਂ ਕਰੋਗੇ? ਮੈਂ ਵਾਰਦਾਤ ਕਿਉਂ ਕਰਾਈ ਸਰ ਕਿਸੇ ਲਈ? ਫਿਰ ਉਦੋਂ ਨਾ ਕਰਦੀ ਮੈਂ ਇਹਨਾਂ ਨਾਲ ਰਲ ਕੇ। ਹਾਂ ਜਿੱਥੇ ਕਿਤੇ ਭਰਾਵਾਂ ਦਾ ਕੋਈ ਓਦਾਂ ਹੋਊਗੀ ਕਿਤੇ ਸਾਡੀ ਏਦਾਂ ਸਰ, ਪੁਲਿਸ ਦੇ ਹੈਡਕੁਆਟਰ ਤੇ ਮਾਰ ਕੇ ਸਾਨੂੰ ਕੀ ਮਿਲੂਗਾ ਜੀ? ਮੈਂ ਪੋਸਟ ਪਾਈ ਸੀ, ਪੁਲਿਸ ਮੇਰੇ ਘਰੇ ਨਹੀਂ ਗਈ, ਉਹਨੇ ਅੰਦਰੋਂ ਖਾ ਰਾਤ ਦੇ। ਮੈਂ ਤਾਂ ਕੋਈ ਐਕਸ਼ਨ ਲੈਂਦਾ ਜਾਂ ਮੇਰੇ ਘਰਦਿਆਂ ਨੂੰ ਟੌਰਚਰ ਕਰਦੇ ਦੁਬਾਰਾ। ਮੈਂ ਤਾਂ ਇਹੀ ਆਨਾ ਕਿ ਜੇ ਉਹਨਾਂ ਨਾਲ ਤੁਸੀਂ ਕੋਈ ਪੁੱਛ-ਗਿੱਛ ਕਰਨੀ ਹੈ ਉਹਨਾਂ ਨੂੰ ਫੋਨ ਕਰੋ, ਪੁੱਛ-ਗਿੱਛ ਕਰੋ। ਹੁਣ ਸਰਜੀਤ ਝਟਕੀ ਹੋਣਗੇ ਵਾਲ, ਇਹ ਥੋੜਾ ਸਾਰਾ ਹੀ ਬਰਦਾਸ਼ਤ ਕਰਦੇ ਆ। ਫਿਰ ਉਹਦਾ ਫਿਰ ਮੈਂ ਤੁਸੀਂ ਆਂਦੇ ਇੱਥੇ ਕੈਨੇਡਾ ਬੈਠਾ, ਜੇ ਮੇਰੇ ਤੋਂ ਨਾ ਕੁਛ ਹੋਊਗਾ ਮੈਨੂੰ ਆਉਣਾ ਵੀ ਪਊਗਾ, ਮੈਂ ਆਉਂਗਾ ਹੀ। ਪਰ ਮੈਂ ਆਪਦੇ ਮਾਂ-ਪਿਓ ਦੀ, ਜਿਹੜੇ ਮਾਂ-ਪਿਓ ਕਰਕੇ ਮੈਂ ਬਾਹਰ ਜਾ ਕੇ ਦਿਹਾੜੀਆਂ ਲਾਉਣ ਦਿਆ ਅੱਜ, ਕਿ ਮੇਰਾ ਮਾਂ-ਪਿਓ ਸੁਖੀ ਰਵੇ। ਮੈਨੂੰ ਕੋਈ ਲੋੜ ਨਹੀਂ ਜੀ ਕਿਸੇ ਦੀਆਂ ਦਿਹਾੜੀਆਂ ਇੱਥੇ ਕਰਨ ਦੀ, ਮੈਂ ਆਪਦਾ ਬਹੁਤ ਸੁਖੀ। ਸਰਜੀਤ ਝਟਕੀ ਨੂੰ ਵੱਧ ਤੋਂ ਵੱਧ 60-70 ਹਜ਼ਾਰ ਤਨਖਾਹ ਮਿਲਦੀ ਹੋਊਗੀ, ਜੇ ਲੱਖ ਮਿਲ ਜਾਂਦੀ ਹੋਊਗੀ ਤੇ ਕਿੱਥੋਂ ਆ ਗਈ ਇੰਨੀ ਪੈਲੀ, ਕਿੱਥੋਂ ਕੋਠੀਆਂ ਆ ਗਈਆਂ ਹੈ? ਇਹਨੇ ਆਪਦੀ ਫੈਮਿਲੀ ਨੂੰ, ਜਦੋਂ ਇਹਨੇ ਕੁੜੀ ਮਾਰੀ ਆ ਉਸ ਤੋਂ ਬਾਅਦ ਚੋਂ ਆਪਦੇ ਮੁੰਡੇ ਨੂੰ, ਉਹਦੇ ਘਰ ਦੇ ਨੂੰ, ਆਪਦੇ ਭਾਂਜੇ ਨੂੰ ਅਮਰੀਕਾ ਭੇਜਿਆ ਜੀ 65 ਲੱਖ ਰੁਪਈਆ ਲਾ ਕੇ। ਉਹ ਕਿੱਥੋਂ ਆ ਗਿਆ? ਇੱਕ ਮੁਲਾਜ਼ਮ ਤੋਂ, ਹੜ ਤੋਂ ਤਾਂ ਜੁੜੇ ਨਹੀਂ ਸਰ ਇਹਨੇ। ਤੁਹਾਡਾ ਪਰਿਵਾਰਕ ਪਿਛੋਕੜ ਠੀਕ ਹੈ, ਯਾਨੀ ਕਿ ਤੁਸੀਂ ਤੁਹਾਡੇ ਕੋਲ ਚੰਗਾ ਜ਼ਮੀਨ ਵਗੈਰਾ ਸਾਰਾ ਸੀ, ਤਾਂ ਕੋਈ ਐਸੀ ਕਮੀ ਨਹੀਂ ਤੁਹਾਡੇ ਪਰਿਵਾਰ ਦੇ ਵਿੱਚ ਰਹੀ? ਮੇਰੇ ਫਾਦਰ ਐਕਸ ਸਰਵਿਸਮੈਨ ਹੈ ਫੌਜ ਚੋਂ, ਉਹਨਾਂ ਦੀ ਪੈਨਸ਼ਨ ਆਉਂਦੀ ਸੀ, ਉਹ ਕਾਰਡ ਪੱਕਾ ਹੀ ਮੇਰੇ ਕੋਲ ਹੁੰਦਾ ਸੀ ਜਦੋਂ ਦਾ ਮੈਂ ਆਇਆ ਹੋਸਟਲ ਚੋਂ। ਮੈਨੂੰ ਕਿਸੇ ਗੱਲ ਦੀ ਕਮੀ ਨਹੀਂ ਸਰ। ਜਿਹੜੇ ਮੇਰੇ ਪਿੰਡ ਦੇ 3-4 ਮੇਰੇ ਨਾਲ ਰਹਿੰਦੇ, ਉਹ ਅੱਜ ਤੱਕ ਕਦੀ ਜ਼ਿੰਦਗੀ 'ਚ ਨਹੀਂ ਲੜੇ।
ਲੈਣਾ ਉਹਨਾਂ ਨਾਲ ਆ, ਉਹ ਵੀ ਜ਼ਮੀਨ ਜਾਇਦਾਦ ਤੋਂ ਚੰਗੇ ਜੀ, ਜਿੱਥੇ ਵੀ ਜਾਣਾ ਸਾਨੂੰ ਕਿਸੇ ਗੱਲ ਦੀ ਕਮੀ ਨਹੀਂ। ਮੈਂ ਕਿਉਂ ਕਰਾਂ ਸਰ, ਜੇ ਮੈਨੂੰ ਲੋੜ ਹੋਵੇ ਮੈਂ ਕਰਾਂ, ਰਾਈਟ। ਇਹ ਮਜਬੂਰ ਕਰਦੇ ਆ ਬੰਦੇ ਨੂੰ ਕਿ ਜੇ ਤਾਂ ਮੈਂ ਇਹਨਾਂ ਦਾ ਕੰਮ ਕਰਦਾ ਹਾਂ ਠੀਕ ਹੈ, ਜੇ ਇਹਨੇ ਨਹੀਂ ਇੰਨੀਆਂ ਗੱਲਾਂ ਕਹੀਆਂ, ਪੰਮੇ ਨੇ ਮੇਰੇ ਨਾਲ ਲਾਈਵ ਡਿਬੇਟ ਚ ਲਾਇਆ ਜੀ, ਮੈਂ ਮੂੰਹ ਤੇ ਪੁੱਛ ਲੂ ਫਿਰ ਮੁੱਕਰ ਕੇ ਦਿਖਾ, ਹੋਰ ਵੀ ਸਬੂਤ ਦੇ ਦੂੰਗਾ ਜੀ। ਤੇ ਰਿੰਦਾ ਸੰਧੂ ਦਾ ਤੁਹਾਡਾ ਕਿੰਨਾ ਟੱਚ ਹੈ? ਰੈਗੂਲਰਲੀ ਗੱਲ ਹੁੰਦੀ ਹੈ, ਕਦੇ ਕਦਾਰ ਗੱਲ ਹੁੰਦੀ ਹੈ? ਜਿੰਨਾ ਗੱਲ ਹੁੰਦੀ ਉਦਾਂ ਹੀ ਹੁੰਦੀ ਹੈ। ਮੈਂ ਸਰ ਕੋਈ ਉਹਨਾਂ ਦਾ ਹੋਊਗਾ ਲਹਿਰ ਦਾ, ਜੋ ਮਰਜ਼ੀ ਹੋਵੇ ਸਰ, ਉਹ ਜੋ ਮਰਜ਼ੀ ਕਰਨ, ਮੈਨੂੰ ਸਿਰਫ ਉਹਨਾਂ ਬੰਦਿਆਂ ਨਾਲ ਮਤਲਬ ਹੈ ਜਿਹੜੇ ਬੰਦੇ ਮੇਰੇ ਘਰੇ ਗੋਲੀਆਂ ਮਾਰ ਕੇ ਆਏ ਮੇਰੇ ਮਾਂ ਪਿਓ ਦੀ, ਬਸ। ਮੈਂ ਘਰੇ ਬੈਠਾ 3 ਸਾਲ ਤੋਂ ਨਹੀਂ ਸਰ ਕੋਈ ਵਾਰਦਾਤ ਕਰਤੀ, 4 ਸਾਲ ਤੋਂ, ਮੈਨੂੰ ਦੱਸੋ। ਇਹਨਾਂ ਨੇ ਮੈਨੂੰ ਜਾਣ ਕੇ ਛੇੜਿਆ ਹੀ ਘਰੇ ਬੈਠੇ ਨੂੰ, ਉਹ ਵੀ ਦਿਖਾਉਣ ਲਈ। ਇਸੇ ਕੰਮ 'ਚ ਸਰ ਮੈਂ ਲੋਕਾਂ ਦੇ ਪਿੱਛੇ ਪਰਚੇ ਕਰਾ ਕੇ, ਨਜਾਇਜ਼ ਕਰਾ ਕੇ ਮੈਂ ਆਪਦਾ ਘਰ ਬਾਹਰ ਛੱਡਦਾ ਹੀ, ਮਾਂ ਪਿਓ ਛੱਡਦਾ, ਸਾਰਾ ਕੁਝ। ਉਹ ਬਜ਼ੁਰਗ ਆ, ਮੈਂ ਆ ਨਹੀਂ ਸਕਦਾ, ਮੈਂ ਬਾਹਰ ਚਲ ਗਿਆ। ਉਹ ਫਿਰ ਮੇਰੇ ਮਾਂ ਪਿਓ ਦੇ ਉਹ ਬੰਦੇ ਗੋਲੀਆਂ ਮਾਰਨ ਮਾਂ ਪਿਓ ਦੇ, ਜਿਨ੍ਹਾਂ ਦੇ ਕਰਕੇ ਮੈਂ ਸਰ ਛਿੱਤਰ ਖਾਦੇ ਆ, ਪਰਚੇ ਕਰਾਏ ਆ, ਸਾਰਾ ਕੁਝ। ਲੜਾਈਆਂ ਇਹਨਾਂ ਦੀਆਂ ਨੇ, ਇਹ ਪਰਚਾ ਮੇਰੇ ਤੇ ਆ ਫੌਜੀ ਮੋਟਰ ਤੋਂ ਭੱਜ ਗਿਆ ਏ। ਇਹਨੂੰ ਕਿਉਂ ਨਹੀਂ ਫੜਿਆ ਪੰਮੇ ਹੋਣਾ? ਕਿਉਂਕਿ ਇਹ ਉਹਨਾਂ ਦਾ ਸਮਾਨ ਦਾ ਕੰਮ ਕਰਦਾ ਏ, ਜਿਹਨੂੰ ਆਂਦੇ ਕਾਲੀ ਵਰਕਰ ਆ ਸਰ। ਇਹਦਾ ਪਿਛੋਕੜ ਚੈੱਕ ਕਰਕੇ ਵੇਖਿਓ, ਜਦੋਂ ਮੈਨੂੰ ਮਿਲਿਆ ਸੀ ਨਾ 6 ਸਾਲ ਪਹਿਲਾਂ, ਉਦੋਂ ਇਹ ਗਦਾਮ 'ਚ ਲੱਗਾ ਹੁੰਦਾ ਸੀ ਕਣਕ ਵਾਲੇ 'ਚ, ਰਾਈਟ। ਇਹਨਾਂ ਤੋਂ 15 20 ਕਿੱਲੇ ਬਚੀ ਗਏ, ਉਹ ਜ਼ਮੀਨ ਕਿੱਥੋਂ ਆ ਗਈ? ਉਹ ਸਿਰਫ ਇੱਕ ਨੈਕਸਸ ਚੱਲਦਾ ਹੈ, ਇੱਕ ਭੁੱਲੇ ਦਾ। ਹੁਣ ਸਰ ਕਹਿ ਰਹਾ ਪਰਿਵਾਰ ਆਪ ਤਾਂ ਕਰੂਗਾ ਨਹੀਂ ਨਾ, ਕੋਈ ਲਾਭ ਕਰੂਗਾ। ਇਹਨੇ ਸਾਰੇ ਪਲਾਨ ਕੀਤੇ ਹੋਏ ਬੰਦੇ ਜ਼ਿਲ੍ਹੇ 'ਚ, ਸਮਾਨ ਵਾਲੇ ਦੂਜੇ ਤੀਜੇ, ਤੇ ਪੈਸੇ ਲੈਂਦੇ ਹੀ ਰੇਤ ਦਾ ਕੰਮ, ਇਹ ਸਾਰੇ ਠੇਕੇਦਾਰੋਂ ਤੇ ਇਹਨਾਂ ਤੋਂ ਸਾਰਾ ਕੋ। 150 ਕਿੱਲਾ ਇਹਦਾ ਛਪੈਦਾ ਵੱਡਿਆ ਇਹਨੇ ਸਰ ਕੋਲ ਲੈਣੇ 2-3 ਕਰੋੜ ਦੇ, ਵੱਡੇ ਹਰੀਕੇ ਥੱਲੇ ਦਰਿਆ 'ਚ। ਤੇ ਲੜਾਈ ਵਾਲਾ ਰੌਲਾ ਸਾਨੂੰ ਸੱਦ ਕੇ ਉੱਥੇ ਪਾਉਂਦੇ ਰਹੇ ਹੈਗੇ, ਏਦਾਂ ਆਪਣਾ ਝਗੜਾ ਜਾ ਕੇ ਬੈਠੇ ਰਹੀਦਾ ਹੈ, ਪਰ ਉਹਨੂੰ ਅਸੀਂ ਲੈਣਾ ਦੇਣਾ ਥੋੜਾ ਹੀ ਕੋ ਸਰ। ਜਾਂ ਸਾਨੂੰ ਇਹਨਾਂ ਨੇ ਹਿੱਸਾ ਦਿੱਤਾ ਹੈ ਪੈਸੇ ਕਰਕੇ, ਮੈਂ ਤਾਂ ਜਾਂਦਾ ਨਹੀਂ, ਨਾ ਮੈਂ ਅੱਜ ਤੱਕ ਲਿਆ ਸਰ ਕਿਸੇ ਤੋਂ, ਨਾ ਮੈਂ ਲਵਾਂ, ਨਾ ਮੈਨੂੰ ਲੋੜ ਹੀ। ਲਖਵੀਰ, ਇਹ ਦੱਸੋ ਵੀ ਜੇ ਤੁਸੀਂ ਨੇ ਵਾਰਦਾਤ ਕਰਾਈ ਤਾਂ ਫਿਰ ਵਾਰਦਾਤ ਕਿਵੇਂ ਹੋਈ? ਸਰ ਵਾਰਦਾਤ ਤਾਂ ਹੁਣ ਤੁਸੀਂ ਆਪ ਸਿਆਣੇ, ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ ਤੁਹਾਡੀ ਜਾਣ ਪਛਾਣ ਦੇ ਜਾਣਕਾਰ ਜਿੰਨੇ ਵੀ ਬੰਦੇ ਆ, ਜਗਦੀਪ ਦੀ ਆਪਾਂ ਗੱਲ ਕੀਤੀ ਹੈ, ਆ ਹੋਰ ਜਿਹੜਾ ਨਿਸ਼ਾਨ ਦੀ, ਚੜ੍ਹਤ ਦੀ, ਇਹ ਸਾਰੇ ਨੂੰ ਤੁਸੀਂ ਜਾਣਦੇ ਸੀ, ਲੇਕਿਨ ਇਹ ਕੀ ਇਤਫਾਕ ਹੈ ਵੀ ਇਹਨਾਂ ਨੂੰ ਹੀ ਪੁਲਿਸ ਨੇ ਇਸ ਕੇਸ ਦੇ ਨਾਲ ਜੋੜਿਆ, ਤਾਂ ਫਿਰ ਵਾਰਦਾਤ ਹਵਾ 'ਚ ਹੋ ਗਈ? ਕੋਈ ਤਾਂ ਪਿੱਛੇ ਹੋਏਗਾ ਨਾ। ਇਤਫਾਕ ਮੈਂ ਤੁਹਾਨੂੰ ਦੱਸਦਾ ਜੀ, ਪੁਲਿਸ ਨੂੰ ਇੱਕ ਤਾਂ ਪੋਸਟ ਦਾ ਹੀਰੋਜ਼ ਉਦੋਂ ਦੇ ਆਪਦਾ ਜ਼ੋਰ ਲਾਈ ਜਾਂਦੇ ਸੀ ਕਿ ਕਿਸ ਤਰੀਕੇ ਕਿੱਦਾਂ ਸਾਡੇ ਟਰੈਕ 'ਚ ਆਉਂਦਾ, ਟਰੈਕ 'ਚ ਰਾਈਟ। ਉੱਤੋਂ ਇਹਨਾਂ ਨਿਸ਼ਾਨ ਨੂੰ ਜਦੋਂ ਚੱਕਿਆ ਆ, ਸ਼ੱਕ 'ਚ ਚੱਕਿਆ ਫਰੀਦਕੋਟ ਵਾਲਿਆਂ, ਨਿਸ਼ਾਨ ਦੇ ਫੋਨ 'ਚੋਂ ਚੜ੍ਹਤ ਦੇ ਨੰਬਰ ਨਿਕਲੇ, ਕਾਲ ਡਿਟੇਲ, ਠੀਕ ਹੈ ਜੀ। ਇਹ ਦੋਵੇਂ ਮੈਨੂੰ ਜਾਣਦੇ ਸੀ। ਚੜ੍ਹਤ ਦੀ ਜਿੱਦਣ ਇਹਨਾਂ ਕੈਮਰੇ ਕਢਾਏ ਆ, ਠੀਕ ਆ, ਕੈਮਰੇ ਕਢਾਏ ਜਦੋਂ ਇਹਨਾਂ ਨੇ, ਉਦੋਂ ਚੜ੍ਹਤ ਦੀ ਵੀਡੀਓ ਨਿਕਲੀ 2 ਦਿਨ ਪਹਿਲਾਂ ਦੀ, 7 ਜਾਂ 8 ਤਰੀਕ ਨੂੰ, ਚੰਡੀਗੜ੍ਹ, ਜਿੱਦਣ ਉਹ ਜ਼ਮਾਨਤ ਵਕੀਲ ਕੋਲ ਸਾਈਨ ਕਰਨ ਗਿਆ ਹੈ ਜੀ ਬਾਈਪਾਸ ਜੱਗੀ ਦੇ ਨਾਲ। ਉਹ ਬਸ ਇਹਨਾਂ ਨੂੰ ਉਹ ਮਿਲ ਗਿਆ ਕਿ ਜੱਗੀ ਮਿਲ ਗਿਆ ਕਿ ਇਹਨੇ ਠਾਰ ਕਰਾਈ ਆ, ਇਹਨੇ ਰੈਕੀ ਕਰਾਈ ਆ, ਜੋ ਚੜ੍ਹਤ ਮਿਲ ਗਿਆ। ਮੈਂ ਉਸ ਤਿੰਨੇ ਬੰਦੇ ਮੇਰੇ ਨੋਨ ਸੀ ਸਰ। ਉਹ ਇਹਨਾਂ ਨੂੰ ਇਹਨਾਂ ਨੇ ਇਕੱਠਾ ਕਰਕੇ ਨਾਲੇ ਦੇ ਪੋਸਟ ਵਾਲੀ ਦੁਸ਼ਮਣੀ ਕੱਢ ਲਈ ਹੈ ਜੀ। ਹੁਣ ਸਰ ਇਹਨਾਂ ਨੇ ਅੱਗੇ ਤਾਂ ਮੇਰੇ ਤੇ 307 ਦੇ ਕਰਾਉਂਦੇ ਸੀ ਜਾਂ ਸਮਾਨ ਦਾ ਪਾਉਂਦੇ, ਚੱਲ ਮੈਂ ਆ ਗਿਆ। ਹੁਣ ਤਾਂ ਇਹਨਾਂ ਨੇ ਮੇਰੇ ਤੇ ਉਹ ਪਰਚਾ ਲਾਤਾ ਜੀ ਜਿੱਤੋਂ ਅੱਗੇ ਕੁਛ ਨਹੀਂ ਹੈ, ਬਸ ਲਾਸਟ ਸਟੇਜ। ਯੂਏਪੀ ਲੱਗ ਗਿਆ ਜਾਂ ਅੰਦਰ। ਫਿਰ ਸਰ ਜਿੰਨਾ ਚਿਰ ਮੈਂ 5-7 ਸਾਲ ਕੱਢੂੰਗਾ, ਫਿਰ ਇਹ ਵੀ ਨਹੀਂ, ਜੇ ਮੇਰੀ ਮਾਂ ਰੋਂਦੀ ਅੱਜ ਘਰ 'ਚ ਤੇ ਰੋਣਗੀਆਂ ਸਾਰਿਆਂ ਦੀਆਂ। ਮੈਂ ਇੱਕ ਗੱਲ ਤੁਹਾਡੇ ਲਾਈਵ ਤੇ ਆਣਾ ਆ, ਇਹਨਾਂ ਨੇ ਰਵਾਈ ਆ ਸਰ ਮੇਰੇ ਮਾਵਾ, ਇਹਨਾਂ ਦੇ ਕਰਕੇ ਅੱਜ ਮੇਰੇ ਘਰ ਦੇ ਰੋਂਦੇ ਹੀ ਸਰ। ਮੈਨੂੰ ਲੋੜ ਨਹੀਂ, ਮੇਰਾ ਭਰਾ ਘਰੇ ਬੈਠਾ ਹੀ, ਹੁਣ ਮੇਰੀ ਪੈਲੀ ਪੰਚਰ ਹੋ ਗਈ ਹੈ ਜੀ, ਤੁਸੀਂ ਦੱਸੋ ਅਸੀਂ ਕੀ ਕਰਨਾ ਇਹੋ ਜਿਹੀ ਬਦਮਾਸ਼ੀ ਨੂੰ ਜੀ? ਸਾਡਾ ਘਰ ਬਾਹਰ ਨਾ ਰਵੇ, ਕੋਈ ਨਾ ਰਵੇ। ਅੱਜ ਵੀ ਸਾਰੇ ਮੇਰੇ ਘਰਦਿਆਂ ਨੂੰ ਟੌਰਚਰ ਕਰਨ ਦੇ ਕਾਤੋਂ ਹੀ, ਉਹਨਾਂ ਦਾ ਕੀ ਕਸੂਰ? ਕਸੂਰ ਤਾਂ ਪੰਮੇ ਹੋਣਾ ਦਾ, ਸਰਜੀਤ ਚੱਟੀ ਹੋਣਾ ਦਾ, ਭੁੱਲੇ ਬਲੇਰ ਹੋਣਾ ਦਾ, ਜਿਨ੍ਹਾਂ ਨੇ ਮੈਨੂੰ ਗੈਂਗਸਟਰ ਬਣਾਇਆ, ਮੇਰੇ ਤੇ ਪਰਚੇ ਕਢਾ ਕੇ। ਹੁਣ ਸਾਰੇ ਮੇਰੇ ਘਰਦਿਆਂ ਨੂੰ ਟੌਰਚਰ ਕਰਨਗੇ, ਫਿਰ ਉਹ ਗੱਲ ਤਾਂ ਨਹੀਂ ਬਣਦੀ। ਤੁਸੀਂ ਬਾਹਰੋਂ ਕਰੋ, ਜੇ ਉਹਨਾਂ ਦਾ ਕਸੂਰ ਆ, ਹਾਂ ਮੈਂ ਘਰਦਿਆਂ ਨਾਲ ਗੱਲ ਕਰਦਾ, ਘਰਦਿਆਂ ਨੂੰ ਪੈਸੇ ਘਲਾਉਣਾ ਘਰੇ, ਜਾਂ
ਘਰਦਿਆਂ ਤੋਂ ਕੋਈ ਵੀ ਪੈਸੇ ਮੰਗਾਉਣਾ ਆ ਜਾਂ ਕੁਝ ਵੀ ਕਰਾਉਣਾ, ਉਹਨਾਂ ਨੂੰ ਫੜੋ, ਇਨਕੁਆਇਰੀ ਕਰੋ, ਉਹਨਾਂ ਨੂੰ ਜੇਲ੍ਹ ਚ ਪਾ ਦਿਓ ਜੀ, ਕੋਈ ਦੁੱਖ ਨਹੀਂ। ਪਰ ਇਹ ਥੋੜਾ ਕਿ ਸਰ ਤੁਸੀਂ ਨਜਾਇਜ਼ ਹੀ ਜਾ ਕੇ ਕੈਮਰੇ ਤੋੜ ਆਓਗੇ। ਕੈਮਰੇ ਕਾਹਤੋਂ ਤੜਾਉਂਦੇ ਸੀ ਕਿ ਦੁਬਾਰਾ ਅਟੈਕ ਕਰਾਵਾਂਗੇ ਕਿ ਇਹਨੂੰ ਪਤਾ ਨਾ ਲੱਗੂ ਬਾਹਰ ਬੈਠੇ ਨੂੰ। ਹੁਣ ਫਾਈਨਲੀ ਤੁਸੀਂ ਪੁਲਿਸ ਦੇ ਨਾਲ ਕੋਈ ਦੇਖੋ, ਪੁਲਿਸ ਨੇ ਤੁਹਾਡੇ ਬੰਦੇ ਸਾਰੇ ਫਿੱਟ ਕਰਤੇ ਆ, ਜਿਵੇਂ ਵੀ ਹੈ ਪੁਲਿਸ ਦੇ ਹਿਸਾਬ ਦੇ ਨਾਲ ਬੜਾ ਮਾਮਲਾ ਕਲੀਅਰ ਹੈ, ਤੁਸੀਂ ਇਹਦੇ ਮਾਸਟਰਮਾਈਂਡ ਹੋ। ਲੇਕਿਨ ਹੁਣ ਪੁਲਿਸ ਤੁਹਾਨੂੰ ਵੀ ਲੱਭੇਗੀ। ਚਲੋ ਚੜ੍ਹਤ ਹੋਣਾ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਬੰਦੇ ਫੜੇ ਜਾਂਦੇ, ਫਿਰ ਕਹਾਣੀ ਕਿੱਧਰ ਨੂੰ ਜਾਏਗੀ? ਉਹਨਾਂ ਨੇ ਵੀ ਆਪਣੇ ਕਬੂਲਨਾਮੇ 'ਚ ਸਾਰੀਆਂ ਗੱਲਾਂ ਬਾਤਾਂ ਮੰਨ ਲਈਆਂ, ਫਿਰ ਤਾਂ ਤੁਸੀਂ ਝੂਠੇ ਸਾਬਤ ਹੋ ਗਏ। ਸਰ ਚੜ੍ਹਤ ਨੂੰ ਪੇਸ਼ ਕਰਾ ਦੇਣ, ਇਹ ਆਂਦੇ ਚੜ੍ਹਤ ਨੂੰ ਪੇਸ਼ ਕਰਾਓ ਜੀ। ਕਿੱਦਾਂ ਕਰਾ ਦਈਏ? ਜੇ ਪਰਸੋਂ ਦੀ ਵਾਰਦਾਤ ਆ, ਪੰਮੇ ਹੋਣਾ ਨੇ ਚੱਕ ਕੇ ਮਾਰਿਆ ਮੁੰਡਾ, ਤੁਹਾਨੂੰ ਮੈਨੇ ਥਾਣੇ ਦੱਸਣ ਦਿਆ ਜੀ। ਬਾਅਦ ਚੋਂ ਕਿੱਕਰ ਸੋ ਤੋਂ ਛੱਡ ਆਏ ਆ, ਪਿੰਟੇ ਦੇ ਕੇਸ 'ਚ ਕੋਈ ਮੁੰਡਾ ਆ, ਰਾਈਟ। ਕਿੱਕਰ ਸੋ ਦੇ ਘਰਦਿਆਂ ਦੇ ਦਬਾਅ ਪਾਈ ਜਾਂਦਾ ਕਿ ਰਾਜੀਨਾਮਾ ਕਰੋ, ਨਹੀਂ ਤੇ ਐ ਕਰਦਾ ਜੋ ਕਰਦਾ। ਇਹ ਅੱਜ ਦੇ ਥੋੜਾ, ਇਹ ਸਰ 15-20 ਸਾਲ ਤੋਂ ਇਹਨਾਂ ਦਾ ਚੱਲਣ ਦਿਆ ਆ। ਜਿਹੜੇ 5-7 ਦਾ ਹੈਗੇ ਆ ਮੁੰਡੇ ਚੋਂ, ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਆ ਜੀ। ਹੁਣ ਚੜ੍ਹਤ ਨੂੰ ਪੇਸ਼ ਕਰਾ ਦਈਏ, ਕੌਣ ਜ਼ਿੰਮੇਵਾਰ ਆ? ਕਿ ਉਹਦਾ ਐਨਕਾਊਂਟਰ ਇਹਨਾਂ 47 ਸਰ ਤਾਂ ਹੀ ਘਵਾਇਆ ਆ ਉਹਨਾਂ ਕੋਲੋਂ ਕਿ ਕੱਲ ਨੂੰ ਚੜ੍ਹਤ ਦਾ ਐਨਕਾਊਂਟਰ ਕਰਾਂਗੇ ਤੇ ਮੁਕਾਬਲਾ ਬਣਾਵਾਂਗੇ। ਉਹ ਸਰ ਫਿਰ ਉਹ ਇਹ ਅੱਜ ਦੀਆਂ ਗੱਲਾਂ, ਇਹ ਜਿਹੜੀਆਂ ਅਗਲੀਆਂ ਹੁਣ ਤੋਂ ਪਲਾਨ ਕਰਦੇ ਆ ਸਰ, ਬੜੇ ਗਾਂ ਦੋ ਦਿਮਾਗ ਲੈ ਕੇ ਚੱਲਦੇ ਆ। ਇਹਨਾਂ ਨੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਚੱਲ ਰਹੀ, ਕਿੰਨਾ ਰੌਲਾ ਚੱਲ ਰਿਹਾ ਹੈ, ਰਾਈਟ। ਹੁਣ ਇਹ ਸਰਕਾਰਾਂ ਨੂੰ ਵੀ ਪਤਾ ਆ ਕਿ ਜੇ ਬੰਦੀ ਸਿੰਘਾਂ ਦੀ ਰਿਹਾਈ ਹੋ ਗਈ ਜਾਂ ਬਾਹਰ ਆ ਗਏ ਤੇ ਇਹਨਾਂ ਨੇ ਉੱਥੇ ਕੋਈ ਨਾ ਕੋਈ ਵਾਰਦਾਤ ਤਾਂ ਕਰਨੀ ਹੀ ਸਰ, ਕੋਈ ਨਾ ਕੋਈ ਤਾਂ ਛੇੜ ਦੀ। ਉਹ ਸਿਰਫ ਇੱਕ ਇਹਨਾਂ ਨੇ, ਮੈਨੂੰ ਤਾਂ ਜਿੱਥੋਂ ਤੱਕ ਲੱਗਦਾ ਜੀ ਡੀਜੀਪੀ ਭਵਰਾ ਸਾਹਿਬ ਨੇ ਕਰਾਇਆ ਹੀ ਆਪ ਆ, ਕਿਉਂਕਿ 16 ਜਿਹਦਾ ਪਟਿਆਲੇ ਵਾਲਾ ਕਾਂਡ ਹੋਇਆ ਜੀ, ਉਹ ਇੰਨੀ ਕੁ ਪੁਲਿਸ ਲੱਗੀ ਸੀ, ਥਾਂ ਤੇ ਨਾਕੇ ਲੱਗੇ ਸੀ। ਤੁਸੀਂ ਦੱਸੋ ਉੱਥੋਂ ਅੰਮ੍ਰਿਤਸਰੋਂ ਕਿੱਦਾਂ ਆ ਜਾਊਗਾ ਕੋਈ ਏਦਾਂ ਲੈ ਕੇ ਚੀਜ਼? ਇਹ ਆਂਦੇ ਕਿ 2 ਦਿਨ ਪਹਿਲਾਂ ਉੱਥੇ ਰਹੇ ਆ ਬੰਦੇ, ਰੈਕੀ ਹੋਈ, ਜੇ ਹੋਇਆ ਉਹ ਹੋਇਆ। ਹਾਂ, ਜੇ ਕੋਈ ਰਿਹਾ ਹੋਊਗਾ ਤੇ ਉਹ ਆਪਦੀ ਠਾਲ ਕੱਟ ਕੇ ਆ ਗਿਆ, ਉਹ ਚੀਜ਼ ਪਰ ਤੁਸੀਂ ਦੇਖੋ, ਇਹ ਗੱਲ ਤੇ ਵੀ ਬੰਦੇ ਦਾ ਲਿੰਕ ਹੋਊਗਾ ਜੀ। ਨਹੀਂ, ਇਹ ਗੱਲ ਕਹਿ ਦੇਣਾ ਕਿ ਡੀਜੀ ਸਾਹਿਬ ਨੇ ਜਾਂ ਪੁਲਿਸ ਨੇ ਖੁਦ ਕਰਾਇਆ। ਦੇਖੋ ਕੌਣ ਪੁਲਿਸ ਜਾਂ ਕਿਉਂ ਇਸ ਤਰੀਕੇ ਦੀ, ਇਹ ਤਾਂ ਦੇਖੋ ਇੰਟੈਲੀਜੈਂਸ ਹੈਡਕੁਆਟਰ ਉੱਤੇ ਹਮਲਾ ਤਾਂ ਪੁਲਿਸ ਨੂੰ ਇੱਕ ਤਰੀਕੇ ਦੀ ਬੜਾ ਵੱਡਾ ਚੈਲੰਜ ਹੈ। ਸੋ ਇਹਦੇ ਲਈ ਹਾਂ ਆਪਾਂ ਭਟਕਾਈਏ ਨਾ ਗੱਲਬਾਤ ਨੂੰ। ਚਲੋ ਤੁਸੀਂ ਇਹ ਕਹਿ ਸਕਦੇ ਵੀ ਤੁਸੀਂ ਨਹੀਂ ਕਰਾਇਆ, ਲੇਕਿਨ ਤੁਸੀਂ ਚੜ੍ਹਤ ਦੀ ਜ਼ਿੰਮੇਵਾਰੀ ਲੈ ਰਹੇ ਹੋ। ਚੜ੍ਹਤ ਤਾਂ ਇੱਥੇ ਬੈਠਾ ਹੈ, ਭਾਰਤ ਵਿੱਚ ਬੈਠਾ ਹੈ, ਤੁਸੀਂ ਕੈਨੇਡਾ ਬੈਠੇ ਹੋ। ਜੇ ਪੁਲਿਸ ਕੋਈ ਲਿੰਕ ਜੋੜਦੀ ਪਈ ਹੈ ਤੇ ਉਹ ਲਿੰਕ ਚਲੋ ਤੁਹਾਡੇ ਨਾਲ ਜੇ ਗਲਤ ਵੀ ਜੁੜ ਗਿਆ, ਇੱਕ ਮਿੰਟ ਲਈ ਮੈਂ ਮੰਨ ਲੈਣਾ ਹੈ। ਰੈਕੀ ਕਰਨ ਗਿਆ ਆ, ਫਿਰ ਉਹ ਜਿੱਦਣ ਵਾਰਦਾਤ ਹੋਈ ਉਦਣ ਪਿੰਡ ਕੀ ਕਰਦਾ ਸੀ? ਫਿਰ ਉਹ ਨਾਲ ਕਿਉਂ ਨਹੀਂ ਆਇਆ ਵਾਰਦਾਤ ਕਰਨ? ਦਿਖਾਇਆ ਇਹਨਾਂ ਵਾਰਦਾਤ ਕਰਨ ਨਾਲ ਹੀ ਆ, ਪਰ ਪਿੰਡ ਕੀ ਕਰਦਾ ਸੀ? ਫਿਰ ਉਹ ਨਾਲ ਕਿਉਂ ਨਹੀਂ ਆਇਆ ਜੇ ਉਹਨੇ ਰੈਕੀ ਕੀਤੀ ਸੀ? ਠੀਕ ਹੈ ਜੀ, ਜੇ ਉਹ ਨਾਲ ਆਇਆ ਹੁੰਦਾ ਤੇ ਫਿਰ ਉਹ ਪਿੰਡ ਕਿੱਦਾਂ ਪਹੁੰਚ ਗਿਆ? ਉਹ ਕੋਈ ਸ਼ਕਤੀਮਾਨ ਤਾਂ ਨਹੀਂ ਸੀ ਸਰ, ਉਹ ਉੱਡ ਕੇ ਦਵਾ ਕਿ ਚੰਡੀਗੜ੍ਹ ਚਲ ਗਿਆ ਤੇ ਵਾਰਦਾਤ ਕਰਕੇ ਪਿੰਡ ਆ ਗਿਆ, ਰਾਈਟ। ਤੇ ਜੇ ਚੜ੍ਹਤ ਉਸ ਦਿਨ ਨਹੀਂ ਹੀ ਵਾਰਦਾਤ ਦੇ ਵਿੱਚ, ਠੀਕ ਹੈ ਜੀ, ਕਿ ਉਹ ਜਿਹੜੇ 2 ਬੰਦੇ ਅਣਪਛਾਤੇ ਕਹਿੰਦੇ ਉਹਨਾਂ ਕੱਲਿਆਂ ਨੇ ਕੀਤੀ ਆ, ਤੇ ਫਿਰ ਰੈਕੀ ਕਰਨ ਦੀ ਚੜ੍ਹਤ ਨੂੰ ਕੀ ਲੋੜ ਸੀ? ਫਿਰ ਰੈਕੀ ਕਰਨ ਦੀ ਕੀ ਲੋੜ ਸੀ ਚੜ੍ਹਤ ਨੂੰ, ਜਦੋਂ ਉਹਨੇ ਨਾਲ ਹੀ ਨਹੀਂ ਜਾਣਾ? ਉਹ ਸਾਰੇ ਇਹਨਾਂ ਨੇ ਪ੍ਰੀ ਪਲਾਨਡ, ਸਾਰਾ ਕੁਝ ਇਹਨਾਂ ਨੇ ਪਲਾਨ ਕੀਤਾ ਸੀ, ਪਹਿਲੋਂ ਤੋਂ ਹੀ ਚੱਲ ਰਹੀਆਂ ਸੀ ਤਿਆਰੀਆਂ। ਉਹ ਸਿਰਫ ਇੱਕ ਬੰਦੀ ਸਿੰਘਾਂ ਦੀ ਰਿਹਾਈ ਚੱਲ ਰਹੀ ਸੀ, ਸਾਰਾ ਕੁਝ ਚੱਲਣ ਦਿਆ ਸੀ। ਪਰ ਇਹ ਜਦੋਂ ਤੁਸੀਂ ਇਸ ਤਰੀਕੇ ਦੀ ਥਿਉਰੀ ਦਿੰਦੇ ਹੋ ਨਾ, ਮਾਫ ਕਰਨਾ, ਜਦੋਂ ਤੁਸੀਂ ਇਸ ਤਰੀਕੇ ਦੀ ਥਿਉਰੀ ਦਿੰਦੇ ਹੋ, ਫਿਰ ਇਹ ਲੱਗਦਾ ਵੀ ਤੁਸੀਂ ਗੱਲਬਾਤ ਨੂੰ ਭਟਕਾ ਰਹੇ ਹੋ। ਕਿਉਂਕਿ ਦੇਖੋ, ਤੁਸੀਂ ਹਮਲਾ ਨਹੀਂ ਕੀਤਾ, ਤੁਹਾਡੇ ਬੰਦਿਆਂ ਨੇ ਹਮਲਾ ਨਹੀਂ ਕੀਤਾ, ਇੱਥੇ ਤੱਕ ਤਾਂ ਗੱਲ ਮੰਨੀ ਜਾਏ। ਲੇਕਿਨ ਤੁਸੀਂ ਕਹੋ ਜੀ ਪੁਲਿਸ ਨੇ ਖੁਦ ਹੀ ਹਮਲਾ ਕਰਾ ਲਿਆ, ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੀ। ਇਹ ਤਾਂ ਲੱਗਦਾ ਨਾ ਵੀ ਆਪਾਂ ਟਵਿਸਟ ਦੇ ਰਹੇ ਗੱਲਬਾਤ ਨੂੰ। ਮੈਂ ਆਪਦਾ ਦੱਸਿਆ ਕਿ ਮੈਨੂੰ ਲੱਗਦਾ ਆ, ਜਿੱਦਾਂ ਪੁਲਿਸ ਨੇ ਆਪਦੀ ਥੋਟ ਦਾਤੇ, ਮੈਂ ਆਪਦੇ ਦਾਤੇ, ਬਾਕੀ ਤੇ ਏਜੰਸੀਆਂ ਸਾਰਾ ਕੁਝ ਹੋ ਸਕਦਾ ਉਹਨਾਂ ਨੇ ਕਰਾਇਆ ਹੋਵੇ, ISI ਨੇ ਜਾਂ ਬੱਬਰ ਖਾਲਸਾ ਵਾਲਿਆਂ ਨੇ, ਰਾਈਟ। ਮੈਂ ਆਪਦੇ ਥੋਟ ਦੱਸ ਰਿਹਾ, ਜਿੱਦਾਂ ਡੀਜੀਪੀ ਸਾਹਿਬ ਨੇ ਆਪਣਾ ਦੱਸਤਾ ਜੀ, ਸਾਰਾ ਮੋਡਿਊਲ ਤਿਆਰ ਕਰਕੇ ਪੇਸ਼ ਕਰਤਾ ਕਿ ਲੰਡਾ ਹਰੀਕਾ ਮਾਸਟਰਮਾਈਂਡ ਹੈ ਜੀ। ਅੱਜ ਤੱਕ ਨਹੀਂ ਕੋਈ ਵਾਰਦਾਤ ਉਹੋ ਜੀ ਕਰਾਤੀ ਸਰ। ਮੇਰੇ ਜਾ ਕੇ ਪੁੱਛ ਲਿਓ ਕਿ ਹਾਂ, ਜਿਨ੍ਹਾਂ ਨਾਲ ਦੁਸ਼ਮਣੀਆਂ ਹੈਗੀ ਆ ਜੀ, ਨਜਾਇਜ਼ ਨਹੀਂ ਕਿਸੇ ਨਾਲ ਕੀਤਾ ਜਾਂ ਨਾ ਕਰਾਂਗੇ। ਨਾਲੇ ਉੱਥੇ ਚਲਾਉਣ ਦਾ ਕੀ ਫਾਇਦਾ ਇਹਨਾਂ ਨੂੰ? ਜਿਹੜਾ ਮੇਰੇ ਘਰੇ ਗਿਆ ਉਹਦੇ ਤੇ ਚਲਾਉਂਦੇ ਫਿਰ ਤਾਂ। ਠੀਕ ਹੈ, ਹੁਣ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਸਹਿਯੋਗ ਦਿੱਤਾ ਜਾ ਸਕਦਾ ਹੈ ਜਾਂ ਤੁਸੀਂ ਔਖੇ ਹੀ ਹੋ ਵੀ ਤੁਸੀਂ ਲੱਗ ਰਿਹਾ ਤੁਹਾਡਾ ਨਾਂ ਆ ਗਿਆ? ਨਹੀਂ ਸਰ, ਮੈਂ ਪੁਲਿਸ ਨੂੰ ਸਹਿਯੋਗ ਸਰ ਜਿੰਨਾ ਚਿਰ ਮੈਂ ਦੇਣਾ ਹੀ ਮੈਂ ਇੰਡੀਆ ਦਿੰਦਾ ਰਿਹਾ ਆ। ਮੈਨੂੰ ਯਕੀਨ ਨਹੀਂ ਇਹਨਾਂ ਤੇ ਹੁਣ,
ਯਕੀਨ ਉੱਠ ਗਿਆ ਆ। ਕਿਉਂਕਿ ਕਿਹੜੀ ਪੁਲਿਸ ਦੀ ਗੱਲ ਕਰਦੇ ਆ ਸਰ ਤੁਸੀਂ? ਉਹ ਸਾਡੇ ਘਰਦਿਆਂ ਨੂੰ ਚੁਕਾਈ ਜਾਂਦੇ ਆ, ਇਹ ਦੁਸ਼ਮਣੀਆਂ ਕੱਢਦੇ ਉਹਨਾਂ ਬੰਦਿਆਂ ਦਾ ਕਰਕੇ ਕੱਢਦੇ ਆ ਕਿ ਜਿਹੜੇ ਸਾਡੇ ਆਣ ਕੇ ਦਰਵਾਜ਼ਿਆਂ ਅੱਗੇ ਖੜਦੇ ਰਹੇ ਆ। ਉਦੋਂ ਨਹੀਂ ਸਰ ਮੇਰੇ ਕੋਈ ਘਰੇ ਚਲ ਗਿਆ ਗੋਲੀਆਂ ਮਾਰਨ, ਜਦੋਂ ਮੈਂ ਇੰਡੀਆ ਸੀ ਉਦੋਂ ਚਲ ਜਾਂਦੇ, ਉਦੋਂ ਤਾਂ ਪਾਣੀ ਵੀ ਨਹੀਂ ਪੀਂਦੇ ਹੁੰਦੇ ਬਾਹਰ ਖੜ ਕੇ। ਲੇਕਿਨ ਹੁਣ ਗੱਲ ਵੱਧਦੀ, ਹੁਣ ਇਹਨਾਂ ਨੂੰ ਪਤਾ ਗੱਲ ਜਾਊਗੀ ਕਿੱਥੇ? ਤੁਸੀਂ ਤਾਂ ਗੈਂਗਸਟਰ ਤੋਂ ਹੁਣ ਅੱਤਵਾਦੀ ਕਰਾਰ ਦਿੱਤੇ ਗਏ ਭਾਰਤ ਦੇ ਵਿੱਚ, ਤੇ ਹੁਣ ਅੱਤਵਾਦੀ ਨਹੀਂ, ਅੱਤਵਾਦੀ ਇਹਨਾਂ ਦੀ ਨਿਗਾਹ 'ਚ ਆਏ ਸਰ, ਪੁਲਿਸ ਦੀ ਨਿਗਾਹ 'ਚ ਅਸੀਂ ਅੱਤਵਾਦੀ, ਸਾਡੀ ਨਿਗਾਹ 'ਚ ਇਹ ਆ। ਹੁਣ ਲੋਕਾਂ ਨੂੰ ਥੋੜਾ ਪਤਾ ਆ, ਦੁਨੀਆ ਨੂੰ ਥੋੜਾ ਪਤਾ ਇਹਨਾਂ ਕੀ ਕੀਤਾ ਸਾਡੇ ਨਾਲ। ਤੁਸੀਂ ਏਰੀਏ 'ਚ ਤਰਨਤਾਰਨ ਤੇ ਜਾ ਕੇ ਸਰਵੇ ਕਰਾ ਲਿਓ, ਜੇ ਗੱਲਾਂ 'ਚੋਂ ਇੱਕ ਵੀ ਗੱਲ ਝੂਠੀ ਹੋਵੇ ਸਰ, ਆਪਾਂ ਤੁਸੀਂ ਜਿੱਦਾਂ ਕਹੋਗੇ ਮੈਂ ਤੁਹਾਡੇ ਚੈਨਲ ਤੇ ਆਣ ਕੇ ਜੋ ਵੀ ਕਹੋਗੇ ਆਪਾਂ ਦੇਣਦਾਰ ਆ, ਆਪਾਂ ਸਿਰ ਵੀ ਲਵਾ ਲਾਂਗੇ। ਹੋਰ ਦੱਸੋ ਜੇ ਇੱਕ ਵੀ ਗੱਲ ਝੂਠੀ ਹੋਵੇ। ਹੁਣ ਇਹਨਾਂ ਦੀ ਨਿਗਾਹ 'ਚ, ਹੁਣ ਇਹਨਾਂ ਨੇ ਮੈਨੂੰ ਗੈਂਗਸਟਰ ਬਣਾ ਲਿਆ, ਬਣਾਇਆ ਸੀ, ਫਿਰ ਮੀਟਿੰਗਾਂ ਕਰਦੇ ਫਿਰਦੇ ਹੀ ਆਪ ਹੀ। ਹੁਣ ਇਹ ਖਾੜਕੂ ਬਣਾ ਕੇ ਦੇਖ ਲੈਣ, ਫਿਰ ਕੋਈ ਗੱਲ ਨਹੀਂ ਸਰ, ਉਹ ਅਕਾਲ ਪੁਰਖ ਨੂੰ ਜਿੱਦਾਂ ਮਨਜ਼ੂਰ ਹੋਊਗਾ ਜੀ। ਚਲੇ ਲਖਵੀਰ, ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਟਾਈਮ ਕੱਢਣ ਲਈ, ਤੇ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਗੱਲਬਾਤ ਹੈ, ਤੇ ਮੇਰੀ ਇੱਕ ਵਾਰ ਬੇਨਤੀ ਸਾਰੇ ਵਿਊਅਰਸ ਨੂੰ ਇਹੀ ਹੈ ਕਿ ਇਸ ਇੰਟਰਵਿਊ ਦਾ ਮਕਸਦ ਇੱਕ ਪੱਖ, ਇੱਕ ਦ੍ਰਿਸ਼ਟੀਕੋਣ, ਇੱਕ ਨਜ਼ਰੀਏ ਨੂੰ ਸਾਫ਼ ਕਰਨਾ ਸੀ, ਕਿਉਂਕਿ ਭਾਰਤ ਦਾ ਸੰਵਿਧਾਨ ਤੇ ਕਾਨੂੰਨ ਸਾਨੂੰ ਆਜ਼ਾਦੀ ਵੀ ਦਿੰਦਾ ਹੈ ਆਪਣੀ ਗੱਲਬਾਤ ਤੇ ਆਪਣੇ ਵਿਚਾਰਾਂ ਨੂੰ ਰੱਖਣ ਦੀ, ਤੇ ਆਪਣਾ ਦ੍ਰਿਸ਼ਟੀਕੋਣ ਸਪਸ਼ਟ ਕਰਨ ਦੀ। ਸੋ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਨੇ ਆਪਣੀ ਪੂਰੀ ਦੀ ਪੂਰੀ ਗੱਲਬਾਤ ਤੁਹਾਡੇ ਸਾਹਮਣੇ ਰੱਖੀ ਹੈ। ਤੁਸੀਂ ਖੁਦ ਇਸ ਬਾਰੇ ਆਪਣੀ ਰਾਏ ਬਣਾਓ, ਆਪਣੀ ਜੱਜਮੈਂਟ, ਇਹਨਾਂ ਦੀ ਗੱਲਾਂ ਬਾਤਾਂ 'ਚ ਕਿੰਨੀ ਗੱਲ ਤੁਹਾਨੂੰ ਸਹੀ ਲੱਗੀ, ਕਿੱਥੇ ਤੁਹਾਨੂੰ ਲੱਗਦਾ ਵੀ ਇਹਨਾਂ ਨੇ ਗੱਲਬਾਤ ਨੂੰ ਟਵਿਸਟ ਕੀਤਾ ਜਾਂ ਨਹੀਂ ਕੀਤਾ। ਲੇਕਿਨ ਮੇਰੀ ਬੇਨਤੀ ਇੱਕ ਵਾਰ ਫੇਰ ਰਹੇਗੀ ਸਭ ਨੂੰ, ਇਨਕਲੂਡਿੰਗ ਲਖਬੀਰ ਲੰਡਾ ਹੋਣਾ ਨੂੰ, ਕਿ ਸਿਸਟਮ ਦੇ ਪ੍ਰਤੀ ਜਿਹੜੀ ਕੁੜੱਤਣ ਇਹਨਾਂ ਦੇ ਮਨ ਦੇ ਵਿੱਚ ਹੈ ਉਸ ਨੂੰ ਘਟਾਉਣ ਦੇ ਲਈ ਜਿੰਨੇ ਯਤਨ ਕੀਤੇ ਜਾਣ ਬੈਟਰ ਹੈ। ਸਾਡਾ ਕੋਈ ਸਹਿਯੋਗ ਤੁਹਾਨੂੰ ਚਾਹੀਦਾ ਹੋਵੇ ਪੁਲਿਸ ਦੇ ਮੁਤਲਕ ਜਾਂ ਫਿਰ ਸਰਕਾਰ ਦੇ ਮੁਤਲਕ, ਤੁਹਾਡਾ ਪੱਖ ਤਾਂ ਆਪਾਂ ਰੱਖਤਾ ਹੈ, ਲੇਕਿਨ ਭਵਿੱਖ ਦੇ ਵਿੱਚ ਤੁਹਾਨੂੰ ਕੋਈ ਲੱਗੇ ਕਿ ਆਪਾਂ ਕਿਸੇ ਨੂੰ ਪੇਸ਼ ਕਰਾਣਾ ਹੈ ਚੜ੍ਹਤ ਨੂੰ, ਤੁਸੀਂ ਕਹਿ ਰਹੇ ਵੀ ਇਸ ਚੀਜ਼ ਦਾ ਕੀ ਭਰੋਸਾ ਵੀ ਉਸਨੂੰ ਮਾਰ ਨਹੀਂ ਦਿੱਤਾ ਜਾਏਗਾ, ਉਹਦਾ ਐਨਕਾਊਂਟਰ ਕੀਤਾ ਜਾਏਗਾ। ਸੋ ਉਸ ਚੀਜ਼ ਨੂੰ ਆਪਾਂ ਸਹੀ ਤਰੀਕੇ ਨਾਲ, ਪਾਰਦਰਸ਼ੀ ਤਰੀਕੇ ਨਾਲ ਸਰਕਾਰ ਦੇ ਸਾਹਮਣੇ, ਪੁਲਿਸ ਦੇ ਸਾਹਮਣੇ ਰੱਖ ਸਕਦੇ ਹਾਂ। ਜੇ ਤੁਸੀਂ ਮਹਿਸੂਸ ਕਰੋਗੇ ਜਾਂ ਤੁਹਾਨੂੰ ਲੱਗਦਾ ਹੋਏਗਾ ਤਾਂ ਉਹਨੂੰ ਪੇਸ਼ ਕਰਾਉਣ ਦੇ ਵਿੱਚ ਵੀ ਕੋਈ ਹਰਜ ਨਹੀਂ ਹੈ। ਤੇ ਮੈਨੂੰ ਲੱਗਦਾ ਵੀ ਸਾਨੂੰ ਸਿਸਟਮ ਦੇ ਵਿੱਚ ਰਹਿ ਕੇ ਕੋਆਪਰੇਟ ਕਰਨਾ ਪੈਣਾ ਏਜੰਸੀਆਂ ਨੂੰ, ਲੇਕਿਨ ਹਾਂ ਵਧੀਕੀ ਨਾ ਹੋਵੇ, ਧੱਕਾ ਨਾ ਹੋਵੇ ਕਿਸੇ ਵੀ ਨੌਜਵਾਨ ਦੇ ਨਾਲ, ਤੇ ਗਲਤ ਜਿਹੜੀ ਐਟਰੀਬਿਊਸ਼ਨਸ ਨੇ ਉਸ ਨੂੰ ਰੋਕਣਾ, ਝੂਠ ਤੇ ਗਲਤ ਜਿਹੜੇ ਫਰਜ਼ੀਵਾੜਾ ਹੈਗਾ ਉਸ ਨੂੰ ਰੋਕਣਾ ਸਾਡੀ ਜ਼ਿੰਮੇਵਾਰੀ ਹੈ। ਇਸੇ ਕਰਕੇ ਇਹ ਗੱਲਾਂ ਬਾਤਾਂ ਨੂੰ ਅਸੀਂ ਪਬਲਿਕ ਡੋਮੇਨ ਦੇ ਵਿੱਚ ਲਿਆਂਦਾ ਹੈ। ਲਖਵੀਰ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਟਾਈਮ ਕੱਢਿਆ। ਥੈਂਕ ਯੂ।